हेलो स्टूडेंट्स, वेलकम टू यू ऑल इन माई चैनल प्रीत एजुकेशन। सो बच्चों, आप इस फील्ड ਦੇ ਵਿੱਚ ਲੈ ਕੇ ਆਏ ਹਾਂ ਜੀ ਜਿਹੜੇ ਕਿ ਕਲਾਸ 8th ਹੈਗੀ ਹੈ ਉਹਨਾਂ ਦੇ ਲਈ ਉਹਨਾਂ ਦੇ ਫਾਈਨਲ ਐਗਜ਼ਾਮ ਬੋਰਡ ਐਗਜ਼ਾਮ ਦਾ ਜਿਹੜਾ SST ਦਾ 7 ਤਰੀਕ ਨੂੰ ਹੋਣਾ ਹੈਗਾ ਜੀ। 7 ਮਾਰਚ ਨੂੰ ਜਿਹੜਾ ਪੇਪਰ ਹੋਣਾ ਹੈਗਾ, ਉਸ ਪੇਪਰ ਦੇ ਲਈ ਇਸ ਫੀਲਡ ਦੇ ਵਿੱਚ ਅਸੀਂ 1 ਮਾਰਕਸ ਦੇ ਕੁਐਸਚਨਸ ਦੀ ਗੱਲ ਕਰਾਂਗੇ ਜਿਹੜੇ ਤੁਹਾਨੂੰ MCQ ਦੇ ਟਾਈਪ ਵਿੱਚ ਵੀ ਆ ਸਕਦੇ ਨੇ ਤੇ ਕੁਐਸਚਨ ਦੇ ਟਾਈਪ ਵਿੱਚ ਵੀ ਆ ਸਕਦੇ ਨੇ। ਠੀਕ ਹੈ, ਤੇ ਇਹ ਜਿਹੜੇ 1 ਮਾਰਕਸ ਕੁਐਸਚਨਸ ਨੇ ਇਹ ਬਹੁਤ ਇੰਪੋਰਟੈਂਟ ਨੇ ਤੇ ਇਹਨਾਂ ਵਿੱਚੋਂ ਹੀ ਤੁਹਾਨੂੰ ਜਿਹੜੇ MCQ ਦੇਖਣ ਨੂੰ ਮਿਲੂਗੇ ਐਂਡ ਜਿਹੜੇ ਕਿ ਫਿਲਅਪਸ ਵੀ ਦੇਖਣ ਨੂੰ ਮਿਲ ਸਕਦੀਆਂ ਆ ਤੇ ਕੁਐਸਚਨਸ ਵੀ ਦੇਖਣ ਨੂੰ ਮਿਲਣਗੇ। ਠੀਕ ਹੈ, ਇਹ ਆਪਾਂ ਪੂਰੀ ਬੁੱਕ ਦੇ ਕੁਐਸਚਨ ਸੋਲਵ ਕਰਾਂਗੇ ਚੈਪਟਰ ਵਾਈਜ਼। ਠੀਕ ਹੈ, ਤੇ ਵੀਡੀਓ ਤੇ ਐਂਡ ਤੱਕ ਬਣੇ ਰਹਿਣਾ। ਠੀਕ ਹੈ, ਤੇ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਆਪਣੇ ਫਰੈਂਡਸ ਨਾਲ ਤਾਂ ਜੋ ਵੀ ਆਪਣੇ ਪੇਪਰ ਦੀ ਤਿਆਰੀ ਕਰ ਸਕਣ। ਇਸ ਤੋਂ ਪਹਿਲਾਂ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਜਿਹੜਾ ਬੋਰਡ ਵੱਲੋਂ ਆਇਆ ਸੈਂਪਲ ਪੇਪਰ ਸੀਗਾ ਉਸ ਨੂੰ ਡਿਸਕਸ ਕੀਤਾ ਸੀ। ਉਹਦੇ ਵਿੱਚ ਵੀ ਜਿਹੜੇ ਕਿ ਇੰਪੋਰਟੈਂਟ ਕੁਐਸਚਨ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਫੁੱਲ ਸੋਲਵ ਕੀਤਾ ਹੈਗਾ। ਤੇ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਲਿੰਕ ਵਿੱਚ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਉਹਦਾ, ਤੇ ਤੁਸੀਂ ਜਾ ਕੇ ਦੇਖ ਲੈਣਾ। ਠੀਕ ਹੈ, ਤੇ ਜਿਹੜੇ ਇਹ 1 ਮਾਰਕ ਕੁਐਸਚਨਸ ਨੇ ਇਹ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਤੁਸੀਂ ਜ਼ਰੂਰ ਪੜ੍ਹ ਲੈਣਾ। ਠੀਕ ਹੈ, ਤਾਂ ਵੀਡੀਓ ਚੰਗੀ ਲੱਗਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ, ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ। ਠੀਕ ਹੈ, ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ। ਠੀਕ ਹੈ, ਵੀਡੀਓ ਥੋੜੀ ਲੰਬੀ ਹੋ ਜਾਊਗੀ, ਸੋ ਕੋਈ ਤੁਸੀਂ ਮਾਈਂਡ ਨਹੀਂ ਕਰਨਾ, ਤੁਸੀਂ ਆਪਣੇ ਜਿਹੜੀ ਤਿਆਰੀ ਜ਼ਰੂਰ ਕਰਨੀ ਹੈਗੀ। ਠੀਕ ਹੈ, ਇਸ ਦੇ ਨਾਲ ਪਾਠ ਨੰਬਰ 1 ਦੇ ਆ ਜਾਂਦੇ ਸਾਧਨ ਕਿਸਮਾਂ ਤੇ ਸਾਂਭ ਸੰਭਾਲ ਦੇ 1 ਨੰਬਰ ਵਾਲੇ ਪ੍ਰਸ਼ਨ। ਜਿਓਗ੍ਰਾਫੀ ਦੇ ਪਹਿਲਾਂ ਜਿਓਗ੍ਰਾਫੀ, ਫਿਰ ਹਿਸਟਰੀ ਤੇ ਫਿਰ ਸਿਵਿਕਸ। ਠੀਕ ਹੈ, ਭੂਗੋਲ, ਇਤਿਹਾਸ ਤੇ ਨਾਗਰਿਕ ਸ਼ਾਸਤਰ। ਫਸਟ ਆਉਂਦਾ ਸੰਸਾਰ ਦਾ ਲਗਭਗ 85% ਭੋਜਨ ਪਦਾਰਥ ਕਿਹੜੇ ਸਾਧਨਾਂ 'ਤੇ ਨਿਰਭਰ ਹੈਗਾ? ਜੀਵ ਅਤੇ ਨਿਰਜੀਵ ਸਾਧਨਾਂ 'ਤੇ। ਕੁਦਰਤ ਜਾਂ ਮਨੁੱਖ ਦੁਆਰਾ ਬਣਾਏ ਗਏ ਪਦਾਰਥ ਜਿਹੜੇ ਅਰਥਵਾਨ ਪਦਾਰਥ ਜਿਹੜੇ ਕਿ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਜੀ? ਉਹਨਾਂ ਨੂੰ ਸਾਧਨ ਕਹਿੰਦੇ ਹਨ। ਇਹ ਕੀ ਹੈਗਾ? ਠੀਕ। ਕਿਹੜੇ ਸਾਧਨ ਦੇ ਵਿਕਾਸ ਨਾਲ ਬਾਕੀ ਸਾਧਨਾਂ ਦੇ ਵਿਕਾਸ ਨਿਰਭਰ ਕਰਦਾ ਹੈ? ਜਿਹੜੇ ਹੈਗੇ ਮਨੁੱਖੀ ਸਾਧਨ। ਜਿਹੜੇ ਸਾਧਨ ਮੌਜੂਦ ਤਾਂ ਹਨ ਉਹਨਾਂ ਦੀ ਜਿਹੜੀ ਕਿ ਹਾਲ ਕੋਈ ਵਰਤੋਂ ਨਹੀਂ ਹੋ ਰਹੀ ਉਹਨੂੰ ਕਿਹੜੇ ਸਾਧਨ ਕਹਿੰਦੇ ਆਪਾਂ? ਵਿਕਸਿਤ ਸਾਧਨ। ਠੀਕ ਹੈ, ਕਿਹੜੇ ਦੇਸ਼ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਸੀਗੀ? ਕਿਹੜਾ ਸੀਗਾ ਉਹ ਦੇਸ਼? ਜਾਪਾਨ। ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਸਮੁੰਦਰਾਂ ਤੋਂ ਉਤਪੰਨ ਹੋਏ ਹਨ? 75%। ਮਿੱਟੀ ਮੂਲ ਚਟਾਨਾਂ ਦੇ ਟੁੱਟਣ ਭੱਜਣ ਜੀਵ ਤੇ ਰੁੱਖ ਬੂਟਿਆਂ ਦੇ ਗਲਣ ਸਣ ਆਦਿ ਦੇ ਤੱਤਾਂ 'ਤੇ ਅਸਰ ਕਾਰਨ ਕੀ ਬਣਦੀ ਹੈ? ਕਾਰਨ ਬਣਦੀ ਹੈ। ਕੀ ਹੈਗਾ? ਠੀਕ ਹੈ, ਸਹੀ ਗੱਲ ਤੇ ਵਿੱਚ ਮਿਕਸ। ਪੈਟਰੋਲੀਅਮ, ਕੋਲਾ, ਅਬਰਕ, ਮੈਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? ਅਧਾਤੂ ਖਣਿਜ ਪਦਾਰਥ। ਅਜਿਹੇ ਕੁਦਰਤੀ ਪਦਾਰਥ ਜੋ ਕਿ ਇੱਕ ਜਾਂ ਇੱਕ ਤੋਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਉਹ ਜੋ ਧਰਤੀ ਤੋਂ ਨਿਕਲਦੇ ਹਨ ਕੀ ਕਹਿੰਦੇ ਉਹਨਾਂ ਨੂੰ? ਖਣਿਜ ਸਾਧਨ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ। ਕੀ ਹੈਗਾ ਜੀ? ਠੀਕ। ਡੈਸ਼ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ, ਹੀਰੇ, ਜਵਾਹਰਤ ਆਦਿ ਦਿੰਦੇ ਹਨ। ਕੀ ਹੈਗਾ? ਸਮੁੰਦਰ। ਠੀਕ ਹੈ, ਸਾਧਨਾਂ ਨੂੰ ਜੀਵਨ ਹੋਂਦ, ਨਿਰੰਤਰ ਉਪਲਬਧੀ, ਵਿਕਾਸ ਪੱਧਰ ਦੀ ਅਤੇ ਵਰਤੋਂ ਦੇ ਆਧਾਰ 'ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈਗਾ? ਠੀਕ ਹੈ, ਹਾਂਜੀ ਇਹ 6 ਹੋਏਗਾ ਆਨਸਰ ਮੇਰੇ ਅਕੋਰਡਿੰਗਲੀ। ਹਾਂਜੀ ਉਹਨਾਂ ਨੇ ਆਨਸਰ ਸ਼ਾਇਦ ਮਿਸਪ੍ਰਿੰਟ ਹੋ ਗਿਆ ਹੋਵੇ। ਹਾਂਜੀ ਹੈਗਾ 6। ਹਾਂਜੀ ਅੱਗੇ ਦੇਖਦੇ ਹਾਂ। ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ ਆਦਿ ਕਿਹੜੇ ਖਣਿਜ ਪਦਾਰਥ ਹੈਗੇ? ਕਿਹੜੇ ਹੈਗੇ? ਧਾਤੂ ਖਣਿਜ ਪਦਾਰਥ। ਮਨੁੱਖੀ ਬੁੱਧੀ ਜਿਹਨੂੰ ਆਪਾਂ ਹਿਊਮਨ ਇੰਟੈਲੀਜੈਂਸ, ਗਿਆਨ ਨੌਲੇਜ ਅਤੇ ਕੰਮ ਕਰਨ ਦੀ ਕੌਸ਼ਲਤਾ ਨੂੰ ਕੀ ਕਿਹਾ ਜਾਂਦਾ ਹੈ? ਐਫੀਸ਼ੀਐਂਸੀ ਜਿਹਨੂੰ ਆਪਾਂ ਕਹਿ ਦਿੰਦੇ ਕੀ ਕਹਿੰਦੇ ਉਹਨੂੰ? ਮਨੁੱਖੀ ਸਾਧਨ। ਠੀਕ ਹੈ, ਹਿਊਮਨ ਰਿਸੋਰਸ। ਹੁਣ ਆ ਜਾਂਦਾ ਪਾਠ 2 ਕੁਦਰਤੀ ਸਾਧਨ। ਠੀਕ ਹੈ, ਭਾਰਤ ਦਾ ਲਗਭਗ ਕਿੰਨੇ ਪ੍ਰਤੀਸ਼ਤ ਹਿੱਸਾ ਜਿਹੜਾ ਪਰਬਤੀ ਜਾਂ ਜਿਹਨੂੰ ਆਪਾਂ ਕਹਿੰਦੇ ਪਹਾੜੀ ਹੇਠ ਹੈਗਾ? 30%। ਠੀਕ ਹੈ, ਕਿੰਨਾ ਪਰਸੈਂਟ ਹਿੱਸਾ? 30%। ਭੂਮੀ, ਪਾਣੀ, ਮਿੱਟੀ, ਬਨਸਪਤੀ ਅਤੇ ਖਣਿਜ ਪਦਾਰਥ ਆਦਿ ਦੇ ਰੂਪ ਵਿੱਚ ਮਿਲੇ ਕੁਦਰਤੀ ਖਜ਼ਾਨਿਆਂ ਨੂੰ ਡੈਸ਼ ਦਾ ਨਾਂ ਦਿੱਤਾ ਗਿਆ ਹੈ? ਕੁਦਰਤੀ ਸਾਧਨ ਦਾ ਨਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਧਰਾਤਲੀ ਰੂਪ ਨਹੀਂ ਹੈ? ਕਿਹੜਾ ਹੈ ਨਹੀਂ? ਸਮੁੰਦਰ। ਭਾਰਤ ਦਾ ਖੇਤਰਫਲ ਕਿੰਨਾ ਹੈਗਾ ਜੀ? ਇੱਥੇ ਲਿਖਿਆ ਹੋਇਆ ਵਰਗ ਕਿਲੋਮੀਟਰ ਹੈ। ਇਹ ਕੀ ਹੈਗਾ? ਠੀਕ ਹੈ, ਹੁਣ ਆਉਂਦਾ ਆ ਭਾਰਤ ਦੇ ਕੁੱਲ ਖੇਤਰਫਲ ਡੈਸ਼ ਪ੍ਰਤੀਸ਼ਤ ਭਾਗ ਮੈਦਾਨੀ ਹੈ। ਭਾਰਤ ਜਿਹੜਾ ਕੁੱਲ ਖੇਤਰਫਲ ਉਹਦਾ ਕਿੰਨਾ ਪ੍ਰਤੀਸ਼ਤ ਜਿਹੜਾ ਕਿ ਹਿੱਸਾ ਮੈਦਾਨੀ ਹੈਗਾ ਉਹ ਕਿੰਨਾ ਹੈਗਾ? 43%। ਠੀਕ ਹੈ, ਓਕੇ ਬੱਚੇ।
ਨੈਕਸਟ ਦੇਖਦੇ ਹਾਂ, ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਜਿਹੜਾ ਜੰਗਲਾਂ ਦੇ ਹੇਠ ਹੈਗਾ, ਕਿੰਨਾ ਹੈਗਾ ਜੀ 22%, 22.2%। ਭਾਰਤ ਵਿੱਚ ਬਿਜਾਈ ਹੇਠ ਭੂਮੀ ਕੁੱਲ ਕਿੰਨੇ ਰਕਬੇ ਦਾ ਪ੍ਰਤੀਸ਼ਤ ਹਿੱਸਾ ਹੈ, ਕਿੰਨਾ ਹੈਗਾ 46, ਠੀਕ ਹੈ। ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਹੋਈ ਮਿੱਟੀ ਨੂੰ ਆਪਾਂ ਕੀ ਕਹਿੰਦੇ ਬੱਚਿਓ, ਜਲੋੜ੍ਹੀ ਮਿੱਟੀ। ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਮਾਦਾ ਆਦਿ ਤੱਤਾਂ ਦੀ ਘਾਟ ਕਿਸ ਮਿੱਟੀ ਵਿੱਚ ਹੁੰਦੀ ਹੈ, ਇਹ ਹੁੰਦੀ ਹੈ ਜੀ ਲਾਲ ਮਿੱਟੀ ਦੇ ਵਿੱਚ। ਕਿਹੜੀ ਮਿੱਟੀ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ, ਕਿਹੜੀ ਪਾਈ ਜਾਂਦੀ ਹੈ ਉੱਥੇ, ਲੈਟਰਾਈਟ ਮਿੱਟੀ। ਹਾਂਜੀ ਅੱਗੇ ਜੀ, ਕਿਹੜੇ ਪੰਛੀ ਵੱਡੀ ਗਿਣਤੀ ਵਿੱਚ ਸਰਦੀਆਂ ਦੇ ਮੌਸਮ ਵਿੱਚ ਸਾਈਬੇਰੀਆ ਤੋਂ ਚੀਨ ਆਦਿ ਭਾਰਤ ਆਉਂਦੇ ਹਨ, ਕਿਹੜੇ ਹੁੰਦੇ ਨੇ ਉਹ, ਪ੍ਰਵਾਸੀ ਪੰਛੀ, ਠੀਕ ਹੈ। ਕਿਸ ਭੂਮੀ ਦੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਇਸ ਨੂੰ 1 ਤੋਂ 5 ਸਾਲ ਦੇ ਲੰਬੇ ਸਮੇਂ ਤੱਕ ਖਾਲੀ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਇਹ ਭੂਮੀ ਆਪਣੀ ਗੁਆਚੀ ਹੋਈ ਸ਼ਕਤੀ ਦੁਬਾਰਾ ਗ੍ਰਹਿਣ ਕਰ ਸਕੇ, ਠੀਕ ਹੈ। ਉਹ ਕਿਹੜੀ ਭੂਮੀ ਜਾਂ ਫਿਰ ਖੇਤੀ ਹੈਗੀ ਆ, ਠੀਕ ਹੈ। ਤਾਂ ਇਹ ਕੀ ਹੈਗਾ, ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਮਿੱਟੀ ਨਵਿਆਉਣਯੋਗ ਅਤੇ ਅਜੈਵਿਕ ਸਾਧਨ ਹੈ, ਇੱਕ ਹੈਗਾ ਠੀਕ। ਸਾਡੇ ਦੇਸ਼ ਅੰਦਰ ਸਭ ਤੋਂ ਜ਼ਿਆਦਾ ਮਾਤਰਾ ਕਿਹੜੀ ਮਿੱਟੀ ਦੀ ਪਾਈ ਜਾਂਦੀ ਹੈ ਜੀ, ਜਲੋੜ੍ਹੀ ਮਿੱਟੀ ਦੀ। ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ, 1952 ਈਸਵੀ ਦੇ ਵਿੱਚ। ਕਿਸ ਮਿੱਟੀ ਵਿੱਚ ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ, ਠੀਕ ਹੈ, ਕਿਹੜੀ ਹੁੰਦੀ ਹੈ, ਮਾਰੂਥਲੀ ਮਿੱਟੀ। ਗੰਗਾ ਬ੍ਰਹਮਪੁੱਤਰ ਡੈਲਟਾ ਨੂੰ ਸਮੁੰਦਰਬਨ ਡੈਲਟਾ ਕਿਉਂ ਕਿਹਾ ਜਾਂਦਾ ਹੈ, ਹਾਂਜੀ ਸਮੁੰਦਰੀ ਨਾਂ ਦੇ ਦਰਖਤ ਜ਼ਿਆਦਾ ਹੋਣ ਕਾਰਨ, ਠੀਕ ਹੈ। ਕੀ ਇਹਦਾ ਆਨਸਰ ਹੋ ਜਾਊਗਾ, ਸਮੁੰਦਰੀ ਨਾਂ ਦੇ ਦਰਖਤ ਜ਼ਿਆਦਾ ਹੋਣ ਕਾਰਨ। ਦੱਖਣੀ ਭਾਰਤ ਦੇ ਪੱਛਮ ਤੱਟ ਬੰਗਾਲ ਅਤੇ ਅਸਾਮ ਦੇ ਉੱਤਰ ਪੂਰਬ ਵਿੱਚ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ, ਕਿਹੜੀ ਪਾਈ ਜਾਂਦੀ ਹੈ ਬਨਸਪਤੀ, ਸਦਾਬਹਾਰ, ਠੀਕ ਹੈ। ਹੁਣ ਤੱਕ ਦੇਸ਼ ਵਿੱਚ ਕਿੰਨੇ ਕੌਮੀ ਪਾਰਕ ਅਤੇ ਜੰਗਲੀ ਜੀਵਾਂ ਦੀਆਂ ਪਨਾਹਗਾਹਾਂ ਹਨ, ਕਿੰਨੀਆਂ ਹਨ, 99 ਕੌਮੀ ਪਾਰਕ, ਠੀਕ ਹੈ, 89 ਕੌਮੀ ਪਾਰਕ ਨੇ, ਠੀਕ ਹੈ। 490 ਜੰਗਲੀ ਜੀਵ ਪਨਾਹਗਾਹਾਂ, ਠੀਕ ਹੈ, 490 ਜੰਗਲੀ ਜੀਵਾਂ ਵਾਲੀ ਪਨਾਹਗਾਹਾਂ ਹੈਗੀਆਂ, ਠੀਕ ਹੈ। ਭਾਰਤ ਵਿੱਚ ਕਿੰਨੇ ਕਿਸਮ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ, ਠੀਕ ਹੈ, 6 ਕਿਸਮ ਦੀਆਂ। ਹੁਣ ਆ ਗਿਆ ਪਾਠ ਨੰਬਰ 3, ਖਣਿਜ ਅਤੇ ਊਰਜਾ ਸਾਧਨ, ਠੀਕ ਹੈ ਬੱਚੇ। ਭਾਰਤ ਦੇ ਸਿੰਘਭੂਮ ਖੇਤਰ ਵਿੱਚ ਕਿਹੜਾ ਖਣਿਜ ਪਾਇਆ ਜਾਂਦਾ ਹੈ, ਕਿਹੜਾ ਮਿਲਦਾ ਹੈ ਜੀ, ਕੱਚਾ ਲੋਹਾ। ਭਾਰਤ ਦੇ ਰਤਨਾਗਿਰੀ ਖੇਤਰ ਵਿੱਚ ਕਿਹੜਾ ਖਣਿਜ ਪਦਾਰਥ ਮਿਲਦਾ ਹੈਗਾ ਜੀ, ਰਤਨਾਗਿਰੀ ਦੇ ਵਿੱਚ, ਹਾਂਜੀ ਦੇਖੀਏ ਕੀ ਮਿਲਦਾ, ਹਾਂਜੀ ਕੀ ਮਿਲਦਾ ਜੀ, ਮੈਗਨੀਜ਼। ਅੱਗੇ ਦੇਖਦੇ ਹਾਂ, ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ ਜੀ, ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ ਜੀ, ਦੱਖਣੀ ਅਫਰੀਕਾ, ਕਿਹੜਾ ਹੈ ਜੀ, ਦੱਖਣੀ ਅਫਰੀਕਾ। ਕੋਲੇ ਦੀਆਂ 4 ਕਿਸਮਾਂ ਵਿੱਚੋਂ ਸਭ ਤੋਂ ਵਧੀਆ ਕਿਸਮ ਕਿਹੜੀ ਕੋਲੇ ਦੀ ਹੁੰਦੀ ਹੈ ਜੀ, ਐਂਥਰੇਸਾਈਟ ਦੀ। ਕਿਹੜੇ ਖਣਿਜ ਦੀ ਵਰਤੋਂ ਕੰਡੈਂਸਰ, ਇਨਸੂਲੇਟਰ, ਬਿਜਲੀ ਦੀਆਂ ਪ੍ਰੈਸਾਂ ਅਤੇ ਕੁਚਾਲਕਾਂ ਵਜੋਂ ਕੀਤੀ ਜਾਂਦੀ ਹੈ, ਅਬਰਕ ਦੀ। ਕਿਸ ਖਣਿਜ ਪਦਾਰਥ ਦੀ ਵਰਤੋਂ ਬਲੀਚਿੰਗ ਪਾਊਡਰ, ਕੀੜੇ ਮਾਰ ਦਵਾਈਆਂ, ਪੇਂਟ ਅਤੇ ਬੈਟਰੀਜ਼ ਆਦਿ ਵਿੱਚ ਕੀਤੀ ਜਾਂਦੀ ਹੈ, ਮੈਗਨੀਜ਼ ਦੀ। ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਬਾਕਸਾਈਟ ਪੈਦਾ ਕਰਦਾ ਹੈ, ਉੜੀਸਾ। ਭਾਰਤ ਦੇਸ਼ ਦੇ ਸੰਸਾਰ ਕਿੰਨੇ ਪ੍ਰਤੀਸ਼ਤ ਕੱਚਾ ਲੋਹਾ ਪੈਦਾ ਕਰਦਾ ਹੈ, 5.55%, ਠੀਕ ਹੈ। ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਸੋਨਾ ਪੈਦਾ ਕਰਦਾ ਹੈ, ਭਾਰਤ ਦਾ ਜਿਹੜਾ ਕਿਹੜਾ ਰਾਜ ਹੈਗਾ ਉਹ ਸਭ ਤੋਂ ਵੱਧ ਸੋਨਾ ਪੈਦਾ ਕਰਦਾ ਹੈ, ਕਰਨਾਟਕ। ਅਤੇ ਜੇ ਆਪਾਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਕਿਹੜਾ ਹੈਗਾ, ਦੇਸ਼ ਦਾ ਦੱਖਣੀ ਅਫਰੀਕਾ। ਸੰਸਾਰ ਦਾ ਸਭ ਤੋਂ ਵੱਡਾ ਯੂਰੇਨੀਅਮ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ, ਠੀਕ ਹੈ, ਯੂਰੇਨੀਅਮ ਜਿਹੜਾ ਕਿ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ, USA। ਕੱਚਾ ਤੇਲ, ਕੁਦਰਤੀ ਗੈਸ ਅਤੇ ਬਿਜਲੀ ਆਦਿ ਕਿਸ ਤਰ੍ਹਾਂ ਦੇ ਊਰਜਾ ਸਾਧਨ ਹਨ, ਕਿਸ ਤਰ੍ਹਾਂ ਦੇ, ਹਾਂਜੀ ਊਰਜਾ ਦੇ ਰਵਾਇਤੀ ਸਾਧਨ। ਕਿਹੜਾ ਦੇਸ਼ ਸੰਸਾਰ ਦੀ ਸਭ ਤੋਂ ਜ਼ਿਆਦਾ ਕੁਦਰਤੀ ਗੈਸ ਪੈਦਾ ਕਰਦਾ ਹੈ, USA, ਠੀਕ ਹੈ, ਪੈਦਾ ਕਰਦਾ ਹੈਗਾ। ਅਤੇ ਜਿਹੜਾ ਕਿ ਯੂਰੇਨੀਅਮ ਉਹ ਵੀ USA ਹੀ ਪੈਦਾ ਕਰਦਾ ਆ ਭਾਰਤ ਦੇ ਪੂਰੇ ਸੰਸਾਰ ਵਿੱਚੋਂ। ਭਾਰਤ ਪੂਰੇ ਸੰਸਾਰ ਦੇ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰਦਾ ਹੈ, ਕਿੰਨਾ ਕਰ ਰਿਹਾ ਹੈ, 1%। ਭਾਰਤ ਦਾ ਕਿਹੜਾ ਰਾਜ ਜਿਹੜਾ ਪਣ ਬਿਜਲੀ ਤਿਆਰ ਨਹੀਂ ਕਰਦਾ, ਭਾਰਤ ਦਾ ਕਿਹੜਾ ਰਾਜ ਹੈ ਜਿਹੜਾ ਪਣ ਬਿਜਲੀ ਤਿਆਰ ਨਹੀਂ ਕਰਦਾ, ਗੋਆ। ਨੈਕਸਟ, ਹੀਰਾਕੁੰਡ ਡੈਮ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ, ਹਾਂਜੀ
ਉੜੀਸਾ ਵਿੱਚ। ਡੈਮ ਜਾਂ ਪ੍ਰੋਜੈਕਟ ਜੋ ਪਣ ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ ਉਹਨਾਂ ਨੂੰ ਬਹੁਉਦੇਸ਼ੀ ਪ੍ਰੋਜੈਕਟ ਵੀ ਕਿਹਾ ਜਾਂਦਾ ਹੈ। ਕੀ ਹੈਗਾ ਜੀ? ਠੀਕ ਹੈ। ਅੱਗੇ ਆ ਗਿਆ ਪਾਠ 4 ਸਾਡੀ ਖੇਤੀਬਾੜੀ। ਠੀਕ ਹੈ। ਜਦੋਂ ਥੋੜ੍ਹੀ ਜ਼ਮੀਨ ਵਿੱਚ ਖਾਦਾਂ ਅਤੇ ਸਿੰਚਾਈ ਸਾਧਨਾਂ ਦੀ ਪੂਰੀ ਵਰਤੋਂ ਕਰਕੇ ਜ਼ਿਆਦਾ ਝਾੜ ਲਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਖੇਤੀ ਨੂੰ ਆਪਾਂ ਕੀ ਕਹਿੰਦੇ ਹਾਂ? ਸੰਘਣੀ ਖੇਤੀ। ਅਤੇ ਇਸ ਤਰ੍ਹਾਂ ਦੀ ਖੇਤੀ ਕਿੱਥੇ ਹੁੰਦੀ ਹੈ? ਸਾਡੇ ਪੰਜਾਬ ਵਿੱਚ ਹੁੰਦੀ ਹੈ। ਠੀਕ ਹੈ। ਕਿਹੜੀ ਖੇਤੀ ਮਸ਼ੀਨਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਕੀਤੀ ਜਾਂਦੀ ਹੈ? ਵਿਸ਼ਾਲ ਖੇਤੀ। ਠੀਕ ਹੈ। ਇਹ ਵੱਡੇ ਵੱਡੇ ਦੇਸ਼ਾਂ ਵਿੱਚ ਹੁੰਦੀ ਹੈ, ਜਿੱਦਾਂ ਕਿ USA, ਅਮਰੀਕਾ। ਠੀਕ ਹੈ। ਬਾਹਰਲੇ ਦੇਸ਼ਾਂ ਵਿੱਚ ਹੁੰਦੀ ਹੈ ਵਿਸ਼ਾਲ ਖੇਤੀ। ਕਿਸ ਖੇਤੀ ਵਿੱਚ ਫਸਲਾਂ, ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਨਾਲ ਨਾਲ ਪਸ਼ੂ ਪਾਲਣ, ਮੱਛੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਦੀ ਵੀ ਪਾਲਣ ਦਾ ਕੰਮ ਹੁੰਦਾ ਹੈ? ਕਿਹੜੀ ਹੁੰਦੀ ਉਹ? ਮਿਸ਼ਰਤ ਖੇਤੀ। ਕਿਹੜੀ ਖੇਤੀ ਵਿੱਚ ਫਸਲ ਨੂੰ ਬਾਗ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ ਅਤੇ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ, ਜਿਵੇਂ ਕਿ ਚਾਹ, ਕੌਫੀ, ਨਾਰੀਅਲ, ਰਬੜ ਆਦਿ। ਠੀਕ ਹੈ। ਬਗਾਤੀ ਖੇਤੀ। ਠੀਕ ਹੈ। ਜਿੱਥੇ ਆ ਗਿਆ ਬਾਗ ਯਾਨੀ ਕਿ ਬਗਾਤੀ ਖੇਤੀ। ਠੀਕ ਹੈ। ਫੁੱਲਾਂ ਦੇ ਫਸਲਾਂ ਨੂੰ ਜਿਹੜਾ ਕਿ ਫੁੱਲਾਂ ਦੇ ਬਾਗ ਵਾਂਗੂ ਲਗਾਉਂਦੇ, ਤਾਂ ਉੱਥੇ ਕੀ ਆ ਜਾਊਗਾ? ਬਗਾਤੀ ਖੇਤੀ। ਤੁਸੀਂ ਇਸ ਯਾਦ ਰੱਖਣਾ। ਕਪਾਹ, ਪਟਸਨ ਅਤੇ ਸਣ ਕਿਸ ਕਿਸਮ ਦੀਆਂ ਫਸਲਾਂ ਹਨ? ਕਿਹੜੀਆਂ ਕਿਸਮ ਦੀਆਂ ਫਸਲਾਂ ਹਨ? ਰੇਸ਼ੇਦਾਰ ਫਸਲਾਂ। ਖੇਤ ਵਿੱਚ ਚਾਵਲ ਲਗਾਉਣ ਤੋਂ ਪਹਿਲਾਂ ਉਸ ਨੂੰ ਵਾਹ ਕੇ, ਪਾਣੀ ਲਾ ਕੇ, ਸੁਹਾਗਾ ਆਦਿ ਮਾਰ ਕੇ ਤਿਆਰ ਕਰਨ ਦੀ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਕੱਦੂ ਕਰਨਾ। ਮੱਕੀ ਦੀ ਉਤਪਤੀ ਕਿਹੜੇ ਦੇਸ਼ ਵਿੱਚ ਹੋਈ ਸੀਗੀ? ਸੰਯੁਕਤ ਰਾਜ ਅਮਰੀਕਾ ਵਿੱਚ। ਗਲੂਕੋਜ਼, ਸਟਾਰਚ ਅਤੇ ਐਲਕੋਹਲ ਕਿਹੜੀ ਅਨਾਜ ਫਸਲ ਤੋਂ ਤਿਆਰ ਕੀਤਾ ਜਾਂਦਾ ਹੈ? ਮੱਕੀ ਤੋਂ। ਕਿਸ ਦੇਸ਼ ਦੇ ਲੰਬੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ? ਕਿਹੜਾ ਹੈਗਾ? ਮਿਸਰ। ਕੌਫੀ ਦੀ ਸ਼ੁਰੂਆਤ ਕਿਹੜੇ ਦੇਸ਼ ਤੋਂ ਹੋਈ ਸੀ? ਠੀਕ ਹੈ। ਕੌਫੀ ਦੀ ਜਿਹੜੀ ਸ਼ੁਰੂਆਤ ਉਹ ਕਿਹੜੇ ਦੇਸ਼ ਤੋਂ ਹੋਈ ਸੀਗੀ? ਹਾਂਜੀ, ਇਥੋਪੀਆ। ਠੀਕ ਹੈ। ਦੇਸ਼ ਦਾ ਨਾਮ ਹੈਗਾ ਇਥੋਪੀਆ। ਯਾਦ ਰੱਖਣਾ, ਇਥੋਪੀਆ। ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਕੌਫੀ ਦਾ ਉਤਪਾਦਨ ਕਰਦਾ ਹੈ? ਕਿਹੜਾ ਹੈਗਾ? ਕਰਨਾਟਕ। ਅਰੈਬਿਕਾ, ਲਾਈਬੇਰੀਕਾ ਅਤੇ ਰੋਬਸਟਾ ਡੈਸ਼ ਦੀਆਂ ਮੁੱਖ ਫਸਲਾਂ ਹਨ? ਠੀਕ ਹੈ। ਕਿਹੜੀਆਂ? ਕੌਫੀ ਦੀਆਂ ਹਨ। ਠੀਕ ਹੈ। ਚਾਹ ਦੇ ਪੌਦਿਆਂ ਦੀ ਜੜ੍ਹਾਂ ਵਿੱਚ ਵਰਖਾ ਦਾ ਪਾਣੀ ਖੜਾ ਹੋਣਾ ਚਾਹੀਦਾ ਹੈ? ਇਹ ਕੀ ਹੈਗਾ? ਗਲਤ। ਠੀਕ ਹੈ। ਚਾਹ ਦੇ ਜਿਹੜੇ ਪੌਦੇ ਜੜ੍ਹਾਂ ਵਿੱਚ ਪਾਣੀ ਵਰਖਾ ਦਾ ਉਹ ਖੜਾ ਨਹੀਂ ਹੋਣਾ ਚਾਹੀਦਾ। ਇੱਕ ਪਰਿਵਾਰ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਸੀ। 2 ਸਾਲ ਬਾਅਦ ਉਹ ਨਵੀਂ ਥਾਂ 'ਤੇ ਚਲੇ ਗਏ ਅਤੇ ਉੱਥੋਂ ਜੰਗਲ ਸਾਫ਼ ਕਰਕੇ ਖੇਤੀਬਾੜੀ ਕਰਨੀ ਸ਼ੁਰੂ ਕਰਤੀ। ਦੱਸੋ ਉਹ ਕਿਹੜੀ ਕਿਸਮ ਦੀ ਖੇਤੀ ਕਰਦੇ ਹਨ? ਠੀਕ ਹੈ। ਸਥਾਨਾਂਤਰੀ ਖੇਤੀ ਜਾਂ ਫਿਰ ਉਹਨੂੰ ਆਪਾਂ ਝੂਮ ਖੇਤੀ ਕਰਦੇ ਹਾਂ। ਸਥਾਨਾਂਤਰ ਹੁੰਦੀ ਕਿਸੇ ਇੱਕ ਜਗ੍ਹਾ 'ਤੇ ਟਿਕ ਕੇ ਖੇਤੀ ਨਹੀਂ ਕਰਨੀ, ਕਦੀ ਇੱਧਰ ਕਰਨੀ ਅਤੇ ਕਦੀ ਕਿਸੇ ਹੋਰ ਪਾਸੇ ਕਰਨੀ ਖੇਤੀ। ਕਿਹੜੀ ਫਸਲ ਪੈਦਾ ਕਰਨ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ? ਕਿਹੜੀ ਫਸਲ ਹੁੰਦੀ ਉਹ? ਚਾਵਲ। ਕਿਹੜੀ ਬਨਸਪਤੀ ਵਿੱਚ ਕਈ ਕਿਸਮ ਦੇ ਫੁੱਲ ਅਤੇ ਪੌਦੇ ਆਪਣੇ ਆਪ ਹੀ ਉੱਗ ਜਾਂਦੇ ਹਨ? ਉਹ ਕਿਹੜੀ ਬਨਸਪਤੀ ਹੈਗੀ? ਕੁਦਰਤੀ ਬਨਸਪਤੀ। ਹੁਣ ਆ ਜਾਂਦਾ ਪਾਠ ਨੰਬਰ 5 ਬੈਂਕ ਅਤੇ ਬੈਂਕਿੰਗ ਗਤੀਵਿਧੀਆਂ। ਭਾਰਤੀ ਰਿਜ਼ਰਵ ਬੈਂਕ ਐਕਟ 1934 ਦੇ ਦੂਜੇ ਅਨੁਸੂਚੀ ਵਿੱਚ ਸ਼ਾਮਿਲ ਬੈਂਕਾਂ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ। ਜਿੱਥੇ ਅਨੁਸੂਚੀ ਆ ਗਈ ਯਾਨੀ ਕਿ ਅਨੁਸੂਚਿਤ ਬੈਂਕ। ਬੈਂਕਾਂ ਜੋ ਹੋਰ ਕਿਸਮ ਦੇ ਬੈਂਕਿੰਗ ਕਾਰੋਬਾਰ ਜਿਸ ਵਿੱਚ ਵਿੱਤ ਅਤੇ ਵਪਾਰ ਸ਼ਾਮਿਲ ਹਨ ਨੂੰ ਸੰਭਾਲਦੇ ਹਨ, ਕੀ ਕਹਾਉਂਦੇ ਹਨ? ਵਪਾਰਕ ਬੈਂਕ। ਡੈਸ਼ ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਹੈ। ਜਿਹੜਾ ਹੈਗਾ ਖੇਤਰੀ ਪੇਂਡੂ ਬੈਂਕ। ਕਿਹੜੇ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ? ਠੀਕ ਹੈ। ਕਿਹੜੇ ਹੁੰਦੇ? ਜਨਤਕ। ਠੀਕ ਹੈ। ਜਨਤਕ ਤਾਂ ਮਤਲਬ ਲੋਕਾਂ ਦਾ ਹੀ ਹੁੰਦਾ। ਠੀਕ ਹੈ। ਫਿਰ ਇਹ ਜਨਤਕ ਖੇਤਰ ਦੇ। ਡੈਸ਼ ਮੂਲੋਂ ਵਿਦੇਸ਼ੀ ਬੈਂਕ ਹਨ ਅਤੇ ਉਹਨਾਂ ਦਾ ਮੁੱਖ ਦਫ਼ਤਰ ਉਹਨਾਂ ਦੇ ਮੂਲ ਸਥਾਨਾਂ 'ਤੇ ਸਥਿਤ ਹੈਗਾ। ਠੀਕ ਹੈ। ਇਹ ਵੀ ਹੋ ਜਾਊਗਾ ਵਿਦੇਸ਼ੀ ਬੈਂਕ। ਇੱਕ ਡੈਸ਼ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਬੈਂਕ ਦੇ ਖਾਤੇ ਵਿੱਚੋਂ ਭੁਗਤਾਨ ਦਾ ਆਦੇਸ਼ ਦਿੰਦਾ ਹੈ। ਠੀਕ ਹੈ। ਕਿਹੜਾ ਹੁੰਦਾ ਹੈ? ਚੈੱਕ। ਡੈਸ਼ ਚੈੱਕ ਨੂੰ ਫੰਡ ਲੈਣ ਵਾਲੇ ਖਾਤੇ ਤੱਕ ਤੋਰਨ ਵਿੱਚ ਸਹਾਈ ਹੁੰਦਾ ਹੈ। ਹਾਂਜੀ, ਕੀ ਹੈਗਾ? MICR ਕੋਡ। ਕਿਹੜਾ ਕੋਡ? MICR ਕੋਡ। ਨੈਕਸਟ ਆ ਗਿਆ ਇੱਕ 11 ਅੱਖਰਾਂ ਦਾ ਜਿਹੜਾ ਕੋਡ ਹੁੰਦਾ ਹੈਗਾ ਜੋ ਕਿ ਬੈਂਕ ਅਤੇ ਉਸ ਦੀ ਸ਼ਾਖਾ ਦੀ ਪਛਾਣ ਕਰਾਉਂਦਾ ਹੈਗਾ ਅਤੇ ਉਹਨੂੰ ਕੀ ਕਹਿੰਦੇ ਆਪਾਂ? IFSC ਕੋਡ। ਆਮ ਤੌਰ 'ਤੇ ਬੈਂਕਾਂ ਕੋਲ ਕਿੰਨੇ ਕਿਸਮ ਦੇ ਖਾਤੇ ਹੁੰਦੇ ਹਨ? 4 ਕਿਸਮ ਦੇ ਹੁੰਦੇ ਹਨ। ਠੀਕ ਹੈ। ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮਕਾਰ ਸੰਬੰਧੀ ਖੁੱਲ੍ਹੇ ਖਾਤੇ ਨੂੰ ਆਪਾਂ ਕੀ ਕਹਿੰਦੇ ਹਾਂ? ਕਰੰਟ ਖਾਤਾ।
ਬੈਂਕਾਂ ਵਿੱਚ ਸਭ ਤੋਂ ਲੋਕਪ੍ਰਿय ਖਾਤਾ ਕਿਹੜਾ ਹੁੰਦਾ ਹੈਗਾ? ਸੇਵਿੰਗ ਅਕਾਊਂਟ। ਠੀਕ ਹੈ, ਕਿਉਂ ਸੇਵਿੰਗ ਅਕਾਊਂਟ ਹੁੰਦਾ? ਕਿਉਂਕਿ ਇਸ ਵਿੱਚ ਜਿਹੜਾ ਕਿ ਬੈਂਕ ਆ ਉਹ ਆਪਣੇ ਵੱਲੋਂ ਵਿਆਜ ਅਦਾ ਕਰਦਾ ਹੈ। ਠੀਕ ਹੈ, ਕੋਈ ਨਾਬਾਲਿਗ ਆਪਣੇ ਪੱਧਰ 'ਤੇ ਕਿਹੜੀ ਉਮਰ ਮਗਰੋਂ ਜਿਹੜਾ ਕਿ ਬੈਂਕ ਖਾਤਾ ਬਚਤ ਖਾਤਾ ਖੁਲਵਾ ਸਕਦਾ ਹੈ? ਠੀਕ ਹੈ, ਸੇਵਿੰਗ ਅਕਾਊਂਟ ਖੁਲਵਾ ਸਕਦਾ ਹੈ। ਠੀਕ ਹੈ, ਕਿ 10 ਸਾਲ। ਜੇ ਕੋਈ ਵਿਅਕਤੀ ਕਿਸੇ ਖਾਸ ਮਿਆਦ ਲਈ ਖਾਸ ਧਨ ਜਮ੍ਹਾਂ ਕਰਨਾ ਚਾਹੇ ਤਾਂ ਉਸ ਨੂੰ ਕਿਹੜਾ ਖਾਤਾ ਖੁਲਵਾਉਣਾ ਚਾਹੀਦਾ ਹੈ? ਰਿਕੁਆਇਰਿੰਗ ਡਿਪੋਜ਼ਿਟ ਅਕਾਊਂਟ। ਠੀਕ ਹੈ, ਮਿਆਦੀ ਖਾਤਾ ਜਾਂ ਫਿਰ ਕਹਿ ਸਕਦੇ ਆਪਾਂ ਫਿਕਸਡ ਡਿਪੋਜ਼ਿਟ ਅਕਾਊਂਟ। ਠੀਕ ਹੈ, ਇਹ ਕੋਈ ਹੈਗਾ ਰਿਕੁਆਇਰਿੰਗ ਡਿਪੋਜ਼ਿਟ ਅਕਾਊਂਟ ਨੂੰ ਵੀ ਆਪਾਂ ਜਿਹੜਾ ਕਿ ਫਿਕਸਡ ਡਿਪੋਜ਼ਿਟ ਅਕਾਊਂਟ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਆਉਂਦਾ ਇੱਕ ਵਾਰ ਕੁਝ ਰਕਮ ਜਮ੍ਹਾਂ ਕਰਵਾ ਕੇ ਨਿਸ਼ਚਿਤ ਸਮੇਂ ਲਈ ਖੋਲ੍ਹੇ ਜਾਣ ਵਾਲੇ ਖਾਤੇ ਨੂੰ ਆਪਾਂ ਕੀ ਕਹਿੰਦੇ ਹਾਂ? ਫਿਕਸਡ ਡਿਪੋਜ਼ਿਟ। ਠੀਕ ਹੈ, ਇਹ ਵੀ ਉਹੀ ਆਨਸਰ ਹੋ ਗਿਆ। ਫਿਕਸਡ ਡਿਪੋਜ਼ਿਟ ਹੁੰਦਾ ਕਿ ਵੈਸੇ FD ਅਕਾਊਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ FD। ਅੱਗੇ ਆ ਜਾਂਦਾ ਡੈਸ਼ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਰਾਹੀਂ ਕਿਸੇ ਇੱਕ ਬੈਂਕ ਦੇ ਗ੍ਰਾਹਕ ਦੇ ਖਾਤੇ ਵਿੱਚੋਂ ਦੂਜੇ ਬੈਂਕ ਦੇ ਗਾਹਕਾਂ ਦੇ ਖਾਤੇ ਲਈ ਪੈਸੇ ਭੇਜਣ ਲਈ ਇਲੈਕਟ੍ਰੋਨਿਕ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਹਾਂਜੀ, ਉਹ ਕੀ ਹੈਗਾ? RTGS। ਠੀਕ ਹੈ, RTGS ਰਾਹੀਂ ਘੱਟੋ ਘੱਟ ਕਿੰਨੀ ਰਕਮ ਅਦਾ ਕੀਤੀ ਜਾਂਦੀ ਹੈ? ਘੱਟੋ ਘੱਟ 2 ਲੱਖ। ਮੋਬਾਈਲ ਬੈਂਕਿੰਗ ਨੂੰ SMS ਬੈਂਕਿੰਗ ਵੀ ਕਿਹਾ ਜਾਂਦਾ ਹੈ। ਇਹ ਕੀ ਹੈਗਾ? ਸਹੀ। ਨੈਕਸਟ ਦੇਖਦੇ ਹਾਂ ਬੱਚਿਓ। ਹਾਂਜੀ, ਭਾਰਤ ਦੇ ਕਿਹੜੇ ਬੈਂਕ ਨੂੰ ਬੈਂਕ ਦਾ ਬੈਂਕਰ ਕਿਹਾ ਜਾਂਦਾ ਹੈ ਜਿਸ ਦਾ ਕੰਮ ਕਰੰਸੀ ਨੋਟ ਜਾਰੀ ਕਰਨਾ, ਅੰਤਰਰਾਸ਼ਟਰੀ ਮੁਦਰਾ ਭੰਡਾਰ ਦੀ ਰਖਵਾਲੀ ਕਰਨਾ ਅਤੇ ਦੇਸ਼ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ? ਇਹ ਕਿਹੜੀ ਹੈਗੀ? ਭਾਰਤੀ ਰਿਜ਼ਰਵ ਬੈਂਕ। ਠੀਕ ਹੈ, ਭਾਰਤੀ ਰਿਜ਼ਰਵ ਬੈਂਕ। ਹੁਣ ਆ ਜਾਂਦਾ RTGS ਦਾ ਪੂਰਾ ਨਾਮ ਕੀ ਹੈਗਾ? RTGS ਦਾ ਪੂਰਾ ਨਾਮ ਕੀ ਹੁੰਦਾ ਹੈ? ਰੀਅਲ ਟਾਈਮ ਗ੍ਰੋਸ ਸੈਟਲਮੈਂਟ। ਠੀਕ ਹੈ, ਰੀਅਲ ਟਾਈਮ ਗ੍ਰੋਸ ਸੈਟਲਮੈਂਟ। ਠੀਕ ਹੈ, ਯਾਦ ਰੱਖਣਾ। ਪਾਠ ਨੰਬਰ 6 ਆ ਜਾਂਦਾ ਆਫਤ ਪ੍ਰਬੰਧਨ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ? ਕਿਹੜੀ ਨਹੀਂ ਹੈਗੀ? ਮਹਾਮਾਰੀ। ਬੱਚੋ, ਇਹ ਇੰਪੋਰਟੈਂਟ ਕੁਐਸਚਨਸ ਨੇ, ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਕਰਨਾ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਆਫਤ ਮਨੁੱਖੀ ਆਫਤ ਨਹੀਂ ਹੁੰਦੀ? ਕਿਹੜੀ ਹੈ? ਭੂਮੀ ਦਾ ਖਿਸਕਣਾ। ਧਰਤੀ ਦੇ ਹਿੱਲਣ ਨੂੰ ਅਸੀਂ ਡੈਸ਼ ਦਾ ਨਾਂ ਦਿੰਦੇ ਹਾਂ? ਭੂਚਾਲ। ਡੈਸ਼ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ? ਹਾਂਜੀ, ਕਿਹਨੂੰ ਵਰਤਿਆ ਜਾਂਦਾ ਹੈ? ਰਿਕਟਰ ਪੈਮਾਨਾ। ਠੀਕ ਹੈ, ਰਿਕਟਰ ਪੈਮਾਨਾ। ਭੂਚਾਲ ਧਰਤੀ ਦੀ ਅੰਦਰਲੀ ਹਿਲਜੁਲ ਕਰਕੇ ਅਤੇ ਟੈਕਟੋਨਿਕ ਪਲੇਟਾਂ ਦੇ ਖਿਸਕਣ ਨਾਲ ਵੀ ਆਉਂਦੇ ਹਨ। ਇਹ ਕੀ ਹੈਗਾ? ਠੀਕ। ਭੂਚਾਲ ਰਿਕਾਰਡ ਕਰਨ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ? ਸਿਜ਼ਮੋਗ੍ਰਾਫ। ਭੂਚਾਲ ਨਾਲ ਕਿੰਨਾ ਨੁਕਸਾਨ ਹੋਇਆ ਇਸ ਨੂੰ ਮਾਪਣ ਲਈ ਡੈਸ਼ ਵਰਤਿਆ ਜਾਂਦਾ ਹੈ? ਕਿਹੜਾ ਪੈਮਾਨਾ ਵਰਤਿਆ ਜਾਂਦਾ ਹੈ? ਮਰਕਾਲੀ ਪੈਮਾਨਾ। ਠੀਕ ਹੈ, ਮਰਕਾਲੀ ਸਕੇਲ ਜਿਹਨੂੰ ਆਪਾਂ ਕਹਿੰਦੇ ਨੇ। ਡੈਸ਼ ਜਵਾਲਾਮੁਖੀ ਉਸ ਨੂੰ ਕਹਿੰਦੇ ਹਨ ਜਿਸ ਦਾ ਨਿਸ਼ਾਨਾ ਤਾਂ ਦਿਖਾਈ ਦਿੰਦਾ ਹੈ ਪਰੰਤੂ ਉਸਦੇ ਫਟਣ ਬਾਰੇ ਇਤਿਹਾਸ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ। ਉਹ ਕਿਹੜਾ ਹੁੰਦਾ? ਬੁੱਝਿਆ ਹੋਇਆ ਜਵਾਲਾਮੁਖੀ। ਡੈਸ਼ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜਿਹੜੀ ਕਿ ਭੂਚਾਲ ਜਵਾਲਾਮੁਖੀ ਦੇ ਧਰਤੀ ਦੇ ਖਿਸਕਣ ਨਾਲ ਆਉਂਦੀ ਤੋਂ ਪੈਦਾ ਹੁੰਦੀ ਹੈ? ਸੁਨਾਮੀ। ਹਾਂਜੀ, ਲਾਵਾ ਦੀ ਧਰਤੀ 'ਤੇ ਆਉਣ ਦੀ ਕਿਰਿਆ ਨੂੰ ਕਿਹਦਾ ਨਾਮ ਦਿੱਤਾ ਜਾਂਦਾ ਹੈ? ਜਵਾਲਾਮੁਖੀ ਦਾ। ਹੇਠ ਲਿਖਿਆਂ ਵਿੱਚੋਂ ਹੜ੍ਹਾਂ ਦੇ ਆਉਣ ਦੇ ਕੀ ਕਾਰਨ ਹਨ? ਠੀਕ ਹੈ, ਸੋਕਾ ਪੈ ਜਾਣਾ। ਕਿਹੜਾ ਨਹੀਂ ਹੈਗਾ? ਸੋਕਾ ਪੈ ਜਾਣਾ। ਠੀਕ ਹੈ, ਹੜ੍ਹ ਕਿੱਦਾਂ ਆ ਜਾਊਗੇ? ਜਦ ਉੱਥੇ ਪਾਣੀ ਨਹੀਂ ਹੋਊਗਾ। ਸੋਕਾ ਪੈਣਾ ਤਾਂ ਉਹੀ ਹੁੰਦਾ ਨਾ ਵੀ ਉੱਥੇ ਪਾਣੀ ਨਾ ਹੋਵੇ, ਤਾਂ ਜੇ ਹੜ੍ਹ ਆ ਗਏ ਤਾਂ ਫਿਰ ਸੋਕਾ ਕਿੱਦਾਂ ਪੈ ਸਕਦਾ? ਚੱਕਰਵਾਤ ਜਾਂ ਤੂਫਾਨ ਉਹ ਤੇਜ਼ ਹਵਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਗਤੀ ਡੈਸ਼ ਪ੍ਰਤੀ ਘੰਟਾ ਹੁੰਦੀ ਹੈ ਜਾਂ ਇਸ ਤੋਂ ਵੱਧ ਵੀ ਹੁੰਦੀ ਹੈ। ਸਹੀ ਕਿਹੜਾ ਹੈਗਾ? ਕਿੰਨੇ ਕਿਲੋਮੀਟਰ ਹੁੰਦੀ ਹੈ? ਠੀਕ ਹੈ ਬੱਚੋ, ਉਹ ਦੱਸਣਾ ਸੀਗਾ। 63 ਕਿਲੋਮੀਟਰ ਪ੍ਰਤੀ ਘੰਟਾ। ਠੀਕ ਹੈ, 63 ਕਿਲੋਮੀਟਰ ਪਰ ਆਵਰ। ਜਦੋਂ ਚੱਕਰਵਾਤ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫਤ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਬਾਹੀ ਮਚਾ ਦਿੰਦੇ ਹਨ। ਇਹ ਕੀ ਹੈਗਾ? ਠੀਕ। ਠੀਕ ਹੈ, ਭਾਰਤ ਵਿੱਚ ਚੱਕਰਵਾਤਾਂ ਨੂੰ ਕਿਹੜੇ ਨਾਂ ਨਾਲ ਨਹੀਂ ਜਾਣਿਆ ਜਾਂਦਾ? ਠੀਕ ਹੈ, ਭਾਰਤ ਵਿੱਚ ਚੱਕਰਵਾਤਾਂ ਨੂੰ ਹਰੀਕੇਨ ਦੇ ਨਾਂ ਨਾਲ ਨਹੀਂ ਜਾਣਿਆ ਜਾਂਦਾ। ਭਾਰਤ ਵਿੱਚ ਆਪਾਂ ਕੀ ਕਹਿੰਦੇ ਹਾਂ? ਝੱਖੜ ਕਹਿੰਦੇ ਹਾਂ, ਤੂਫਾਨ ਕਹਿੰਦੇ ਹਾਂ ਅਤੇ ਵਾਵਰੋਲਾ ਕਹਿੰਦੇ ਹਾਂ। ਉੱਤਰੀ ਅਮਰੀਕਾ ਵਿੱਚ ਚੱਕਰਵਾਤਾਂ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਹਰੀਕੇਨ ਦੇ ਨਾਮ ਨਾਲ। ਠੀਕ ਹੈ, ਭਾਰਤ ਵਿੱਚ ਇਹਨੂੰ ਹਰੀਕੇਨ ਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ। ਜਦੋਂ ਇੱਕ ਬਿਮਾਰੀ
फैल के ਵੱਡੇ ਪੱਧਰ 'ਤੇ ਲੋਕਾਂ 'ਤੇ ਮਾਰੂ ਹਮਲਾ ਕਰਦੀ ਹੈ ਤਾਂ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਮਹਾਮਾਰੀ। ਸੋਕੇ ਦਾ ਅਰਥ ਫਸਲਾਂ, ਪਸ਼ੂ ਅਤੇ ਮਨੁੱਖਾਂ ਲਈ ਲੋੜੀਂਦੀ ਪਾਣੀ ਸਾਧਨ ਦੀ ਘਾਟ ਹੋ ਜਾਣਾ ਹੁੰਦਾ ਹੈ। ਇਹ ਹੈਗਾ ਸਹੀ। ਭੂਚਾਲ ਇੰਜੀਨੀਅਰਿੰਗ ਸੂਚਨਾ ਕੇਂਦਰ IIT ਕਾਨਪੁਰ IIT ਕਾਨਪੁਰ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈਗੀ? ਉਹ ਉੱਤਰ ਪ੍ਰਦੇਸ਼ ਵਿੱਚ ਹੈਗੀ। ਠੀਕ ਹੈ। ਹੁਣ ਆਉਂਦਾ 8ਵੀਂ ਜਮਾਤ ਦਾ ਜਿਹੜਾ ਕਿ ਸਾਲਾਨਾ ਦੁਹਰਾਈ ਦਾ ਮਹੱਤਵਪੂਰਨ ਪ੍ਰਸ਼ਨ। ਪਹਿਲਾ ਇਹ ਆਪਣੇ ਕੋਲ ਹੈਗਾ ਪਾਠ ਨੰਬਰ 7 ਹੈ ਬੱਚਿਓ, ਸੌਰੀ ਹਾਂਜੀ 7 ਹੀ ਹੈ। ਕਦੋਂ, ਕਿੱਥੇ ਅਤੇ ਕਿਵੇਂ, ਇਹੀ ਸੀਗਾ ਨਾ? ਨਹੀਂ, ਇਹਦਾ ਲੈਸਨ ਦਾ ਨਾਮ ਮੈਨੂੰ ਮਾਈਂਡ 'ਚ ਨਹੀਂ ਆ ਰਿਹਾ। ਚਲੋ ਆਪਾਂ ਕੁਐਸਚਨਸ ਦੇਖਦੇ ਹਾਂ। ਤੁਹਾਨੂੰ ਪਤਾ ਹੀ ਹੋਏਗਾ ਤੁਹਾਡਾ ਪਾਠ 7 ਕਿਹੜਾ ਹੈਗਾ। ਇਤਿਹਾਸ ਅਤੀਤ ਦਾ ਅਧਿਐਨ ਹੈਗਾ। ਠੀਕ ਹੈ। ਕਿਹਦਾ ਹੈਗਾ? ਅਤੀਤ ਦਾ। ਭਾਰਤੀ ਇਤਿਹਾਸ ਵਿੱਚ ਕਿਸ ਸਦੀ ਦੇ ਕਾਲ ਨੂੰ ਹਨੇਰਾ ਯੁੱਗ ਮੰਨਿਆ ਜਾਂਦਾ ਸੀਗਾ? 18ਵੀਂ ਸਦੀ। ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਸੀ? ਹਾਂਜੀ 16ਵੀਂ ਸਦੀ 'ਚ ਹੋਇਆ ਸੀ ਬੱਚਿਓ। ਹਾਂਜੀ 16ਵੀਂ ਸਦੀ ਵਿੱਚ। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਸੀਗਾ? 18ਵੀਂ ਸਦੀ ਵਿੱਚ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ। 1724 ਈਸਵੀ ਵਿੱਚ ਕਿਸ ਨੇ ਜਿਹੜਾ ਕਿ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ? ਕਿਹਨੇ ਰੱਖੀ ਸੀ? ਨਿਜ਼ਾਮ ਉਲ ਮੁਲਕ। ਫਰਾਂਸੀਸੀ ਅਤੇ ਅੰਗਰੇਜ਼ ਦੇ ਵਿਚਕਾਰ 1744 ਤੋਂ 63 ਦੇ ਵਿੱਚ ਕਿਹੜੇ ਯੁੱਧ ਹੋਏ ਸੀਗੇ? ਕਰਨਾਟਕ ਦੇ ਹੋਏ ਸੀਗੇ। ਰਾਸ਼ਟਰਪਤੀ ਭਵਨ, ਇੰਡੀਆ ਗੇਟ ਅਤੇ ਸੰਸਦ ਭਵਨ ਆਦਿ ਇਤਿਹਾਸ ਦੇ ਕਿਹੜੇ ਪ੍ਰਮੁੱਖ ਸਰੋਤ ਹਨ? ਇਤਿਹਾਸਿਕ ਇਮਾਰਤਾਂ। 1739 ਈਸਵੀ ਵਿੱਚ ਸਆਦਤ ਖਾਨ ਨੇ ਡੈਸ਼ ਨੂੰ ਇੱਕ ਸੁਤੰਤਰ ਰਾਜ ਬਣਾਇਆ ਸੀਗਾ। ਕਿਹਨੂੰ? ਅਵਧ ਨੂੰ। ਭਾਰਤ ਵਿੱਚ ਇੰਡੀਆ ਗੇਟ ਕਿੱਥੇ ਹੈਗਾ? ਦਿੱਲੀ ਵਿੱਚ। ਹੁਣ ਆਉਂਦਾ ਆ ਤੁਹਾਡਾ ਪਾਠ ਨੰਬਰ 8 ਹੁੰਦਾ ਆ। ਠੀਕ ਹੈ। ਓਕੇ ਬੱਚੇ, ਇੱਥੇ ਪਾਠ ਨੰਬਰ ਨਹੀਂ ਲਿਖਿਆ ਹੋਇਆ, ਸਾਲਾਨਾ ਦੁਹਰਾਈ ਲਿਖਿਆ ਹੋਇਆ ਆ। ਮਹੱਤਵਪੂਰਨ ਪ੍ਰਸ਼ਨ ਇਹਦਾ ਹੈਗਾ। ਸੋ ਫਸਟ ਆ ਜਾਂਦਾ, ਭਾਰਤ ਨਾਲ ਵਪਾਰ ਕਰਨ ਲਈ ਸਭ ਤੋਂ ਪਹਿਲਾਂ ਕਿਹੜੇ ਯੂਰਪੀ ਸ਼ਕਤੀ ਭਾਰਤ ਪਹੁੰਚੀ ਸੀ? ਕਿਹੜੀ ਸੀ? ਪੁਰਤਗਾਲੀ ਆਈ ਸੀ। ਠੀਕ ਹੈ। ਸਭ ਤੋਂ ਪਹਿਲਾਂ ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀਗਾ? ਵਾਸਕੋ ਡੇ ਗਾਮਾ। ਠੀਕ ਹੈ। ਕੌਣ ਸੀਗਾ? ਵਾਸਕੋ ਡੇ ਗਾਮਾ। ਗੋਆ, ਦਮਨ, ਬਸੀਨ ਅਤੇ ਹੁਗਲੀਏ ਕਿਹੜੇ ਯੂਰਪੀ ਸ਼ਕਤੀਆਂ ਦੇ ਅਧੀਨ ਸੀਗੇ? ਪੁਰਤਗਾਲੀ ਦੇ। ਠੀਕ ਹੈ। ਕੋਚੀਨ, ਸੂਰਤ, ਨਾਗਾਪਟਮ ਅਤੇ ਪੁਲੀਕਟ ਕਿਹੜੇ ਯੂਰਪੀ ਸ਼ਕਤੀ ਦੀਆਂ ਬਸਤੀਆਂ ਸਨ? ਡੱਚ ਦੀਆਂ। ਪਾਂਡੀਚਰੀ, ਚੰਦਰਨਗਰ ਅਤੇ ਕਾਰੀਕਲ ਕਿਸ ਯੂਰਪੀ ਸ਼ਕਤੀ ਦੇ ਅਧੀਨ ਸੀਗੇ? ਫਰਾਂਸੀਸੀ। ਸੂਰਤ, ਅਹਿਮਦਾਬਾਦ, ਆਗਰਾ, ਬੰਬਈ ਅਤੇ ਕਲਕੱਤਾ ਕਿਸ ਯੂਰਪੀਅਨ ਸ਼ਕਤੀ ਦੇ ਅਧੀਨ ਸਨ? ਅੰਗਰੇਜ਼ਾਂ ਦੇ। ਡੈਸ਼ ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦਾ ਪ੍ਰਤੀਨਿਧ ਸਰ ਥਾਮਸ ਰੋ ਡੈਸ਼ ਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ ਹੋਇਆ। ਠੀਕ ਹੈ। ਕਿਹੜੀ ਈਸਵੀ ਸੀਗੀ? 1615 ਈਸਵੀ ਦੇ ਵਿੱਚ ਥਾਮਸ ਰੋ ਕਿਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ ਹੋਇਆ ਸੀ? ਜਹਾਂਗੀਰ ਤੋਂ। ਠੀਕ ਹੈ। ਈਸਟ ਇੰਡੀਆ ਕੰਪਨੀ ਨੂੰ 3000 ਰੁਪਏ ਸਾਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ, ਉੜੀਸਾ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗਲ ਬਾਦਸ਼ਾਹ ਤੋਂ ਸੀ ਅਤੇ ਕਦੋਂ? ਫਰਖੁਸ਼ੀਅਰ 1717 ਵਿੱਚ। ਫਰਾਂਸੀਸੀਆਂ ਅਤੇ ਅੰਗਰੇਜ਼ਾਂ ਵਿਚਕਾਰ 1744 ਤੋਂ 63 ਵਿੱਚ ਕਿਹੜੇ ਯੁੱਧ ਹੋਏ ਸੀਗੇ? ਕਰਨਾਟਕ ਦੇ। ਆ ਕੁਐਸਚਨ ਰਿਪੀਟ ਹੋ ਗਿਆ ਮੇਰੇ ਅਕੋਰਡਿੰਗਲੀ, ਬਾਕੀ ਠੀਕ ਹੈ ਰਿਪੀਟਡ ਹੀ ਹੈ ਇੱਕ ਹਿਸਾਬ ਦਾ। ਅੰਗਰੇਜ਼ਾਂ ਅਤੇ ਨਵਾਬ ਸਿਰਾਜ ਉਦ ਦੌਲਾ ਵਿਚਕਾਰ ਪਲਾਸੀ ਦੀ ਲੜਾਈ ਕਦੋਂ ਹੋਈ ਸੀ? ਇਹ ਹੋਈ ਸੀ 23 ਜੂਨ 1757 ਈਸਵੀ ਦੇ ਵਿੱਚ। ਬਕਸਰ ਦੀ ਲੜਾਈ 23 ਅਕਤੂਬਰ 1764 ਈਸਵੀ ਨੂੰ ਹੋਈ ਸੀ। ਇਹ ਕੀ ਹੈਗਾ? ਸਹੀ। ਠੀਕ ਹੈ। ਟਿਕ। ਸਹਾਇਕ ਸੰਧੀ ਕਿਸ ਨੇ ਸ਼ੁਰੂ ਕੀਤੀ? ਸਹਾਇਕ ਸੰਧੀ ਕਿਹਨੇ ਸ਼ੁਰੂ ਕੀਤੀ ਸੀ? ਲਾਰਡ ਵੈਲਜ਼ਲੀ ਨੇ। ਠੀਕ ਹੈ। ਲਾਰਡ ਵੈਲਜ਼ਲੀ। ਅਤੇ ਜਿਹੜਾ ਕਿ ਤੁਸੀਂ ਜਦੋਂ ਪੇਪਰ ਵਿੱਚ ਕਰਨਾ ਹੈਗਾ, ਪੇਪਰ ਵਿੱਚ ਤੁਸੀਂ ਠੱਠੇ ਵੈਰੀ ਗਾਗਾ ਠੀਕ ਨਹੀਂ ਲਿਖੋਗੇ ਬੱਚੇ, ਤੁਸੀਂ ਉੱਥੇ ਕੀ ਲਾ ਕੇ ਆਉਂਗੇ? ਟਿਕ ਲਗਾ ਕੇ ਆਉਂਗੇ। ਠੀਕ ਹੈ। ਜਿਹੜਾ ਕਿ ਠੀਕ ਲਿਖਣਾ ਇਹ ਰੋਂਗ ਵੇ ਹੈਗਾ, ਤੁਸੀਂ ਉੱਥੇ ਟਿਕ ਲਗਾਉਂਗੇ। ਠੀਕ ਹੈ। ਅੱਗੇ ਸੀਗਾ ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਨੇ ਆਰੰਭ ਕੀਤੀ ਸੀਗੀ? ਲਾਰਡ ਡਲਹੌਜ਼ੀ ਨੇ। ਡੈਸ਼ ਈਸਵੀ ਵਿੱਚ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕਰਤੀ ਗਈ ਸੀ। ਕਦੋਂ ਕੀਤੀ ਸੀ ਖਤਮ? 1772 ਈਸਵੀ 'ਚ। 1761 ਈਸਵੀ ਵਿੱਚ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਡੈਸ਼ ਨੇ ਕੀਤੀ? ਕਿਹਨੇ ਕੀਤੀ? ਹੈਦਰ ਅਲੀ ਨੇ। ਡੈਸ਼ ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦਾ ਪ੍ਰਤੀਨਿਧ ਸਰ ਥਾਮਸ ਰੋ ਡੈਸ਼ ਤੋਂ ਵਪਾਰਕ ਸਹੂਲਤਾਂ ਲੈ ਕੇ ਸਫਲ ਹੋਇਆ ਸੀ? 1615
ਵਿੱਚ ਜਹਾਂਗੀਰ ਤੋਂ। ਠੀਕ ਹੈ, ਇਹ ਫਿਰ ਤੋਂ ਰਿਪੀਟ ਹੋ ਗਿਆ ਬੱਚੇ ਕੁਐਸਚਨ। ਲਾਰਡ ਡਲਹੌਜ਼ੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? 29 ਮਾਰਚ 1849 ਈਸਵੀ 'ਚ। ਲਾਰਡ ਡਲਹੌਜ਼ੀ ਨੇ 1856 ਈਸਵੀ ਵਿੱਚ ਅਵਧ ਦਾ ਸ਼ਾਸਨ ਪ੍ਰਬੰਧ ਭੈੜਾ ਹੋਣ ਦਾ ਦੋਸ਼ ਲਗਾ ਕੇ ਇਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਇਹ ਕੀ ਹੈਗਾ? ਸਹੀ। ਠੀਕ, ਅੱਗੇ ਆ ਜਾਂਦਾ ਕਿ ਤੁਹਾਡਾ ਪਾਠ ਨੰਬਰ 9 ਆ ਜਾਂਦਾ ਹੈਗਾ। ਠੀਕ ਹੈ, ਹਾਂਜੀ ਦੇਖੀਏ 9ਵੇਂ ਪਾਠ ਵਿੱਚ। ਠੀਕ ਹੈ, ਪਾਠ ਨੰਬਰ 9 ਆ ਜਾਂਦਾ ਤੁਹਾਡਾ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਬ੍ਰਿਟਿਸ਼ ਸੰਸਦ ਨੇ 1773 ਈਸਵੀ ਵਿੱਚ ਜਿਹੜਾ ਕਿ ਕਿਹੜਾ ਐਕਟ ਪਾਸ ਕੀਤਾ ਸੀ? ਰੈਗੂਲੇਟਿੰਗ ਐਕਟ। ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ ਸੀ ਬੱਚਿਓ? 1784 ਵਿੱਚ। ਬੋਰਡ ਆਫ ਕੰਟਰੋਲ ਕਦੋਂ ਅਤੇ ਕਿਸ ਐਕਟ ਅਧੀਨ ਬਣਾਇਆ ਸੀਗਾ? 1784 ਪਿਟਸ ਇੰਡੀਆ ਐਕਟ ਦੇ ਅਧੀਨ। 1784 ਪਿਟਸ ਇੰਡੀਆ ਐਕਟ ਅਨੁਸਾਰ ਬੰਬਈ ਅਤੇ ਮਦਰਾਸ ਦੇ ਗਵਰਨਰ ਪੂਰੀ ਤਰ੍ਹਾਂ ਜਨਰਲ ਦੇ ਅਧੀਨ ਹੋ ਗਏ ਸੀ। ਇਹ ਹੈਗਾ ਠੀਕ। ਕਿਸ ਐਕਟ ਦੁਆਰਾ ਵਪਾਰਕ ਪ੍ਰਬੰਧ ਨੂੰ ਰਾਜਨੀਤੀ ਪ੍ਰਬੰਧ ਨਾਲੋਂ ਅਲੱਗ ਕਰਤਾ ਗਿਆ ਸੀ? ਪਿਟਸ ਇੰਡੀਆ ਐਕਟ। ਡੈਸ਼ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਣ ਨੂੰ ਕਿਹਾ ਤਾਂ ਕਿ ਉਹ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾ ਸਕੇ। ਇਹ ਕੀ ਸੀਗਾ? ਚਾਰਟਰ ਐਕਟ 1833 ਦੁਆਰਾ। ਠੀਕ ਹੈ, ਚਾਰਟਰ ਐਕਟ 1833 ਅਧੀਨ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਹੁਣ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ। ਇੱਕ ਹੈਗਾ ਠੀਕ। ਹਾਂਜੀ, ਅੱਗੇ ਆ ਜਾਂਦਾ ਕਿਸ ਐਕਟ ਦੁਆਰਾ ਪ੍ਰੈਜ਼ੀਡੈਂਟ ਦੀਆਂ ਸਰਕਾਰਾਂ ਨੂੰ ਕਾਨੂੰਨ ਬਣਾਉਣ ਦੇ ਅਧਿਕਾਰੀ ਤੋਂ ਵਾਜ਼ਿਆ ਕਰ ਦਿੱਤਾ ਗਿਆ? ਕਿਹੜਾ ਐਕਟ ਸੀਗਾ ਉਹ? ਚਾਰਟਰ ਐਕਟ 1833। ਕਿਹੜੇ ਐਕਟ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨਪਾਲਿਕਾ ਦੀ ਸਥਾਪਨਾ ਕੀਤੀ ਗਈ ਜਿਸ ਦੇ ਕੁੱਲ 12 ਮੈਂਬਰ ਸਨ? ਇਸ ਐਕਟ ਅਨੁਸਾਰ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖਲਅੰਦਾਜ਼ੀ ਵੱਧ ਗਈ। ਠੀਕ ਹੈ, ਕਿਹੜਾ ਸੀਗਾ ਉਹ? ਚਾਰਟਰ ਐਕਟ। ਇਹ ਸੀਗਾ 1853 ਈਸਵੀ ਦਾ। ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਹਨੂੰ ਕਿਹਾ ਜਾਂਦਾ ਹੈਗਾ? ਕੌਣ ਸੀਗਾ? ਲਾਰਡ ਕਾਰਨਵਾਲਿਸ। ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀਗਾ? ਕੌਣ ਸੀਗਾ? 1863 ਵਿੱਚ ਸਤਿੰਦਰ ਨਾਥ ਟੈਗੋਰ। ਹਾਂਜੀ, ਹੁਣ ਆ ਗਿਆ ਸੈਨਾ ਵਿੱਚ ਭਾਰਤੀ ਸੈਨਿਕ ਨੂੰ ਦਿੱਤੀ ਜਾਣ ਵਾਲੀ ਵੱਡੀ ਪਦਵੀ ਕਿਹੜੀ ਸੀਗੀ? ਸੂਬੇਦਾਰ। ਲਾਰਡ ਡੈਸ਼ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਪੁਲਿਸ ਵਿਭਾਗ ਸੁਧਾਰ ਕੀਤੇ ਸੀਗੇ। ਕੌਣ ਸੀਗਾ ਉਹ? ਲਾਰਡ ਕਾਰਨਵਾਲਿਸ। 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਡੈਸ਼ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ? ਕਲਕੱਤਾ। 1886 ਈਸਵੀ ਵਿੱਚ ਭਾਰਤ ਦੇ ਵਾਇਸਰਾਏ ਲਾਰਡ ਨੇ ਡੈਸ਼ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ ਸੀਗਾ? ਰਿਪਨ, ਲਾਰਡ ਰਿਪਨ। ਠੀਕ ਹੈ, ਲਾਰਡ ਰਿਪਨ। ਡੈਸ਼ ਈਸਵੀ ਦੇ ਚਾਰਟਰ ਐਕਟ ਅਧੀਨ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ? 1833 ਈਸਵੀ ਦਾ ਚਾਰਟਰ ਐਕਟ। ਠੀਕ ਹੈ, ਲਾਰਡ ਵਿਲੀਅਮ ਬੈਂਟਿੰਕ ਨੇ 1832 ਵਿੱਚ ਬੰਗਾਲ ਵਿੱਚ ਨਿਆਂ ਪ੍ਰਥਾ ਦੀ ਸਥਾਪਨਾ ਕੀਤੀ ਸੀਗੀ। ਠੀਕ ਹੈ, ਓਕੇ ਬੱਚੇ। ਹੁਣ ਆ ਜਾਂਦਾ ਆ ਪਾਠ ਨੰਬਰ 10 ਹੁੰਦਾ ਬੱਚੇ। ਠੀਕ ਹੈ, ਲਾਰਡ ਵਾਰਨ ਹੇਸਟਿੰਗ ਨੇ ਲਗਾਨ ਇਕੱਠਾ ਕਰਨ ਡੈਸ਼ ਪ੍ਰਬੰਧ ਕੀਤਾ ਕਰਨ ਲਈ ਡੈਸ਼ ਦਾ ਪ੍ਰਬੰਧ ਕੀਤਾ? ਕਾਹਦਾ ਪ੍ਰਬੰਧ ਕੀਤਾ ਸੀ? ਠੇਕਾ ਪ੍ਰਬੰਧ ਜਾਂ ਫਿਰ ਇਜਾਰੇਦਾਰੀ ਪ੍ਰਬੰਧ। ਲਾਰਡ ਕਾਰਨਵਾਲਿਸ ਨੇ ਭੂਮੀ ਲਗਾਨ ਲਈ ਕਿਹੜਾ ਪ੍ਰਬੰਧ ਸ਼ੁਰੂ ਕੀਤਾ ਸੀ? ਸਥਾਈ ਬੰਦੋਬਸਤ। ਸਥਾਈ ਬੰਦੋਬਸਤ ਦੇ ਦੋਸ਼ ਨੂੰ ਦੂਰ ਕਰਨ ਲਈ ਡੈਸ਼ ਈਸਵੀ ਵਿੱਚ ਅੰਗਰੇਜ਼ੀ ਅਫਸਰ ਡੈਸ਼ ਨੇ ਮਦਰਾਸ ਅਤੇ ਮੁੰਬਈ ਵਿੱਚ ਰੇਤਵਾੜੀ ਪ੍ਰਬੰਧ ਲਾਗੂ ਕੀਤਾ ਸੀਗਾ? 1820 ਦੇ ਵਿੱਚ ਥਾਮਸ ਮੋਨਰੋ ਨੇ। ਰੇਤਵਾੜੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁਝ ਇਲਾਕਿਆਂ ਵਿੱਚ ਕਿਹੜਾ ਲਗਾਨ ਪ੍ਰਬੰਧ ਸ਼ੁਰੂ ਕੀਤਾ ਗਿਆ ਸੀਗਾ? ਮਹਿਲਵਾੜੀ। ਹਾਂਜੀ, ਹੁਣ ਅੱਗੇ ਆ ਜਾਂਦਾ ਡੈਸ਼ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਹੈ? ਮਹਿਲਵਾੜੀ। ਸਥਾਈ ਬੰਦੋਬਸਤ ਕਾਰਨ ਡੈਸ਼ ਭੂਮੀ ਦੇ ਮਾਲਕ ਬਣ ਗਏ? ਕੌਣ? ਜ਼ਿਮੀਂਦਾਰ। 1793 ਈਸਵੀ ਦੇ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਭੂਮੀ ਲਗਾਨ ਪ੍ਰਬੰਧ ਸ਼ੁਰੂ ਕੀਤਾ? ਠੀਕ ਹੈਗਾ ਇਹ। ਡੈਸ਼ ਪ੍ਰਬੰਧ ਦੇ ਅਧੀਨ ਸਰਕਾਰ ਨੇ ਕਿਸਾਨਾਂ ਤੋਂ ਸਿੱਧੇ ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ ਅਤੇ ਕਿਸਾਨਾਂ ਨੂੰ ਜ਼ਿਮੀਂਦਾਰ ਦਾ ਮਾਲਕ ਬਣਾਤਾ? ਕਿਹੜਾ ਸੀਗਾ? ਰੈਤਵਾੜੀ ਪ੍ਰਬੰਧ।
1858 ਤੋਂ 60 ਈਸਵੀ ਦੇ ਦੌਰਾਨ ਬੰਗਾਲ ਤੇ ਡੈਸ਼ ਦੇ ਨੀਲ ਉਤਪਾਦਕ ਵੱਲੋਂ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕੀਤੇ ਸੀਗੇ। ਕੌਣ ਸੀ? ਬਿਹਾਰ। ਠੀਕ ਹੈ, ਕਿਹੜਾ ਸੀ? ਬੰਗਾਲ ਤੇ ਬਿਹਾਰ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਨੀਲ ਉਤਪਾਦਨ ਤੇ ਵੱਧ ਲਗਾਉਣ ਵਿਰੁੱਧ 1866 ਤੋਂ 68 ਈਸਵੀ ਦੇ ਵਿੱਚ ਚੰਪਾਰਨ ਬਿਹਾਰ ਦੇ ਵਿੱਚ ਹੈਗਾ ਵਿੱਚ ਵਿਦਰੋਹ ਕੀਤਾ ਸੀ। ਠੀਕ ਹੈ, ਚੰਪਾਰਨ ਜਗ੍ਹਾ ਹੈਗਾ ਬਿਹਾਰ ਦੇ ਵਿੱਚ, ਉਹ 'ਚ ਵਿਦਰੋਹ ਕੀਤਾ ਸੀਗਾ। ਕੀ ਹੈਗਾ? ਠੀਕ। ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ ਸੀ। ਇਹ ਹੈਗਾ ਠੀਕ। ਭਾਰਤ ਵਿੱਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਦੀ ਆਤਮ ਨਿਰਭਰ ਅਰਧ ਵਿਵਸਥਾ ਨੂੰ ਬਹੁਤ ਲਾਭ ਹੋਇਆ। ਇਹ ਹੈਗਾ ਗਲਤ। ਕ੍ਰਿਸ਼ੀ ਵਣਜੀਕਰਨ ਦੀਆਂ ਮੁੱਖ ਫਸਲਾਂ ਕਣਕ, ਕਪਾਹ, ਤੇਲ ਬੀਜ, ਗੰਨਾ ਅਤੇ ਪਟਸਨ ਆਦਿ ਹਨ। ਇਹ ਹੈਗਾ ਠੀਕ। ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ ਅਤੇ ਉੜੀਸਾ ਪ੍ਰਾਂਤਾਂ ਦੀ ਵਾਨੀ ਕਦੋਂ ਪ੍ਰਾਪਤ ਕੀਤੀ? 1765 ਵਿੱਚ। ਹੁਣ ਆ ਜਾਂਦਾ ਪਾਠ ਨੰਬਰ 11। ਠੀਕ ਹੈ, ਬਸਤੀਵਾਦ ਅਤੇ ਕਬਾਇਲੀ ਸਮਾਜ। ਫਸਟ, ਖਾਸੀਸ ਕਬੀਲੇ ਦਾ ਮੋਢੀ ਕੌਣ ਸੀ? ਤੀਰਥ ਸਿੰਘ। ਗੌਂਡ, ਭੀਲ, ਸਥਲ ਅਤੇ ਮੀਜ਼ੋ ਕਬੀਲਿਆਂ ਵਿੱਚ ਕਿਸ ਕਬੀਲੇ ਦੀ ਗਿਣਤੀ ਸਭ ਤੋਂ ਵੱਧ ਸੀਗੀ? ਹਾਂਜੀ, ਕਿਹੜਾ ਕਬੀਲਾ ਸੀ ਉਹ? ਗੌਂਡ ਕਬੀਲਾ। ਆਦੀਵਾਸੀ ਲੋਕ ਵਿੱਚ ਕਿੰਨੇ ਪ੍ਰਤੀਸ਼ਤ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਰਹਿੰਦੇ ਹਨ? 63%। ਮੱਧ ਪ੍ਰਦੇਸ਼ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ੀ ਸਰਕਾਰ ਵਿਦਰੋਹ ਕੀਤਾ? ਭੀਲ ਕਬੀਲੇ ਨੇ। ਮੇਘਾਲਿਆ ਵਿੱਚ ਕਿਹੜੇ ਲੋਕਾਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕੀਤੇ? ਖਾਸੀਸ। ਠੀਕ ਹੈ। ਉੱਤਰ ਪੂਰਬੀ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਕਿਸ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ? ਖਾਸੀਸ ਕਬੀਲੇ ਦੁਆਰਾ। ਬਿਰਸਾ ਮੁੰਡਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਟੈਕਸ ਦੇ ਦੇਣ। ਗਲਤ। ਆਦੀਵਾਸੀ ਲੋਕ ਜੋ ਕਬੀਲਿਆਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਕਬਾਇਲੀ ਸਮਾਜ ਕਹਿੰਦੇ ਹੈ। ਕਿਆ ਸਹੀ? ਕਬਾਇਲੀ ਸਮਾਜ ਦਾ ਸਭ ਤੋਂ ਵੱਡਾ ਹਿੱਸਾ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਰਹਿੰਦਾ ਹੈ। ਕਿਆ ਸਹੀ? ਠੀਕ। ਸਥਾਨਕ ਲੋਕ ਬਿਰਸਾ ਮੁੰਡਾ ਨੂੰ ਪਰਮਾਤਮਾ ਦਾ ਦੂਤ ਨਹੀਂ ਮੰਨਦੇ ਸਨ। ਇਹ ਹੈਗਾ ਗਲਤ, ਕਿਉਂਕਿ ਉਹ ਮੰਨਦੇ ਸੀਗੇ। ਨੈਕਸਟ, ਮੁੰਡਾ ਜਾਤੀ ਦੇ ਲੋਕ ਕਿਸ ਇਲਾਕੇ ਦਾ ਪ੍ਰਸਿੱਧ ਕਬੀਲਾ ਸੀਗਾ? ਮੁੰਡਾ ਜਾਤੀ ਬਿਹਾਰ ਇਲਾਕੇ ਦਾ। ਠੀਕ ਹੈ। ਅੰਗਰੇਜ਼ਾਂ ਦੁਆਰਾ ਖਰੋਥ ਕਬੀਲੇ ਦਾ ਮੁਖੀਆ ਦੇਸ਼ ਨਿਕਾਲਾ ਦਿੱਤੇ ਗਏ ਕਬੀਲੇ ਦੇ ਇੱਕ ਵਿਅਕਤੀ ਨੂੰ ਠੀਕ ਬਣਾਇਆ। ਸਹੀ ਹੈਗਾ। ਛੋਟੇ ਨਾਗਪੁਰ ਇਲਾਕੇ ਵਿੱਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਵਿਦਰੋਹ ਕੀਤਾ ਸੀਗਾ? ਕੋਲ ਕਬੀਲੇ ਨੇ। ਕਦੋਂ ਕੀਤਾ ਸੀ? 1820 ਈਸਵੀ ਦੇ ਵਿੱਚ। ਕਬਾਇਲੀ ਸਮਾਜ ਵਿੱਚ ਬਹੁ ਵਿਆਹ ਪ੍ਰਚਲਿਤ ਨਹੀਂ ਸਨ। ਇਹ ਹੈਗਾ ਗਲਤ। ਬਿਰਸਾ ਮੁੰਡਾ ਵਿਰੋਧ ਦੇ ਪ੍ਰਭਾਵ ਹੇਠ ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ 1908 ਪਾਸ ਕੀਤਾ, ਜਿਸ ਕਾਰਨ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਿਲ ਗਏ। ਇਹ ਸੀਗਾ ਸਹੀ। ਠੀਕ। ਹਾਂਜੀ, ਠੀਕ ਹੈ। ਪੂਰਬ ਵਿੱਚ ਜੈਂਤੀਆਂ ਪਹਾੜਾਂ ਤੋਂ ਲੈ ਕੇ ਪੱਛਮ ਵਿੱਚ ਗਾਰੋ ਪਹਾੜੀਆਂ ਤੱਕ ਖੇਤਰ ਡੈਸ਼ ਕਬੀਲੇ ਦਾ ਰਾਜ ਸੀ। ਕਿਹੜੇ ਕਬੀਲੇ ਦਾ ਰਾਜ ਸੀ? ਖਾਸੀਸ ਕਬੀਲੇ ਦਾ। ਜਦੋਂ ਬਰਤਾਨਵੀ ਸੈਨਿਕ ਖਾਸ ਕਬੀਲੇ ਦੇ ਵਿਦਰੋਹ ਦਾ ਸਾਹਮਣਾ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਹੋਰ ਪਹਾੜੀ ਕਬੀਲਾ ਡੈਸ਼ ਨੇ ਬਗਾਵਤ ਕੀਤੀ। ਕਿਹੜਾ ਕਬੀਲਾ ਸੀਗਾ ਉਹ? ਸਿੰਘ ਫੋਸ ਕਬੀਲੇ ਨੇ ਬਗਾਵਤ ਕੀਤੀ ਸੀ ਉਦੋਂ। ਆਦੀਵਾਸੀ ਕਬੀਲਿਆਂ ਵਿੱਚ ਗੌਂਡ ਕਬੀਲੇ ਦੀ ਗਿਣਤੀ ਸਭ ਤੋਂ ਘੱਟ ਸੀਗੀ। ਇਹ ਹੈਗਾ ਗਲਤ। ਠੀਕ ਹੈ, ਸਭ ਤੋਂ ਵੱਧ ਸੀਗੀ ਉਹਨਾਂ ਦੀ। ਹੁਣ ਆ ਜਾਂਦਾ ਪਾਠ 12 ਦਾ। ਠੀਕ ਹੈ, ਦਸਤਕਾਰੀ ਅਤੇ ਉਦਯੋਗ ਵਾਲਾ ਚੈਪਟਰ ਜਿਹੜਾ ਤੁਹਾਡਾ ਹੋਏਗਾ। ਭਾਰਤ ਵਿੱਚ ਪਹਿਲਾ ਪਟਸਨ ਦਾ ਉਦਯੋਗ ਕਦੋਂ ਅਤੇ ਕਿੱਥੇ ਲਾਇਆ ਸੀਗਾ? 1854 ਵਿੱਚ ਸੈਰਮਪੁਰ ਬੰਗਾਲ ਵਿੱਚ ਲਾਇਆ ਸੀ। ਠੀਕ ਹੈ, ਸੈਰਮਪੁਰ ਜਿਹੜੀ ਜਗ੍ਹਾ ਹੈਗੀ ਕਿੱਥੇ ਹੈਗੀ? ਬੰਗਾਲ ਦੇ ਵਿੱਚ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਾਇਆ ਸੀਗਾ? 53 'ਚ ਲਾਇਆ ਸੀਗਾ ਅਤੇ ਮੁੰਬਈ ਦੇ ਵਿੱਚ। ਠੀਕ ਹੈ। ਅੱਗੇ ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਸੀ? 1840 ਵਿੱਚ ਦੱਖਣੀ ਭਾਰਤ ਵਿੱਚ। ਚਾਹ ਦਾ ਸਭ ਤੋਂ ਪਹਿਲਾਂ ਜਿਹੜਾ ਕਿ ਬਾਗ ਕਦੋਂ ਲਗਾਇਆ ਸੀ, ਕਿੱਥੇ ਲਾਇਆ ਸੀ? ਲਾਇਆ ਸੀ 1852 ਅਸਾਮ 'ਚ। ਠੀਕ ਹੈ। ਹੁਣ ਆ ਜਾਂਦਾ ਬਿੱਘਾ ਜ਼ਮੀਨਾਂ ਦਾ ਇੱਕ ਮਾਪ ਹੈ। ਠੀਕ ਹੈ, ਜਿਸ ਵਿੱਚ 5 ਕਲਾਨਾਂ ਹੁੰਦੀਆਂ ਹਨ। ਇਹ ਹੈਗਾ ਸਹੀ। ਲਗਭਗ 4000 ਸਾਲ ਪਹਿਲਾਂ ਲੋਕ ਕੱਪੜੇ ਬੁਣਨਾ ਜਾਣਦੇ ਸੀ। ਇਹ ਹੈਗਾ ਸਹੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਲਘੂ ਉਦਯੋਗਾਂ ਦੇ ਪਤਨ ਲਈ ਜ਼ਿੰਮੇਵਾਰ ਸੀ? ਦੇਸੀ ਰਿਆਸਤਾਂ ਦੀ ਸਮਾਪਤੀ। ਕੋਈ ਵੀ ਕਾਰਨ ਲਿਖ ਦਿਓ ਤੁਸੀਂ ਇੱਥੇ। ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦਾ ਮੁੱਲ ਵੱਧ ਹੋਣਾ। ਠੀਕ ਹੈ। ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਨਵੀਂ ਪੀੜ੍ਹੀ ਦੇ ਲੋਕਾਂ ਜਿਹੜਾ ਕਿ ਲਘੂ ਉਦਯੋਗਾਂ ਦੇ ਮਾਲ ਨੂੰ ਪਸੰਦ ਕਰਨਾ। ਇਹ ਕੀ ਸੀਗਾ? ਉਪਰੋਕਤ ਸਾਰੇ। ਰਾਣੀਗੰਜ ਵਿੱਚ ਕਿਹੜੀਆਂ ਖਾਣਾਂ ਮਿਲਦੀਆਂ ਹਨ ਜੀ? ਕੋਲੇ ਦੀਆਂ।
18ਵੀਂ ਸਦੀ ਦੇ ਅੰਤ ਵਿੱਚ ਨੀਲ ਪੈਦਾਵਾਰ ਬਿਹਾਰ ਤੇ ਬੰਗਾਲ ਵਿੱਚ ਸ਼ੁਰੂ ਹੋਈ ਸੀ, ਇਹ ਸਹੀ ਹੈ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਕਿਹੜੀ ਸਦੀ ਵਿੱਚ ਆਈ ਸੀ? 18ਵੀਂ ਸਦੀ 'ਚ। 19ਵੀਂ ਸਦੀ ਵਿੱਚ ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਛੋਟੇ ਛੋਟੇ ਉਦਯੋਗਾਂ ਦਾ ਪਤਨ ਹੋਣ ਕਾਰਨ ਭਾਰਤੀ ਕਾਰੀਗਰ ਕੀ ਹੋ ਗਏ ਸੀ? ਬੇਕਾਰ ਹੋ ਗਏ ਸੀ। ਇੰਗਲੈਂਡ ਵਿੱਚ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਕੱਪੜਾ ਵਪਾਰ ਡੈਸ਼ ਹੋਣਾ ਸ਼ੁਰੂ ਹੋ ਗਿਆ। ਕੱਪੜਾ ਵਪਾਰ ਦਾ ਪਤਨ ਸ਼ੁਰੂ ਹੋ ਗਿਆ ਸੀ। ਪਤਨ ਮਤਲਬ ਖਤਮ ਹੋਣਾ। ਦੇਸੀ ਰਿਆਸਤ ਦੇ ਰਾਜੇ ਮਹਾਰਾਜੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦਾ ਪਸੰਦ ਨਹੀਂ ਕਰਦੇ ਸੀਗੇ। ਵਸਤਾਂ ਦੀ ਵਰਤੋਂ ਕਰਦੇ ਸੀਗੇ, ਕਿ ਹੈਗਾ ਸਹੀ। ਚਾਹ ਬਣਾਉਣ ਲਈ ਟੀ ਕੰਪਨੀ ਦੀ ਸਥਾਪਨਾ 1834 ਈਸਵੀ ਵਿੱਚ ਹੋਈ ਸੀਗੀ। ਕਿੱਥੇ ਹੋਈ ਸੀਗੀ? ਅਸਾਮ ਦੇ ਵਿੱਚ। 18ਵੀਂ ਸਦੀ ਵਿੱਚ ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ, ਇਹ ਹੈਗਾ ਸਹੀ। ਹੁਣ ਆ ਜਾਂਦਾ ਤੁਹਾਡਾ ਪਾਠ 13 ਦਾ, ਜਿਹੜਾ ਕਿ 1857 ਈਸਵੀ ਦਾ ਵਿਦਰੋਹ, ਉਸ ਦੇ ਪ੍ਰਸ਼ਨ। 1857 ਈਸਵੀ ਦੇ ਵਿਦਰੋਹ ਨੂੰ ਹੋਰ ਕਿਹੜੇ ਨਾਂ ਨਾਲ ਜਾਣਦੇ ਸੀ ਆਪਾਂ? ਸੈਨਿਕ ਬਗਾਵਤ ਨਾਲ। 1857 ਈਸਵੀ ਦਾ ਵਿਦਰੋਹ ਸੈਨਿਕ ਕਾਰਨ ਕੀ ਸੀਗਾ? ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ। 1857 ਈਸਵੀ ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀਗਾ? ਚਰਬੀ ਵਾਲੇ ਕਾਰਤੂਸ। ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਦੁਆਰਾ ਸ਼ੁਰੂ ਕੀਤੀ ਗਈ? ਕਿਸ ਦੁਆਰਾ ਸ਼ੁਰੂ ਕੀਤੀ ਸੀਗੀ? ਲਾਰਡ ਡਲਹੌਜ਼ੀ ਦੁਆਰਾ। ਹਾਂਜੀ, ਲਾਰਡ ਡਲਹੌਜ਼ੀ। ਨੈਕਸਟ ਕੁਐਸਚਨ ਆਉਂਦਾ 1857 ਈਸਵੀ ਦੇ ਵਿਦਰੋਹ ਦਾ ਜਿਹੜਾ ਕਿ ਪਹਿਲਾ ਸ਼ਹੀਦ ਕੌਣ ਸੀਗਾ? ਉਹ ਕੌਣ ਸੀ? ਮੰਗਲ ਪਾਂਡੇ। ਅਗਲੇ ਆ ਜਾਂਦਾ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਨੂੰ ਕੈਦੀ ਬਣਾ ਕੇ ਕਿੱਥੇ ਭੇਜਤਾ ਸੀ? ਰੰਗੂਨ ਭੇਜਿਆ ਸੀ। ਨਾਨਾ ਸਾਹਿਬ ਦੇ ਪ੍ਰਸਿੱਧ ਜਰਨੈਲ ਦਾ ਕੀ ਨਾਮ ਸੀਗਾ? ਤਾਂਤਿਆ ਟੋਪੇ। 1857 ਈਸਵੀ ਦੇ ਵਿਦਰੋਹ ਤੋਂ ਬਾਅਦ ਗਵਰਨਰ ਜਨਰਲ ਨੂੰ ਵਾਇਸਰਾਏ ਦੀ ਉਪਾਧੀ ਕਦੋਂ ਦਿੱਤੀ ਗਈ ਸੀ? ਵਾਇਸਰਾਏ ਦੀ ਉਪਾਧੀ ਕਦੋਂ ਦਿੱਤੀ ਗਈ ਸੀਗੀ, ਕਿ ਹੈਗਾ ਸਹੀ। ਵਿਦਰੋਹ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸਮਾਪਤ ਹੋ ਗਿਆ। ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ, ਇਹ ਹੈਗਾ ਸਹੀ। ਨਾਨਾ ਸਾਹਿਬ ਦੇ ਪੇਸ਼ਾਵਾ ਬਾਜੀ ਰਾਓ ਦਾ ਦੂਜਾ ਉੱਤਰਾਧਿਕਾਰੀ ਬਣਨ 'ਤੇ ਡੈਸ਼ ਨੇ ਉਸ ਦੀ ਪੈਨਸ਼ਨ ਬੰਦ ਕਰਤੀ ਸੀ। ਕਿਹਨੇ ਕੀਤੀ ਸੀ? ਲਾਰਡ ਡਲਹੌਜ਼ੀ ਨੇ। ਕਿਸ ਨੀਤੀ ਤਹਿਤ ਦੇਸੀ ਰਾਜਿਆਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਸੀ ਅਤੇ ਉਹਨਾਂ ਦਾ ਰਾਜ ਅੰਗਰੇਜ਼ੀ ਰਾਜ ਵਿੱਚ ਵੀ ਸ਼ਾਮਿਲ ਕਰ ਲਿਆ ਜਾਂਦਾ ਸੀ, ਜਿਵੇਂ ਕਿ ਝਾਂਸੀ, ਨਾਗਪੁਰ, ਸੰਬਲਪੁਰ, ਉਦੈਪੁਰ। ਕਿਹੜੀ ਸੀਗੀ ਨੀਤੀ ਉਹ? ਲੈਪਸ ਦੀ ਨੀਤੀ। 1857 ਈਸਵੀ ਦਾ ਵਿਦਰੋਹ ਡੈਸ਼ ਤੋਂ ਸ਼ੁਰੂ ਹੋਇਆ ਸੀਗਾ? ਬੈਰਕਪੁਰ ਤੋਂ। ਖਰਲ ਕਬੀਲੇ ਦਾ ਸਰਦਾਰ ਕੌਣ ਸੀਗਾ? ਅਹਿਮਦ ਖਾਂ ਖਰਲ। ਅਹਿਮਦ ਖਾਨ ਖਰਲ। 1856 ਈਸਵੀ ਵਿੱਚ ਕਿਸ ਨੇ ਐਕਟ ਪਾਸ ਕਰਕੇ ਭਾਰਤੀ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜਣ ਲਈ ਰਾਹ ਪੱਧਰਾ ਕਰਤਾ ਸੀ? ਕੌਣ ਸੀ? ਲਾਰਡ ਕੈਨਿੰਗ। ਹੁਣ ਆ ਜਾਂਦਾ ਪਾਠ ਨੰਬਰ 14 ਸਿੱਖਿਆ ਅਤੇ ਅੰਗਰੇਜ਼ੀ ਰਾਜ। ਸਿੱਖਣ ਦੇ ਸਥਾਨ ਨੂੰ ਅਰਬੀ ਭਾਸ਼ਾ ਵਿੱਚ ਕੀ ਕਹਿੰਦੇ ਸੀ ਆਪਾਂ? ਮਦਰਸਾ। ਕੀ ਕਹਿੰਦੇ ਆਪਾਂ? ਮਦਰਸਾ ਕਹਿੰਦੇ ਹਾਂ। ਵਪਾਰ ਅਤੇ ਦਸਤਕਾਰੀ ਦੀ ਸਿਖਲਾਈ ਲਈ ਖੋਲ੍ਹੇ ਗਏ ਸਕੂਲਾਂ ਨੂੰ ਡੈਸ਼ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਹੈ ਜੀ? ਮਹਾਜਨੀ ਸਕੂਲ। ਭਾਰਤ ਵਿੱਚ ਸਿੱਖਿਆ ਦੇ ਵਿਕਾਸ ਲਈ 1835 ਈਸਵੀ ਵਿੱਚ ਸਿੱਖਿਆ ਕਮੇਟੀ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਸੀ? ਲਾਰਡ ਮੈਕਾਲੇ ਨੂੰ। 1854 ਈਸਵੀ ਵਿੱਚ ਬੋਰਡ ਆਫ ਕੰਟਰੋਲ ਦੇ ਪ੍ਰਧਾਨ ਚਾਰਲਸ ਵੁੱਡ ਨੇ ਸਿੱਖਿਆ ਦੇ ਵਿਕਾਸ ਲਈ ਕੁਝ ਜਿਹੜੇ ਕਿ ਮਹੱਤਵਪੂਰਨ ਸਿਫਾਰਸ਼ਾਂ ਕੀਤੀਆਂ ਸੀ, ਜਿਨ੍ਹਾਂ ਨੂੰ ਕੀ ਕਹਿੰਦੇ ਸੀਗੇ? ਵੁੱਡ ਡਿਸਪੈਚ। ਸਿੱਖਿਆ ਦਾ ਵਿਕਾਸ ਕਰਨ ਲਈ ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ? 1882 'ਚ। ਭਾਰਤ ਵਿੱਚ ਸਿੱਖਿਆ ਦੇ ਸੁਧਾਰ ਲਈ ਹਰਟੋਗ ਕਮੇਟੀ ਦੀ ਸਥਾਪਨਾ ਕਦੋਂ ਕੀਤੀ ਸੀ? 1928 'ਚ। ਸਵਾਮੀ ਦਇਆਨੰਦ ਸਰਸਵਤੀ ਸਮੇਂ ਡੈਸ਼ ਵਿੱਚ ਕੰਨਿਆ ਮਹਾਵਿਦਿਆਲਿਆ ਸਥਾਪਿਤ ਕੀਤਾ ਗਿਆ ਸੀ? ਮੇਰਠ 'ਚ। ਲਾਰਡ ਕਰਜ਼ਨ ਨੇ ਭਾਰਤੀ ਯੂਨੀਵਰਸਿਟੀ ਐਕਟ ਪਾਸ ਕੀਤਾ ਸੀ? ਕਦੋਂ ਕੀਤਾ ਸੀ? 1904 'ਚ। ਸਰ ਸੈਯਦ ਅਹਿਮਦ ਖਾਨ ਨੇ ਅਲੀਗੜ੍ਹ ਵਿੱਚ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕਦੋਂ ਕੀਤੀ ਸੀ? 1875 'ਚ। ਰਵਿੰਦਰ ਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਸੰਸਥਾ 1901 ਵਿੱਚ ਸ਼ੁਰੂ ਕੀਤੀ, ਇਹ ਹੈਗਾ ਸਹੀ। ਸਵਾਮੀ ਦਇਆਨੰਦ ਸਰਸਵਤੀ ਦੀ ਮੌਤ ਕਦੋਂ ਹੋਈ ਸੀ? 1886 ਵਿੱਚ। 86 ਵਿੱਚ। 1886 'ਚ 1886। ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ? ਸਵਾਮੀ ਵਿਵੇਕਾਨੰਦ। ਈਸ਼ਵਰ ਚੰਦਰ ਵਿਦਿਆਸਾਗਰ ਨੇ ਕਿਹੜੀ ਪੁਸਤਕ ਲਿਖੀ ਸੀ? ਪ੍ਰਿਮਰ ਵਰਨਾ ਪਰਿਚਯ। 1948 ਈਸਵੀ ਵਿੱਚ ਬਣਿਆ ਮਹਾਰਾਜਾ CIG ਰਾਓ ਵਿਸ਼ਵ ਵਿਦਿਆਲਿਆ ਭਾਰਤ ਦੇ ਕਿਸ ਸ਼ਹਿਰ ਵਿੱਚ ਸਥਿਤ ਹੈਗਾ? ਬੜੌਦਾ 'ਚ।
हाँ जी ਹੁਣ ਆ ਜਾਂਦਾ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲੇ ਕਦੋਂ ਦੀ ਸਥਾਪਨਾ ਕਦੋਂ ਹੋਈ ਸੀਗੀ 1920 ਦੇ ਵਿੱਚ। ਸਰ ਸੈਯਦ ਅਹਿਮਦ ਖਾਨ ਨੂੰ ਸਰ ਦੀ ਉਪਾਧੀ ਕਦੋਂ ਮਿਲੀ ਸੀਗੀ 1898 'ਚ। ਸ਼੍ਰੀਮਤੀ ਐਨੀ ਬੇਸੈਂਟ ਨੇ ਥੀਓਸੋਫਿਲ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ ਬਨਾਰਸ ਵਿੱਚ ਕੇਂਦਰੀ ਹਾਈ ਸਕੂਲ ਦੀ ਸਥਾਪਨਾ ਕੀਤੀ ਜੋ ਬਾਅਦ ਵਿੱਚ ਹਿੰਦੂ ਵਿਸ਼ਵ ਵਿਦਿਆਲੇ ਬਣ ਗਿਆ ਸੀ। ਇਹ ਹੈਗਾ ਸਹੀ। ਰਾਜਾ ਰਾਮ ਮੋਹਨ ਰਾਏ ਬੰਗਾਲੀ, ਫਾਰਸੀ, ਉਰਦੂ, ਸੰਸਕ੍ਰਿਤ, ਅੰਗਰੇਜ਼ੀ ਅਤੇ ਗ੍ਰੀਕ ਭਾਸ਼ਾ ਦੇ ਵਿਦਵਾਨ ਸੀ। ਇਹ ਹੈਗਾ ਸਹੀ। ਈਸਟ ਇੰਡੀਆ ਕੰਪਨੀ ਨੇ 1715 ਈਸਵੀ ਦੇ ਵਿੱਚ ਡੈਸ਼ ਵਿਖੇ ਭਾਰਤੀ ਲੋਕਾਂ ਨੂੰ ਸਿੱਖਿਆ ਦੇਣ ਲਈ ਸੇਂਟ ਮੈਰੀ ਚੈਰਿਟੀ ਸਕੂਲ ਖੋਲ੍ਹਿਆ। ਕਦੋਂ ਕਿੱਥੇ ਖੋਲ੍ਹਿਆ ਸੀ? ਮਦਰਾਸ ਵਿੱਚ, ਜਿਹਨੂੰ ਆਪਾਂ ਚੇਨਈ ਕਹਿੰਦੇ ਹੁਣ। ਮਹਾਤਮਾ ਗਾਂਧੀ ਨੇ ਸਕੂਲਾਂ ਦੇ ਕੰਮਕਾਰ ਰਾਹੀਂ ਸਿੱਖਿਆ ਦੇਣ 'ਤੇ ਜ਼ੋਰ ਨਹੀਂ ਦਿੱਤਾ ਇਹ ਗਲਤ, ਕਿਉਂਕਿ ਉਹਨਾਂ ਨੇ ਜ਼ੋਰ ਦਿੱਤਾ ਸੀਗਾ, ਸੋ ਇਹ ਗਲਤ ਹੋ ਜਾਊਗਾ। ਹੁਣ ਆ ਜਾਂਦਾ ਆ ਪਾਠ ਨੰਬਰ 15 ਇਸਤਰੀਆਂ ਅਤੇ ਸੁਧਾਰ। 19ਵੀਂ ਸਦੀ ਦੇ ਜਿਹੜਾ ਕਿ ਭਾਰਤੀ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀਗੀ? ਤਰਸਯੋਗ। ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਪਤੀ ਦੀ ਚਿਤਾ ਦੇ ਨਾਲ ਹੀ ਜਿਉਂਦੀ ਜਲਾ ਦੇਣ ਨੂੰ ਡੈਸ਼ ਕਹਿੰਦੇ ਸੀ ਸਤੀ ਪ੍ਰਥਾ। ਠੀਕ ਹੈ, ਕੀ ਕਹਿੰਦੇ ਸੀ? ਸਤੀ ਪ੍ਰਥਾ। ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਕਿਹੜੀ ਬੁਰਾਈ ਖਤਮ ਹੋਈ ਸੀਗੀ? ਸਤੀ ਪ੍ਰਥਾ ਦੀ। ਲਾਰਡ ਵਿਲੀਅਮ ਬੈਂਟਿਕ ਨੇ ਕਾਨੂੰਨ ਰਾਹੀਂ ਸਤੀ ਪ੍ਰਥਾ 'ਤੇ ਕਦੋਂ ਪਾਬੰਦੀ ਲਾਈ ਸੀ? 1829 ਦੇ ਵਿੱਚ। ਈਸ਼ਵਰ ਚੰਦਰ ਵਿਦਿਆਸਾਗਰ ਨੇ ਕਿਸ ਸੰਬੰਧੀ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ? ਵਿਧਵਾ ਵਿਆਹ ਸੰਬੰਧੀ। ਹਿੰਦੂ ਵਿਆਹ ਕਾਨੂੰਨ ਕਦੋਂ ਪਾਸ ਹੋਇਆ ਸੀ? 1856 ਈਸਵੀ ਦੇ ਵਿੱਚ। ਨਾਮਧਾਰੀ ਲਹਿਰ ਕਿਸ ਨੇ ਸਥਾਪਿਤ ਨਾਮਧਾਰੀ ਲਹਿਰ ਦੀ ਸਥਾਪਨਾ ਕਿਹਨੇ ਕੀਤੀ ਸੀ? ਸਤਿਗੁਰੂ ਰਾਮ ਸਿੰਘ ਜੀ ਨੇ। ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਅਤੇ ਕਦੋਂ ਕੀਤੀ ਸੀਗੀ? ਸਵਾਮੀ ਵਿਵੇਕਾਨੰਦ 1897 ਈਸਵੀ ਦੇ ਵਿੱਚ। ਡੈਸ਼ 1886 ਈਸਵੀ ਵਿੱਚ ਇੰਗਲੈਂਡ ਵਿੱਚ ਥੀਓਸੋਫਿਕਲ ਸੁਸਾਇਟੀ ਸ਼ਾਮਿਲ ਹੋਈ ਸੀ ਸ਼੍ਰੀਮਤੀ ਐਨੀ ਬੇਸੈਂਟ ਨੇ। ਪ੍ਰਾਰਥਨਾ ਸਮਾਜ ਦੀ ਸਥਾਪਨਾ 1867 ਈਸਵੀ ਦੇ ਵਿੱਚ ਮਹਾਰਾਸ਼ਟਰ ਵਿੱਚ ਕੀਤੀ ਗਈ। ਇਹ ਹੈਗਾ ਸਹੀ। ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਦਾਜ ਦੇ ਰੋਕ 'ਤੇ ਕਦੋਂ ਪਾਬੰਦੀ ਲਗਾਈ ਸੀ? 1843 'ਚ। ਦਾਜ ਪ੍ਰਥਾ 'ਤੇ ਕਦੋਂ ਰੋਕ ਲਾਈ ਸੀ? 1854 ਈਸਵੀ ਵਿੱਚ ਵੁੱਡ ਡਿਸਪੈਚ ਵਿੱਚ ਡੈਸ਼ ਦੀ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ? ਇਸਤਰੀਆਂ ਦੀ ਸਿੱਖਿਆ 'ਤੇ। ਠੀਕ ਹੈ। 1872 ਈਸਵੀ ਦੇ ਵਿੱਚ ਕੇਸ਼ਵ ਚੰਦਰ ਜੈਨ ਦੇ ਯਤਨਾਂ ਸਦਕਾ ਸਰਕਾਰ ਨੇ ਡੈਸ਼ 'ਤੇ ਪਾਬੰਦੀ ਲਗਾਈ ਸੀ? ਕਿਤੇ ਪਾਬੰਦੀ ਲਾਈ ਸੀ? ਦੂਜੇ ਵਿਆਹ 'ਤੇ। 1872 ਈਸਵੀ ਦੇ ਵਿੱਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਅੰਤਰਜਾਤੀ ਵਿਆਹ ਕਰਾਉਣ ਦੀ ਪ੍ਰਵਾਨਗੀ ਦਿੱਤੀ ਸੀਗੀ। ਇਹ ਹੈਗਾ ਸਹੀ। ਆਪਣੇ ਭਰਾ ਦੀ ਪਤਨੀ ਦੇ ਸਤੀ ਹੋਣ ਜਾਣ ਪਿੱਛੋਂ ਡੈਸ਼ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ ਸੀ? ਕਿਹਦੇ? ਰਾਜਾ ਰਾਮ ਮੋਹਨ ਰਾਏ ਦੇ। ਹੁਣ ਆ ਜਾਂਦਾ ਪਾਠ ਨੰਬਰ 16 ਜਾਤੀ ਪ੍ਰਥਾ ਨੂੰ ਚੁਣੌਤੀ। ਮਹਾਰਾਸ਼ਟਰ ਦੇ ਮਹਾਨ ਸਮਾਜ ਸੁਧਾਰਕ ਕੌਣ ਸਨ? ਜੋਤੀਬਾ ਫੂਲੇ। ਸੱਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ ਡੈਸ਼ ਦੁਆਰਾ ਸਥਾਪਿਤ ਕੀਤੀ ਗਈ ਸੀ? ਜੋਤੀਬਾ ਫੂਲੇ ਦੁਆਰਾ। ਜੋਤੀਬਾ ਫੂਲੇ ਨੂੰ ਡੈਸ਼ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ? ਮਹਾਤਮਾ ਦੀ ਉਪਾਧੀ ਦੇ ਨਾਲ ਜੀ। ਹਾਂਜੀ ਹੁਣ ਆ ਜਾਂਦਾ ਡੈਸ਼ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ? ਕਿਹਨੂੰ ਕਿਹਾ ਜਾਂਦਾ ਹੈ? ਵੀਰ ਸਲਿੰਗਮ ਨੂੰ। ਸ਼੍ਰੀ ਨਾਰਾਇਣ ਗੁਰੂ ਕਿਸ ਰਾਜ ਦੇ ਮਹਾਨ ਸਮਾਜ ਸੁਧਾਰਕ ਸਨ? ਕੇਰਲਾ ਦੇ। ਪਰਿਆਰ ਰਾਮਾ ਸਵਾਮੀ ਦਾ ਜਨਮ 17 ਸਤੰਬਰ 1879 ਈਸਵੀ ਨੂੰ ਮਦਰਾਸ ਤਾਮਿਲਨਾਡੂ ਵਿੱਚ ਹੋਇਆ। ਸਹੀ ਹੈਗਾ। ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਸੀਗੀ? ਕਿਹਦੀ ਕੀਤੀ ਸੀਗੀ ਜੀ? ਹਰੀਜਨ ਸ਼ਬਦ ਦੀ। ਠੀਕ ਹੈ। ਪਰਿਆਰ ਰਾਮਾ ਸਵਾਮੀ ਵਿੱਚ ਸਮਾਜ ਵਿੱਚ ਫੈਲੀ ਅਛੂਤ ਪ੍ਰਥਾ ਨੂੰ ਖਤਮ ਕਰਨ ਲਈ ਕਿਹੜਾ ਸੱਤਿਆਗ੍ਰਹਿ ਸ਼ੁਰੂ ਕੀਤਾ ਸੀਗਾ? ਵੈਕੋਸ਼। ਠੀਕ ਹੈ, ਵੈਕੋਸ਼। ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਬਹਿਸ਼ਕ੍ਰਿਤੀ ਹਿਤਕਾਰਨੀ ਸਭਾ ਅਤੇ ਸਮਾਜ ਸੰਮਤ ਸੰਘ ਦੀ ਸਥਾਪਨਾ ਕਿਸ ਸਮਾਜ ਸੁਧਾਰਕ ਦੁਆਰਾ ਕੀਤੀ ਗਈ ਸੀ? ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ, ਡਾਕਟਰ BR ਅੰਬੇਦਕਰ ਵੀ ਕਹਿ ਦਿਓ ਆਪਾਂ। ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਹਰੀਜਨ ਸ਼ਬਦ ਦੀ ਵਰਤੋਂ ਕੀਤੀ ਸੀ, ਜਿਹਦਾ ਅਰਥ ਕੀ ਹੁੰਦਾ ਸੀਗਾ? ਈਸ਼ਵਰ ਦੇ ਬੱਚੇ। ਡਾਕਟਰ ਭੀਮ ਰਾਓ ਅੰਬੇਦਕਰ ਨੇ ਡੈਸ਼ ਈਸਵੀ ਵਿੱਚ ਇੰਡੀਪੈਂਡੈਂਸ ਲੇਬਰ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ ਸੀ? 1935 ਦੇ ਵਿੱਚ। ਠੀਕ ਹੈ, ਕਦੋਂ? 1935 'ਚ।
ਹੁਣ ਆ ਜਾਂਦਾ ਪਾਠ ਨੰਬਰ 17 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਬਸਤੀਵਾਦ ਦਾ ਅਰਥ ਸੀ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਕਰਨਾ। ਠੀਕ ਹੈ, ਸਹੀ ਹੈਗਾ। ਪ੍ਰਾਚੀਨ ਕਾਲ ਵਿੱਚ ਡੈਸ਼ ਅਤੇ ਮੋਹਿੰਜੋਦੜੋ ਦੇ ਉੱਨਤ ਸ਼ਹਿਰ ਸੀਗੇ ਹੜੱਪਾ। ਠੀਕ ਹੈ। ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿੱਚ ਆਏ ਸੀਗੇ? ਬੰਬਈ, ਕਲਕੱਤਾ ਅਤੇ ਮਦਰਾਸ। ਠੀਕ ਹੈ। ਉਪਨਿਵੇਸ਼ਕ ਭਾਰਤ ਨੂੰ ਸ਼ਾਸਨ ਪ੍ਰਬੰਧ ਦੇ ਉਦੇਸ਼ ਨਾਲ ਬੰਬਈ, ਮਦਰਾਸ ਅਤੇ ਬੰਗਾਲ ਪ੍ਰੈਜ਼ੀਡੈਂਟ ਵਿੱਚ ਵੰਡਿਆ ਗਿਆ। ਸਹੀ। ਪਲਾਸੀ ਦੀ ਲੜਾਈ ਕਦੋਂ ਹੋਈ? ਪਲਾਸੀ ਦੀ ਲੜਾਈ ਜਿਹੜੀ ਉਹ ਕਦੋਂ ਹੋਈ ਸੀ? 1757 ਈਸਵੀ ਦੇ ਵਿੱਚ। ਬਕਸਰ ਦੀ ਲੜਾਈ ਡੈਸ਼ ਈਸਵੀ ਵਿੱਚ ਹੋਈ ਸੀ? 1764 ਈਸਵੀ ਦੇ ਵਿੱਚ। ਚੇਨਈ ਦਾ ਪੁਰਾਣਾ ਨਾਂ ਕੀ ਸੀਗਾ? ਮਦਰਾਸ। ਕਿਸ ਨਗਰ ਨੂੰ 1661 ਈਸਵੀ ਵਿੱਚ ਪੁਰਤਗਾਲੀਆਂ ਨੇ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਹੋਣ ਸਮੇਂ ਦਾਜ ਦੇ ਰੂਪ ਵਿੱਚ ਦਿੱਤਾ ਸੀ? ਬੰਬਈ ਨੂੰ। ਜੂਹੂ ਬੀਚ, ਜਹਾਂਗੀਰ ਆਰਟ ਗੈਲਰੀ, ਵਿਕਟੋਰੀਆ ਬਾਗ, ਕਮਲਾ ਨਹਿਰੂ ਪਾਰਕ ਕਿਹੜੇ ਨਗਰ ਦੀ ਸ਼ਾਨ ਵਧਾਉਂਦੇ ਸੀਗੇ? ਮੁੰਬਈ ਦੇ। ਠੀਕ ਹੈ, ਮੁੰਬਈ 'ਚ ਹੈਗੇ ਨੇ ਹਜੇ ਵੀ। ਡੈਸ਼ ਵਿਖੇ ਦੇਖਣਯੋਗ ਅਸਥਾਨ ਗਿਰਜਾ ਘਰ, ਸੁੰਦਰ ਮੰਦਰ, ਮਦਰਾਸ ਹਾਈ ਕੋਰਟ, ਠੀਕ ਹੈ, ਸਮੁੰਦਰੀ ਤੱਟ ਆਦਿ ਹਨ। ਇੱਥੇ ਮਦਰਾਸ ਦੇ ਵਿੱਚ। ਕੋਲਕਾਤਾ ਦੇ ਵੇਖਣਯੋਗ ਸਥਾਨ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ, ਬੋਟਨੀਕਲ ਗਾਰਡਨ, ਅਲੀਪੁਰ ਚਿੜੀਆ ਘਰ ਅਤੇ ਵੈਲੂਰ ਮੱਠ ਆਦਿ ਹਨ। ਇਹ ਕੀ ਹੈਗਾ? ਸਹੀ, ਕੋਲਕਾਤਾ ਦੇ ਨੇ। ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਸਥਾਪਿਤ ਕੀਤੀ ਸੀ? 1695 'ਚ। ਕਿੱਥੇ ਕੀਤੀ ਸੀ? ਕੋਲਕਾਤਾ ਵਿੱਚ। ਦਿੱਲੀ ਡੈਸ਼ ਨਦੀ ਦੇ ਕੰਢੇ 'ਤੇ ਸਥਿਤ ਹੈਗੀ? ਜਮੁਨਾ। ਮਹਾਕਾਵੀ ਕਾਲ ਵਿੱਚ ਦਿੱਲੀ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਸੀ? ਇੰਦਰ-ਪ੍ਰਸਥ। ਠੀਕ ਹੈ, ਇੰਦਰ-ਪ੍ਰਸਥ। ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜੇ 3 ਸ਼ਹਿਰਾਂ ਵਿੱਚ ਨਗਰ ਪਾਲਿਕਾਵਾਂ ਸਥਾਪਿਤ ਕੀਤੀਆਂ ਸੀ? ਮਦਰਾਸ, ਬੰਬਈ ਅਤੇ ਕਲਕੱਤਾ 'ਚ। ਠੀਕ ਹੈ। ਹਾਂਜੀ, ਹੁਣ ਆਉਂਦਾ ਆ ਭਾਰਤ ਵਿੱਚ ਸਰਵਜਨਕ ਕਾਰ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ੀ ਅਫਸਰ ਕੀਤੀ ਸੀ? ਲਾਰਡ ਡਲਹੌਜ਼ੀ ਦੁਆਰਾ। ਅੰਗਰੇਜ਼ੀ ਸਰਕਾਰ ਸਮੇਂ ਭਾਰਤ ਵਿੱਚ ਪੁਲਿਸ ਪ੍ਰਬੰਧ ਕਿਸ ਨੇ ਕੀਤਾ ਸੀ? ਲਾਰਡ ਕਾਰਨਵਾਲਿਸ ਨੇ। ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈਸਵੀ ਵਿੱਚ ਬੰਬਈ ਤੋਂ ਥਾਣਾ ਸ਼ਹਿਰ ਤੱਕ ਬਣਾਈ ਗਈ ਸੀ। ਇਹ ਹੈਗਾ ਸਹੀ। ਠੀਕ ਹੈ। ਡੈਸ਼ ਈਸਵੀ ਵਿੱਚ ਅੰਗਰੇਜ਼ਾਂ ਨੇ ਆਪਣੀ ਭਾਰਤੀ ਸਮਾਜ ਦੀ ਰਾਜਧਾਨੀ ਕੋਲਕਾਤਾ ਦੀ ਥਾਂ ਦਿੱਲੀ ਨੂੰ ਬਣਾਇਆ ਸੀ 1911 ਵਿੱਚ। ਡੈਸ਼ ਕਦੀ ਮੁਗਲ ਬਾਦਸ਼ਾਹ ਅਕਬਰ ਦੀ ਰਾਜਧਾਨੀ ਸੀ? ਠੀਕ ਹੈ, ਕਦੋਂ ਸੀ? ਫਤਿਹਪੁਰ ਸਿਕਰੀ ਸੀ ਕਦੀ। ਠੀਕ ਹੈ, ਅਕਬਰ ਦੀ ਰਾਜਧਾਨੀ ਕੀ ਸੀ? ਫਤਿਹਪੁਰ ਸਿਕਰੀ। ਦਿੱਲੀ ਵਿੱਚ ਵੇਖਣਯੋਗ ਪ੍ਰਸਿੱਧ ਅਸਥਾਨਾਂ ਲਾਲ ਕਿਲ੍ਹਾ, ਚਿੜੀਆ ਘਰ, ਆਪੂ ਘਰ, ਇੰਡੀਆ ਗੇਟ, ਜੰਤਰ ਮੰਤਰ, ਸੰਸਦ ਭਵਨ, ਰਾਸ਼ਟਰਪਤੀ ਹਾਊਸ, ਬਿਰਲਾ ਮੰਦਰ ਅਤੇ ਗੁਰਦੁਆਰਾ ਸੀਸਗੰਜ ਹਨ। ਇਹ ਹੈਗਾ ਸਹੀ। ਹੁਣ ਆ ਜਾਂਦਾ ਪਾਠ 18 ਕਲਾਵਾਂ, ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ। ਆਨੰਦ ਮਠ ਨਾਵਲ ਕਿਸ ਨੇ ਲਿਖਿਆ? ਬੰਕਿਮ ਚੰਦਰ ਚੈਟਰਜੀ ਨੇ। ਭਾਰਤ ਵਿੱਚ ਸਭ ਤੋਂ ਪਹਿਲਾਂ ਛਾਪਾਖਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਸੀਗਾ? 1557 ਵਿੱਚ ਪੁਰਤਗਾਲੀਆਂ ਦੁਆਰਾ। ਠੀਕ ਹੈ। ਨੈਕਸਟ ਆਉਂਦਾ ਬਾਲ ਗੰਗਾਧਰ ਤਿਲਕ ਨੇ ਕਿਹੜੇ 2 ਅਖਬਾਰ ਛਾਪਣੇ ਸ਼ੁਰੂ ਕੀਤੇ ਸਨ? ਕਿਹੜੇ ਸੀਗੇ? ਕੇਸਰੀ ਅਤੇ ਮਰਾਠਾ। ਠੀਕ ਹੈ। ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਦੇ ਨਾਮ ਕੀ ਹੈਗੇ? GRK ਸੰਤੋਸ਼, ਗੁਲਾਮ ਸ਼ੇਖ, ਸ਼ਾਂਤੀ ਦੇਵ, DR ਚੌਧਰੀ, ਸਤੀਸ਼ ਗੁਜਰਾਲ, KG ਸੁਬਰਮਨਿਅਮ। ਸੌਰੀ ਬੱਚੇ, ਮਿਕਸ ਹੋ ਗਿਆ। ਠੀਕ ਹੈ। ਤਿੰਨ ਹੀ ਸੀਗੇ, GRK ਸੰਤੋਸ਼, ਗੁਲਾਮ ਸ਼ੇਖ ਅਤੇ ਸ਼ਾਂਤੀ ਦੇਵ। ਠੀਕ ਹੈ। ਨੈਕਸਟ ਕੁਐਸਚਨ ਇੱਥੋਂ ਸ਼ੁਰੂ ਹੁੰਦਾ। DR ਚੌਧਰੀ, ਸਤੀਸ਼ ਗੁਜਰਾਲ ਅਤੇ KG ਸੁਬਰਮਨਿਅਮ ਕਿਹੜੇ ਸਕੂਲ ਦੇ ਪ੍ਰਸਿੱਧ ਕਲਾਕਾਰ ਸੀਗੇ? ਇਹ ਸੀਗੇ ਮਦਰਾਸ ਕਲਾ ਸਕੂਲ ਦੇ। ਠੀਕ ਹੈ। 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਆਧੁਨਿਕ ਭਾਰਤੀ ਇਤਿਹਾਸ, ਨਾਵਲ, ਕਹਾਣੀ, ਕਥਾ ਸਾਹਿਤ, ਲਘੂ ਵਾਰਤਾ, ਕਾਵਿ ਰਚਨਾ, ਨਾਟਕ, ਸਿਨੇਮਾ ਆਦਿ ਦਾ ਬਹੁਤ ਵਿਕਾਸ ਹੋਇਆ ਸੀ। ਇਹ ਹੈਗਾ ਸਹੀ। ਵੰਦੇ ਮਾਤਰਮ ਰਾਸ਼ਟਰੀ ਗੀਤ ਡੈਸ਼ ਨੇ ਲਿਖਿਆ? ਕਿਹਨੇ ਲਿਖਿਆ ਜੀ? ਬੰਕਿਮ ਚੰਦਰ ਚੈਟਰਜੀ ਨੇ। ਮੁਨਸ਼ੀ ਪ੍ਰੇਮਚੰਦ ਨੇ ਉਰਦੂ ਅਤੇ ਹਿੰਦੀ ਭਾਸ਼ਾ ਵਿੱਚ ਕਈ ਨਾਵਲ ਲਿਖੇ? ਸਹੀ ਹੈ। ਰਵਿੰਦਰ ਨਾਥ ਟੈਗੋਰ, ਪ੍ਰੇਮਚੰਦ,
ਜਸ਼ਪਾਲ, ਜਤਿੰਦਰ ਕੁਮਾਰ ਅਤੇ ਕ੍ਰਿਸ਼ਨ ਚੰਦਰ ਆਦਿ ਭਾਰਤ ਦੇ ਪ੍ਰਸਿੱਧ ਡੈਸ਼ ਲੇਖਕ ਸਨ, ਲਘੂ ਵਾਰਤਾ ਲੇਖਕ ਸਨ। ਰਾਜਾ ਰਵੀ ਵਰਮਾ ਚਿੱਤਰਕਾਰੀ ਦੇ ਨਾਲ ਨਾਲ ਬੁੱਤ ਤਰਾਸ਼ੀ ਵਿੱਚ ਵੀ ਮਾਹਰ ਸਨ। ਉਸ ਨੇ ਭਾਰਤ ਦੇ ਬੀਤੇ ਸਮੇਂ ਨੂੰ ਤਸਵੀਰਾਂ ਦੁਆਰਾ ਪ੍ਰਗਟ ਕੀਤਾ। ਇਹ ਹੈਗਾ ਸਹੀ। ਅੰਮ੍ਰਿਤਾ ਸ਼ੇਰਗਿੱਲ ਅਤੇ ਡੈਸ਼ ਪ੍ਰਸਿੱਧ ਚਿੱਤਰਕਾਰ ਸਨ। ਉਹਨਾਂ ਨੂੰ ਆਧੁਨਿਕ ਯੂਰਪੀਅਨ ਕਲਾ, ਆਧੁਨਿਕ ਜੀਵਾਤਮਾ ਅਤੇ ਹਾਵ ਭਾਵਾਂ ਦੇ ਕਿਸਮਾਂ ਦੀਆਂ ਬਹੁਤ ਜਾਣਕਾਰੀ ਸੀ। ਇਹ ਕੌਣ ਸੀ? ਜਾਰਜ ਕੀਟ। ਠੀਕ ਹੈ, ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ। ਪ੍ਰਿੰਸ ਆਫ ਵੇਲਸ ਮਿਊਜ਼ੀਅਮ ਅੱਜ ਕੱਲ੍ਹ ਛਤਰਪਤੀ ਸ਼ਿਵਾਜੀ ਮਹਾਰਾਜਾ ਸੰਗ੍ਰਹਿਆਲਾ ਵੀ ਕਿਹਾ ਜਾਂਦਾ ਹੈ। ਇਹ ਹੈਗਾ ਸਹੀ। ਵਾਰ ਮੈਮੋਰੀਅਲ ਚੇਨਈ ਸੰਸਾਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਬਣਾਈ ਗਈ। ਇਹ ਹੈਗਾ ਸਹੀ। ਚੇਨਈ ਵਿਖੇ ਮੈਰੀਨਾ ਸਮੁੰਦਰ ਕਿਨਾਰਾ ਲਗਭਗ ਡੈਸ਼ ਲੰਬਾ ਹੈ। ਕਿੰਨਾ ਲੰਬਾ ਹੈ ਜੀ? 6 ਕਿਲੋਮੀਟਰ ਹੋਏਗਾ। ਗੇਟਵੇ ਆਫ ਇੰਡੀਆ ਭਾਰਤ ਦੇ ਕਿਸ ਸ਼ਹਿਰ ਵਿੱਚ ਸਥਿਤ ਹੈਗਾ? ਮੁੰਬਈ 'ਚ। ਫੋਰਟ ਜਾਰਜ ਸੇਂਟ ਚੇਨਈ ਭਾਰਤ ਵਿੱਚ ਪਹਿਲਾ ਅੰਗਰੇਜ਼ੀ ਕਿਲ੍ਹਾ ਸੀ। ਇਹ ਹੈਗਾ ਸਹੀ। ਹਾਂਜੀ, ਅੱਗੇ ਦੇਖਦੇ ਹਾਂ। ਹਾਂਜੀ, ਸਾਡੇ ਪੁਰਾਤਨ ਭਾਰਤੀ ਨਾਚ ਭਾਰਤ ਨਾਟਿਅਮ, ਕਥਕਲੀ, ਕੁਚੀਪੁੜੀ ਅਤੇ ਕੱਥਕ ਨਹੀਂ ਸਨ। ਇਹ ਹੈਗਾ ਗਲਤ। ਸਾਡੇ ਦੇਸ਼ ਦਾ ਪੁਰਾਤਨ ਸੰਗੀਤ ਹਿੰਦੁਸਤਾਨੀ, ਕਰਨਾਟਕ ਸੰਗੀਤ ਸਕੂਲ ਭਾਰਤ ਦੇ ਅਮੀਰ ਵਿਰਸੇ ਦੀ ਉਦਾਹਰਨ ਹਨ। ਇਹ ਹੈਗਾ ਸਹੀ। ਫਰਾਂਸੀਸੀ ਨਿਊਟਨ ਸੁਜਾ ਕਿਸ ਸਕੂਲ ਦੇ ਪ੍ਰਸਿੱਧ ਕਲਾਕਾਰ ਸੀ? ਇਹ ਕਿਸੇ ਗਏ? ਬੰਬਈ ਕਲਾ ਸਕੂਲ ਦੇ। ਰਵਿੰਦਰ ਨਾਥ ਟੈਗੋਰ, ਹਾਵੈਲ ਕੁਮਾਰ ਸੁਆਮੀ ਨੇ ਕਿਹੜੇ ਕਲਾ ਸਕੂਲ ਨੂੰ ਪ੍ਰਫੁੱਲਿਤ ਕੀਤਾ ਸੀ? ਕਿਹੜੇ ਸਕੂਲ ਨੂੰ? ਬੰਗਾਲ ਦਾ ਕਲਾ ਸਕੂਲ। ਹੁਣ ਆ ਜਾਂਦਾ ਪਾਠ ਨੰਬਰ 19, ਰਾਸ਼ਟਰੀ ਅੰਦੋਲਨ 1885 ਤੋਂ 1919 ਤੱਕ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਮਿਸਟਰ A.O. ਹਿਊਮ ਨੇ ਡੈਸ਼ ਈਸਵੀ ਵਿੱਚ ਬੰਬਈ ਵਿਖੇ ਕੀਤੀ ਸੀ? 28 ਦਸੰਬਰ 1885 ਈਸਵੀ ਦੇ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਬੰਬਈ ਵਿਖੇ ਉਮੇਸ਼ ਚੰਦਰ ਬੈਨਰਜੀ ਦੀ ਪ੍ਰਧਾਨਗੀ ਹੇਠ ਅਤੇ ਇਸ ਦੇ 72 ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ। ਇਹ ਹੈਗਾ ਸਹੀ। 1885 ਤੋਂ 1905 ਤੱਕ ਰਾਸ਼ਟਰੀ ਅੰਦੋਲਨ ਨੂੰ ਡੈਸ਼ ਕਿਹਾ ਜਾਂਦਾ ਸੀ? ਉਦਾਰਵਾਦੀ ਯੁੱਗ। ਠੀਕ ਹੈ, ਉਦਾਰਵਾਦੀ ਯੁੱਗ ਕਿਹਾ ਜਾਂਦਾ ਸੀ। ਫਿਰੋਜ਼ ਸ਼ਾਹ ਮਹਿਤਾ, ਦਾਦਾ ਭਾਈ ਨਰੋਜੀ, ਸੁਰਿੰਦਰਨਾਥ ਬੈਨਰਜੀ, ਗੋਪਾਲ ਕ੍ਰਿਸ਼ਨ ਗੋਖਲੇ ਅਤੇ ਮਦਨ ਮੋਹਨ ਮਾਲਵੀਆ ਨੂੰ ਉਦਾਰਵਾਦੀ ਨੇਤਾ ਕਹਿੰਦੇ ਸੀ। ਠੀਕ ਹੈ, ਕਹਿੰਦੇ ਸੀ ਉਦਾਰਵਾਦੀ ਨੇਤਾ। 1905 ਤੋਂ 1919 ਵਿੱਚ ਰਾਸ਼ਟਰੀ ਅੰਦੋਲਨ ਦੀ ਅਗਵਾਈ ਡੈਸ਼ ਨੇ ਕੀਤੀ ਸੀ? ਕਿਹਨੇ ਕੀਤੀ ਸੀ? ਉਦਾਰਵਾਦੀ ਨੇਤਾਵਾਂ ਨੇ। ਲਾਰਡ ਕਰਜ਼ਨ ਨੇ ਡੈਸ਼ ਈਸਵੀ ਵਿੱਚ ਬੰਗਾਲ ਦੀ ਵੰਡ ਕਰਕੇ ਇਹ ਵੰਡ ਕਾਰਨ ਅਸਲੀ ਉਦੇਸ਼ ਹਿੰਦੂ ਅਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ ਅਤੇ ਰਾਸ਼ਟਰੀ ਸ਼ਕਤੀ ਨੂੰ ਕਮਜ਼ੋਰ ਕਰਨਾ ਸੀ। ਇੱਕ ਸੀਗਾ 1905 ਦੇ ਵਿੱਚ ਹੋਇਆ ਸੀ। ਲਾਰਡ ਕਰਜ਼ਨ ਦੁਆਰਾ 1905 ਵਿੱਚ ਬੰਗਾਲ ਦੀ ਵੰਡ ਕਰਨ ਨਾਲ ਬੰਗਾਲ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸ਼ੁਰੂ ਹੋਇਆ ਸੀਗਾ, ਜਿਸ ਦਾ ਉਦੇਸ਼ ਵਿਦੇਸ਼ੀ ਵਸਤਾਂ ਦੀ ਬਾਈਕਾਟ ਕਰਨਾ, ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨਾ ਸੀ। ਠੀਕ ਹੈ, ਸਹੀ ਹੈਗਾ। ਠੀਕ ਹੈ, ਸਵਦੇਸ਼ੀ ਵਸਤਾਂ ਜਿਹੜਾ ਕਿ ਅੰਗਰੇਜ਼ਾਂ ਦੁਆਰਾ ਬਣਾਈਆਂ ਗਈਆਂ ਸੀ ਅਤੇ ਵਿਦੇਸ਼ੀ ਵਸਤਾਂ ਜਿਹੜੀਆਂ ਅੰਗਰੇਜ਼ਾਂ ਦੁਆਰਾ ਬਣਾਈਆਂ ਸੀ। ਸਵਦੇਸ਼ੀ ਜਿਹੜੀਆਂ ਕਿ ਆਪਣੇ ਭਾਰਤ ਵਾਸੀਆਂ ਵੱਲੋਂ ਬਣਾਈਆਂ ਗਈਆਂ ਸੀ, ਉਹਨਾਂ ਨੂੰ ਕਹਿੰਦੇ ਸੀ। ਅਤੇ ਜਿਹੜਾ ਕਿ ਬਾਈਕਾਟ ਹੁੰਦਾ ਉਹਨਾਂ ਨੂੰ ਜਲਾ ਦੇਣਾ। ਠੀਕ ਹੈ, ਅੰਗਰੇਜ਼ਾਂ ਜਿਹੜੀਆਂ ਵਸਤਾਂ ਸੀ ਉਹਨਾਂ ਨੂੰ ਜਲਾ ਕੇ ਅਤੇ ਆਪਣੀ ਖੁਦ ਦੀਆਂ ਵਸਤਾਂ ਯਾਨੀ ਕਿ ਕੱਪੜੇ ਕੁੱਪੜੇ ਬਣਾ ਕੇ ਵਰਤੋਂ ਕਰਨੀ ਸੀਗੀ। ਠੀਕ ਹੈ। ਡੈਸ਼ ਨੇ ਕਿਹਾ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗਾ। ਕਿਹਨੇ ਕਿਹਾ ਸੀ? ਲਾਲ ਹਰਦਿਆਲ ਨੇ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਸੀਗੀ? 30 ਦਸੰਬਰ 1906 ਵਿੱਚ ਮੁਸਲਿਮ ਨੇਤਾਵਾਂ ਨੇ ਕੀਤੀ ਸੀ। ਹੇਠ ਲਿਖਿਆਂ ਵਿੱਚੋਂ ਕਿਹੜਾ ਨੇਤਾ ਉਦਾਰਵਾਦੀ ਅੰਦੋਲਨ ਨਾਲ ਸੰਬੰਧ ਰੱਖਦਾ ਨਹੀਂ ਹੈਗਾ? ਦਾਦਾ ਭਾਈ ਨਰੋਜੀ। ਇੰਡੀਅਨ ਨੈਸ਼ਨਲ ਕਾਂਗਰਸ ਦਾ ਸਮਾਗਮ ਸੂਰਤ ਵਿਖੇ 1907 ਈਸਵੀ ਵਿੱਚ ਹੋਇਆ ਸੀਗਾ। ਇਸ ਵਿੱਚ ਗਰਮ ਦਲ ਦੇ ਨੇਤਾਵਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਪਰੰਤੂ 1916 ਵਿੱਚ ਕਾਂਗਰਸ ਦੇ ਦੋਹਾਂ ਦਲਾਂ ਵਿਚਕਾਰ ਦੁਬਾਰਾ ਸਮਝੌਤਾ ਹੋ ਗਿਆ ਸੀ। ਇਹ ਸੀਗਾ ਸਹੀ। ਅਮਰੀਕਾ ਵਿੱਚ ਸੈਨ ਫਰਾਂਸਿਸਕੋ ਵਿੱਚ 1913 ਈਸਵੀ ਵਿੱਚ ਗਦਰ ਪਾਰਟੀ ਦੀ ਸਥਾਪਨਾ ਕਰਕੇ ਡੈਸ਼ ਨੂੰ ਪ੍ਰਧਾਨ ਬਣਾਇਆ ਗਿਆ ਸੀ? ਸੋਹਣ ਸਿੰਘ ਭਕਨਾ ਨੂੰ। ਅੱਗੇ 1916 ਵਿੱਚ ਸ਼੍ਰੀਮਤੀ ਐਨੀ ਬੇਸੈਂਟ ਨੇ ਮਦਰਾਸ ਵਿਖੇ ਬਾਲ ਗੰਗਾਧਰ ਤਿਲਕ ਨੇ ਪੂਨੇ ਵਿਖੇ ਹੋਮ ਰੂਲ ਅੰਦੋਲਨ ਦੀ ਸਥਾਪਨਾ ਕੀਤੀ ਸੀ। ਇਹ ਹੈਗਾ ਸਹੀ। ਹੁਣ ਆ ਜਾਂਦਾ ਪਾਠ ਨੰਬਰ 20ਵਾਂ, ਭਾਰਤੀ ਸੁਤੰਤਰਤਾ ਲਈ ਸੰਘਰਸ਼ 1919 ਤੋਂ 1947। ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਭਾਰਤ ਡੈਸ਼ ਈਸਵੀ ਵਿੱਚ ਆਏ ਸੀ? 1915 ਵਿੱਚ। ਮਹਾਤਮਾ ਗਾਂਧੀ ਜੀ 1919 ਵਿੱਚ
ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਸ਼ਾਮਿਲ ਹੋਏ ਅਤੇ 1947 ਈਸਵੀ ਤੱਕ ਆਜ਼ਾਦੀ ਪ੍ਰਾਪਤ ਕਰਨ ਲਈ ਕੀਤੇ ਗਏ ਅੰਦੋਲਨਾਂ ਦੀ ਅਗਵਾਈ ਕੀਤੀ। ਇਸ ਲਈ ਭਾਰਤੀ ਇਤਿਹਾਸ ਦੇ 1919 ਤੋਂ 1947 ਦੇ ਸਮੇਂ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ। ਕਿ ਹੈਗਾ ਸਹੀ। ਮਹਾਤਮਾ ਗਾਂਧੀ ਦਾ ਜਨਮ 1869 ਈਸਵੀ ਨੂੰ ਦੀਵਾਨ ਕਰਮਚੰਦ ਗਾਂਧੀ ਦੇ ਘਰ ਕਾਠੀਆਵਾੜ ਗੁਜਰਾਤ ਦੇ ਨਗਰ ਪੋਰਾਬੰਦ ਵਿਖੇ ਹੋਇਆ ਸੀਗਾ। ਉਹਨਾਂ ਦੀ ਮਾਤਾ ਦਾ ਨਾਮ ਪੁਤਲੀ ਬਾਈ ਸੀਗਾ। ਕਦੋਂ ਹੋਇਆ ਸੀ? 2 ਅਕਤੂਬਰ ਨੂੰ। ਰੋਲਟ ਐਕਟ ਕਦੋਂ ਪਾਸ ਹੋਇਆ ਸੀਗਾ? 1919 'ਚ। ਨਾ ਮਿਲਵਰਤਨ ਅੰਦੋਲਨ ਅਧੀਨ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰ ਹਿੰਦ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ ਸੀ। ਇਹ ਹੈਗਾ ਸਹੀ। ਜਲਿਆਂਵਾਲੇ ਬਾਗ ਦੀ ਘਟਨਾ ਕਦੋਂ ਵਾਪਰੀ ਸੀ? 13 ਅਪ੍ਰੈਲ 1919 ਨੂੰ। ਠੀਕ ਹੈ। ਕਿੱਥੇ ਵਾਪਰੀ ਸੀ ਇਹ? ਅੰਮ੍ਰਿਤਸਰ ਦੇ ਵਿੱਚ। ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਵਿੱਚ ਲਗਭਗ ਲੋਕ ਮਾਰੇ ਗਏ ਅਤੇ 3000 ਤੋਂ ਵੱਧ ਲੋਕ ਜ਼ਖਮੀ ਸੀਗੇ। 1000 ਲੋਕ ਮਾਰੇ ਗਏ ਅਤੇ 3000 ਤੋਂ ਵੱਧ ਲੋਕ ਜ਼ਖਮੀ ਸੀਗੇ। ਭਾਰਤ ਦੇ ਮੁਸਲਮਾਨ ਲੋਕਾਂ ਨੇ ਅੰਗਰੇਜ਼ਾਂ ਦਾ ਵਿਰੋਧ ਕਰਨ ਲਈ ਕਿਹੜਾ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਜਿਸ ਦੀ ਅਗਵਾਈ ਸ਼ੌਕਤ ਅਲੀ, ਮੁਹੰਮਦ ਅਲੀ, ਅਬੁਲ ਕਲਾਮ, ਠੀਕ ਹੈ, ਅਬੁਲ ਕਲਾਮ ਆਜ਼ਾਦ ਅਤੇ ਅਜ਼ਮਲ ਖਾਨ ਨੇ ਕੀਤੀ ਸੀ। ਕੌਣ ਸੀਗਾ? ਖਿਲਾਫਤ ਅੰਦੋਲਨ। ਠੀਕ ਹੈ। ਖਿਲਾਫਤ ਅੰਦੋਲਨ। ਮਹਾਤਮਾ ਗਾਂਧੀ ਨੇ ਸਰਕਾਰ ਖਿਲਾਫ ਨਾ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ ਸੀਗਾ? 1920 ਦੇ ਵਿੱਚ। ਮੋਤੀ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ ਅਤੇ ਲਾਲਾ ਲਾਜਪਤ ਰਾਏ ਨੇ ਅਧੀਨ ਵਕਾਲਤ ਛੱਡ ਦਿੱਤੀ ਸੀ ਨਾ ਮਿਲਵਰਤਨ ਅੰਦੋਲਨ। ਠੀਕ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਗੋਰਖਪੁਰ ਦੇ ਪਿੰਡ ਚੌਰੀ ਚੌਰਾ ਵਿੱਚ ਹਿੰਸਕ ਘਟਨਾ ਵਾਪਰਨ ਨਾਲ ਮਹਾਤਮਾ ਗਾਂਧੀ ਨੇ ਵਿੱਚ ਨਾ ਮਿਲਵਰਤਨ ਅੰਦੋਲਨ ਨੂੰ ਮੁਲਤਵੀ ਕਰਤਾ ਸੀਗਾ ਬਾਰਦੌਲੀ 'ਚ। ਠੀਕ ਹੈ। 1923 ਈਸਵੀ ਦੇ ਵਿੱਚ ਸੁਤੰਤਰਤਾ ਪ੍ਰਾਪਤ ਕਰਨ ਲਈ ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਪੰਡਿਤ ਮੋਤੀ ਲਾਲ ਨਹਿਰੂ ਅਤੇ CR ਦਾਸ। ਵਿੱਚ ਭੇਜੇ ਸਾਈਮਨ ਕਮਿਸ਼ਨ ਦੇ ਕੁੱਲ 7 ਮੈਂਬਰ ਅੰਗਰੇਜ਼ ਸੀਗੇ। 1928 ਵਿੱਚ ਭੇਜੇ। ਠੀਕ ਹੈ। ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਕਦੋਂ ਵਾਪਸ ਲਿਆ ਸੀਗਾ? 1922 ਦੇ ਵਿੱਚ। 1920 ਤੋਂ 1925 ਈਸਵੀ ਦੌਰਾਨ ਪੰਜਾਬ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ। ਇਸ ਲਹਿਰ ਵੀ ਕਿਹਾ ਜਾਂਦਾ ਹੈ। ਕਿਹੜੀ ਲਹਿਰ? ਅਕਾਲੀ ਲਹਿਰ। ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਚਰਿੱਤਰਹੀਣ ਵਿਅਕਤੀ ਸੀਗਾ। ਕੌਣ ਸੀ? ਨਾਰਾਇਣ ਦਾਸ। ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਮਹੰਤ ਕੋਲ ਸੀ, ਜਿਹੜਾ ਕਿ ਚਰਿੱਤਰਹੀਣ ਵਿਅਕਤੀ ਸੀ। ਕੌਣ ਸੀ? ਸੁੰਦਰਦਾਸ। ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ ਦਾ ਸੰਬੰਧ ਕਿਸ ਮੋਰਚੇ ਨਾਲ ਹੈ, ਜਿਨ੍ਹਾਂ ਨੂੰ 1923 ਈਸਵੀ ਵਿੱਚ ਅਕਾਲੀਆਂ ਦੀ ਸਹਾਇਤਾ ਕਰਨ ਦੇ ਜ਼ੁਰਮ ਕਾਰਨ ਗੱਦੀ ਉੱਤੋਂ ਉਤਾਰ ਦਿੱਤਾ ਗਿਆ ਸੀ? ਕੌਣ ਸੀ? ਜੈਤੋ ਦਾ ਮੋਰਚਾ ਸੀਗਾ ਉਹ। 4 ਅਪ੍ਰੈਲ 1930 ਈਸਵੀ ਵਿੱਚ ਮਹਾਤਮਾ ਗਾਂਧੀ ਨੇ ਡਾਂਡੀ ਪਿੰਡ ਵਿੱਚ ਸਮੁੰਦਰ ਦੇ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਸੀ। ਹੈਗਾ ਸਹੀ। ਲਾਹੌਰ ਵਿੱਚ 1928 ਈਸਵੀ ਦੇ ਵਿੱਚ ਸਾਈਮਨ ਕਮਿਸ਼ਨ ਬਾਈਕਾਟ ਖਿਲਾਫ ਲਾਠੀਚਾਰਜ ਵਿੱਚ ਕ੍ਰਾਂਤੀ ਨੂੰ ਆਪਣੀ ਜਾਨ ਗਵਾਉਣੀ ਪਈ। ਇਸ ਕ੍ਰਾਂਤੀਕਾਰੀ ਨੂੰ ਲਾਲਾ ਲਾਜਪਤ ਰਾਏ ਨੂੰ, ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਭਗਵਤੀ ਚਰਨ ਵੋਹਰਾ ਆਦਿ ਨੇ 1926 ਈਸਵੀ ਵਿੱਚ ਦੀ ਸਥਾਪਨਾ ਕੀਤੀ। ਕਦੀ ਕੀਤੀ ਸੀ? ਨੌਜਵਾਨ ਭਾਰਤ ਸਭਾ ਦੀ। ਭਗਤ ਸਿੰਘ, ਰਾਜਗੁਰੂ ਸੁਖਦੇਵ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਕਦੋਂ ਦਿੱਤੀ ਗਈ ਸੀ? 23 ਮਾਰਚ 1931 ਨੂੰ। ਹਾਂਜੀ, ਅੱਗੇ ਦੇਖਦੇ ਹਾਂ। 26 ਜਨਵਰੀ 1930 ਨੂੰ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਸੀਗਾ ਸੁਤੰਤਰਤਾ ਦਿਵਸ। ਠੀਕ ਹੈ। ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਸੀ? 8 ਅਗਸਤ 1942 ਨੂੰ। ਆਜ਼ਾਦ ਹਿੰਦ ਫੌਜ ਦੀ ਸਥਾਪਨਾ ਸੁਭਾਸ਼ ਚੰਦਰ ਬੋਸ ਵੱਲੋਂ 1943 ਈਸਵੀ ਵਿੱਚ ਵਿਖੇ ਕੀਤੀ ਸੀ? ਜਾਪਾਨ 'ਚ। ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਨਾਅਰਾ ਕਿਸ ਨੇ ਦਿੱਤਾ ਸੀਗਾ? ਸੁਭਾਸ਼ ਚੰਦਰ ਬੋਸ ਨੇ। ਮਾਰਚ 1946 ਈਸਵੀ ਵਿੱਚ ਕੈਬਨਿਟ ਮਿਸ਼ਨ ਭਾਰਤ ਆਇਆ ਸੀਗਾ। ਸਹੀ ਆ। ਸੁਤੰਤਰਤਾ ਪ੍ਰਾਪਤ ਕਰਨ ਲਈ ਮਹਾਤਮਾ ਗਾਂਧੀ ਨੇ 1930 ਤੋਂ 34 ਈਸਵੀ ਤੱਕ ਕਿਹੜਾ ਅੰਦੋਲਨ ਚਲਾਇਆ ਸੀਗਾ? ਸਿਵਲ ਨਾਫਰਮਾਨੀ ਅੰਦੋਲਨ। 23 ਮਾਰਚ 1940 ਈਸਵੀ ਵਿੱਚ ਮੁਸਲਿਮ ਲੀਗ ਨੇ ਲਾਹੌਰ ਵਿੱਚ ਆਪਣੇ ਇਜ਼ਲਾਮ ਵਿੱਚ ਹਿੰਦੂ ਅਤੇ ਮੁਸਲਿਮ ਦੇ ਅਲੱਗ-ਅਲੱਗ
ਕੌਮਾਂ ਹੋਣ ਦੇ ਆਧਾਰ 'ਤੇ ਸੁਤੰਤਰਤਾ ਡੈਸ਼ ਦੀ ਮੰਗ ਕੀਤੀ ਸੀਗੀ ਪਾਕਿਸਤਾਨ ਦੀ, ਠੀਕ ਹੈ, ਸੁਤੰਤਰ ਪਾਕਿਸਤਾਨ ਦੀ। 20 ਫਰਵਰੀ 1947 ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਏਟਲੀ ਨੇ ਐਲਾਨ ਕੀਤਾ ਕਿ 30 ਜੂਨ 1948 ਈਸਵੀ ਨੂੰ ਅੰਗਰੇਜ਼ੀ ਸਰਕਾਰ ਭਾਰਤ ਨੂੰ ਆਜ਼ਾਦ ਕਰ ਦੇਵੇਗੀ। ਸਹੀ ਹੈਗਾ ਇਹ। 18 ਜੁਲਾਈ 1947 ਈਸਵੀ ਨੂੰ ਬ੍ਰਿਟਿਸ਼ ਸੰਸਦ ਨੇ ਭਾਰਤੀ ਸੁਤੰਤਰਤਾ ਐਕਟ ਪਾਸ ਕਰ ਦਿੱਤਾ ਗਿਆ। ਸਿੱਟੇ ਵਜੋਂ 15 ਅਗਸਤ 1947 ਨੂੰ ਭਾਰਤ ਵਿੱਚੋਂ ਆਜ਼ਾਦ ਅੰਗਰੇਜ਼ੀ ਰਾਜ ਖਤਮ ਹੋ ਗਿਆ ਅਤੇ ਭਾਰਤੀ ਆਜ਼ਾਦ ਹੋ ਗਿਆ ਸੀਗਾ। ਇੱਕ ਹੈਗਾ ਸਹੀ। ਹੁਣ ਇਹਦਾ ਪਾਠ ਨੰਬਰ 21 ਸੁਤੰਤਰਤਾ ਤੋਂ ਬਾਅਦ ਦਾ ਭਾਰਤ। ਭਾਰਤੀ ਸੰਵਿਧਾਨ ਸਭਾ ਨੇ ਜੁਲਾਈ ਡੈਸ਼ ਈਸਵੀ ਨੂੰ ਨਵਾਂ ਸੰਵਿਧਾਨ ਬਣਾਉਣਾ ਸ਼ੁਰੂ ਕੀਤਾ ਸੀ 1946 ਨੂੰ। ਭਾਰਤੀ ਸੰਵਿਧਾਨ ਤਿਆਰ ਕਰਨ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਾ ਸੀ। ਇੱਕ ਹੈਗਾ ਸਹੀ। ਭਾਰਤੀ ਸੰਵਿਧਾਨ 26 ਨਵੰਬਰ 1949 ਈਸਵੀ ਨੂੰ ਪਾਸ ਹੋ ਗਿਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਸਹੀ ਹੈ। ਦੇਸੀ ਰਿਆਸਤਾਂ ਦਾ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ 'ਤੇ ਸੀਗਾ? ਸਰਦਾਰ ਵੱਲਭ ਭਾਈ ਪਟੇਲ ਦੇ। ਸੰਵਿਧਾਨ ਸਭਾ ਦੀ ਸਥਾਪਨਾ 1946 ਈਸਵੀ ਵਿੱਚ ਹੋਈ ਅਤੇ ਇਸ ਦੇ 399 ਮੈਂਬਰ ਸੀਗੇ। ਇੱਕ ਹੈਗਾ ਸਹੀ। ਭਾਰਤੀ ਸੰਵਿਧਾਨ ਦੀ ਖਰੜਾ ਕਮੇਟੀ ਦੇ ਪ੍ਰਧਾਨ ਕੌਣ ਸਨ? ਡਾਕਟਰ BR ਅੰਬੇਦਕਰ। 17 ਸਤੰਬਰ 1948 ਈਸਵੀ ਨੂੰ ਡੈਸ਼ ਦੀ ਰਿਆਸਤ ਨੂੰ ਪੁਲਿਸ ਭੇਜੀ ਗਈ ਸੀ ਅਤੇ ਭਾਰਤੀ ਸੰਘ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਹੈਦਰਾਬਾਦੀ। 20 ਫਰਵਰੀ 1948 ਈਸਵੀ ਨੂੰ ਕਿਹੜੀ ਰਿਆਸਤ ਵਿੱਚ ਜਨਮਤ ਸੰਗ੍ਰਹਿ ਕਰਵਾ ਕੇ ਭਾਰਤੀ ਸੰਘ ਵਿੱਚ ਸ਼ਾਮਿਲ ਕੀਤਾ ਗਿਆ? ਕੌਣ ਸੀ? ਜੂਨਾਗੜ੍ਹ। ਆਜ਼ਾਦੀ ਪ੍ਰਾਪਤ ਕਰਨ ਪਿੱਛੋਂ ਭਾਰਤ ਵਿੱਚ ਦੇਸੀ ਰਿਆਸਤਾਂ ਦੀ ਗਿਣਤੀ ਕਿੰਨੀ ਹੋਈ ਸੀਗੀ? 562। ਪਟਿਆਲਾ, ਨਾਭਾ, ਫਰੀਦਕੋਟ, ਕਪੂਰਥਲਾ, ਜੀਂਦ, ਠੀਕ ਹੈ, ਨਾਲਾਗੜ੍ਹ, ਕਲਸੀਆ ਅਤੇ ਮਲੇਰਕੋਟਲਾ ਰਿਆਸਤਾਂ ਨੂੰ ਇਕੱਠਾ ਕਰਕੇ ਡੈਸ਼ ਬਣਾਇਆ ਗਿਆ ਸੀ। ਕੀ ਸੀਗਾ? ਪੈਪਸੂ ਰਾਜ। ਗੋਆ ਨੂੰ ਭਾਰਤ ਦਾ ਦਰਜਾ ਕਦੋਂ ਮਿਲਿਆ ਸੀਗਾ? ਗੋਆ ਨੂੰ ਰਾਜ ਦਾ ਦਰਜਾ, ਭਾਰਤ ਕਿਆ ਹੋ ਗਿਆ ਮੇਰੇ ਤੋਂ। ਗੋਆ ਨੂੰ ਰਾਜ ਦਾ ਦਰਜਾ ਕਦੋਂ ਮਿਲਿਆ ਸੀ? 30 ਮਈ 1987 ਨੂੰ ਮਿਲਿਆ ਸੀ। ਠੀਕ ਹੈ। ਰਾਜਾਂ ਦਾ ਪੁਨਰਗਠਨ ਲਈ 1956 ਈਸਵੀ ਵਿੱਚ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸੀਗੇ? 3। ਗੁੱਟ ਨਿਰਲੇਪ ਦੀ ਪਹਿਲੀ ਕਾਨਫਰੰਸ ਕਦੋਂ ਹੋਈ ਸੀ? 1961 ਵਿੱਚ, ਬੈਲਗ੍ਰੇਡ ਵਿੱਚ। ਇੱਕ ਹੈਗਾ ਸਹੀ। ਸਾਰਕ ਦੀ ਸਥਾਪਨਾ ਕਦੋਂ ਹੋਈ ਸੀ? 1985 ਵਿੱਚ। ਭਾਰਤ ਅਤੇ ਚੀਨ ਭਾਰਤ ਚੀਨ ਵਿੱਚ ਯੁੱਧ ਕਦੋਂ ਲੜਿਆ ਗਿਆ ਸੀ? ਠੀਕ ਹੈ, 1962 'ਚ। ਕਾਰਗਿਲ ਦਾ ਯੁੱਧ 1999 ਈਸਵੀ ਵਿੱਚ ਨਹੀਂ ਹੋਇਆ। ਇਹ ਹੈਗਾ ਗਲਤ। ਠੀਕ ਹੈ। ਡਾਕਟਰ ਰਾਜਿੰਦਰ ਪ੍ਰਸਾਦ ਆਜ਼ਾਦ ਭਾਰਤ ਦੇ ਪਹਿਲੇ ਡੈਸ਼ ਸਨ। ਕੀ ਸੀਗੇ? ਰਾਸ਼ਟਰਪਤੀ। 1954 ਈਸਵੀ ਵਿੱਚ ਡੈਸ਼ ਨੇ ਪਾਂਡੀਚਰੀ, ਚੰਦਰਨਗਰ ਅਤੇ ਮਾਹੀ ਆਦਿ ਇਲਾਕੇ ਵਿੱਚ ਭਾਰਤ ਦੇ ਹਵਾਲੇ ਕਰਤਾ ਕਿ ਫਰਾਂਸ। ਸੁਤੰਤਰਤਾ ਪਿੱਛੋਂ ਭਾਰਤ ਦੇ ਸੰਵਿਧਾਨ ਨਿਰਮਾਣ ਕਰਨ ਲਈ 7 ਮੈਂਬਰਾਂ ਦੀ ਕਮੇਟੀ ਸਥਾਪਿਤ ਕੀਤੀ। ਇਹ ਸਹੀ ਹੈਗਾ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਡੈਸ਼ ਸਨ? ਸਰਦਾਰ ਵੱਲਭ ਭਾਈ ਪਟੇਲ। 1956 ਈਸਵੀ ਦੇ ਰਾਜ ਪੁਨਰਗਠਨ ਆਯੋਗ ਨੇ ਸਾਰੇ ਭਾਰਤ ਨੂੰ ਡੈਸ਼ ਰਾਜਾਂ ਅਤੇ 6 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਸੀ। 14 ਰਾਜਾਂ ਵਿੱਚ। ਠੀਕ ਹੈ। ਭਾਰਤ ਨੇ ਡੈਸ਼ ਈਸਵੀ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਨਾਲ ਇੱਕ ਸਮਝੌਤਾ ਕੀਤਾ ਜੋ ਪੰਚਸ਼ੀਲ ਦੇ 5 ਸਿਧਾਂਤਾਂ 'ਤੇ ਆਧਾਰਿਤ ਸੀਗਾ। 1954। ਧਰਮ ਦੇ ਆਧਾਰ 'ਤੇ ਹੋਣ ਵਾਲੇ ਦੰਗੇ ਫਸਾਦ ਨੂੰ ਕੀ ਕਹਿੰਦੇ ਸੀਗੇ? ਸੰਪਰਦਾਇਕਤਾ। ਗੁੱਟ ਨਿਰਲੇਪ ਲਹਿਰ ਡੈਸ਼ ਈਸਵੀ ਵਿੱਚ ਸ਼ੁਰੂ ਹੋਈ ਸੀ? 1961 'ਚ। ਭਾਰਤ ਪਾਕਿਸਤਾਨ ਵਿਚਕਾਰ 1971 ਈਸਵੀ ਵਿੱਚ ਯੁੱਧ ਹੋਇਆ ਜਿਸ ਵਿੱਚ ਡੈਸ਼ ਦਾ ਜਨਮ ਹੋਇਆ? ਬੰਗਲਾਦੇਸ਼ ਦਾ। ਹੁਣ ਆ ਜਾਂਦਾ ਨਾਗਰਿਕ ਸ਼ਾਸਤਰ। ਇਸ ਤੋਂ ਪਹਿਲਾਂ ਆਪਾਂ ਭੂਗੋਲ ਦੇ ਇਤਿਹਾਸ ਦੇ ਕਰਕੇ ਹਟੇ ਹਾਂ। ਹੁਣ ਨਾਗਰਿਕ ਸ਼ਾਸਤਰ ਹੈਗਾ। ਪਾਠ ਨੰਬਰ 22ਵਾਂ ਸੰਵਿਧਾਨ ਅਤੇ ਕਾਨੂੰਨ। ਡੈਸ਼ ਉਸ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ? ਸੰਵਿਧਾਨ। ਭਾਰਤੀ ਸੰਵਿਧਾਨ ਬਣਾਉਣ ਲਈ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ। ਠੀਕ। ਸੰਵਿਧਾਨ ਦੇ ਕੁੱਲ ਕਿੰਨੇ ਸਮਾਗਮ ਹੋਏ ਸੀ? 11 ਸਮਾਗਮ। ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀਗੀ? 9 ਦਸੰਬਰ 1946 ਨੂੰ। ਡਾਂਡੀ ਨਾਮਕ ਸਥਾਨ 'ਤੇ ਗਾਂਧੀ ਜੀ ਨੇ ਡੈਸ਼ ਤੋੜਿਆ ਸੀਗਾ? ਨਮਕ ਕਾਨੂੰਨ। ਹੇਠ ਲਿਖਿਆਂ ਵਿੱਚੋਂ ਕੌਣ ਸਰਵਉੱਚ ਹੈਗਾ? ਠੀਕ ਹੈ, ਸੰਵਿਧਾਨ ਸਰਵਉੱਚ ਹੈਗਾ। ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਜਿਸ ਦੇ 7 ਮੈਂਬਰ ਸੀਗੇ, ਉਹਨਾਂ ਦਾ ਪ੍ਰਧਾਨ ਕੌਣ ਸੀਗਾ? ਡਾਕਟਰ BR ਅੰਬੇਦਕਰ। ਭਾਰਤ ਛੱਡੋ ਅੰਦੋਲਨ ਕਦੋਂ ਚਲਾਇਆ ਗਿਆ ਸੀ? 1942 ਨੂੰ।
ਮਹਾਤਮਾ ਗਾਂਧੀ ਜੀ ਨੇ 1920 ਈਸਵੀ ਵਿੱਚ ਕਿਹੜਾ ਅੰਦੋਲਨ ਜਿਹੜਾ ਕਿ ਚਲਾਇਆ ਸੀ? ਨਾਮ ਮਿਲਵਰਤਨ ਅੰਦੋਲਨ। ਦਾਜ ਰੋਕ ਕਾਨੂੰਨ ਕਦੋਂ ਪਾਸ ਕੀਤਾ ਸੀਗਾ? 1961 ਵਿੱਚ। ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਜਿਹੜਾ ਕਿ ਲਾਅ ਦਾ ਸ਼ਬਦ ਹੈਗਾ, ਲਾਅ ਸ਼ਬਦ ਦੀ ਉਤਪਤੀ ਟਿਊਟੋਨਿਕ ਸ਼ਬਦ ਲੈਗ ਤੋਂ ਹੋਈ ਹੈਗੀ ਅਤੇ ਇਸ ਦਾ ਅਰਥ ਹੁੰਦਾ ਨਿਸ਼ਚਿਤ, ਇੱਕ ਹੈਗਾ ਠੀਕ। ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਕਿ ਗਲਤ, ਠੀਕ ਹੈ। ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈਗੀ ਕਿ ਠੀਕ। ਹੁਣ ਆ ਜਾਂਦਾ ਪਾਠ ਨੰਬਰ 23 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ਾਂ ਲਈ ਕਾਨੂੰਨ। ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਭਾਰਤੀ ਨਾਗਰਿਕਾਂ ਨੂੰ ਸੁਤੰਤਰਤਾ ਦਿੱਤੀ ਗਈ ਹੈ? ਅਨੁਛੇਦ 19 'ਚ। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹਨ ਜੀ? ਤੀਜੇ ਭਾਗ 'ਚ। ਸਾਡਾ ਪਹਿਲਾ ਮੌਲਿਕ ਅਧਿਕਾਰ ਕਿਹੜਾ ਹੈਗਾ? ਠੀਕ ਹੈ ਜੀ, ਇੱਕ ਸੈਕਿੰਡ। ਹਾਂਜੀ, ਸਾਡਾ ਪਹਿਲਾ ਮੌਲਿਕ ਅਧਿਕਾਰ ਕਿਹੜਾ ਹੈਗਾ? ਸਮਾਨਤਾ ਦਾ ਅਧਿਕਾਰ, ਠੀਕ ਹੈ। ਅੱਗੇ ਆ ਜਾਂਦਾ ਜਾਤ ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ 'ਤੇ ਕੋਈ ਵਿਤਕਰਾ ਨਾ ਕਰਨਾ ਹੈ, ਠੀਕ ਹੈ। ਕੀ ਹੈਗਾ? ਸਮਾਜਿਕ ਨਿਆਂ। ਵੋਟ ਦਾ ਅਧਿਕਾਰ, ਚੁਣੇ ਜਾਣ ਦਾ ਅਧਿਕਾਰ, ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ, ਸਰਕਾਰ ਦੀ ਆਲੋਚਨਾ ਦੀ ਸੁਤੰਤਰਤਾ ਆਦਿ ਡੈਸ਼ ਦੇਣ ਦਾ ਉਪਰਾਲਾ ਹੈਗਾ ਰਾਜਨੀਤਿਕ ਨਿਆਂ ਦੇਣ ਦਾ। ਡੈਸ਼ ਤੋਂ ਭਾਵ ਸਮਾਜ ਵਿੱਚ ਆਰਥਿਕ ਨਾ ਬਰਾਬਰੀ ਦੂਰ ਕਰਕੇ ਆਰਥਿਕ ਅਨਿਆਂ ਨੂੰ ਦੂਰ ਕਰਨਾ ਹੈ, ਇੱਕ ਹੈਗਾ ਆਰਥਿਕ ਨਿਆਂ। ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹੈਗਾ? ਭਾਰਤੀ ਸੰਵਿਧਾਨ 'ਚ। ਸੰਵਿਧਾਨ ਅਨੁਸਾਰ ਧਰਮ, ਜਾਤ, ਲਿੰਗ, ਨਸਲ ਦੇ ਆਧਾਰ 'ਤੇ ਭੇਦਭਾਵ ਕੀਤਾ ਜਾ ਸਕਦਾ ਹੈ, ਇੱਕ ਹੈਗਾ ਗਲਤ। ਪ੍ਰਸਤਾਵਨਾ ਦਾ ਆਰੰਭ ਅਸੀਂ ਭਾਰਤ ਦੇ ਲੋਕ ਦੇ ਸ਼ਬਦਾਂ ਤੋਂ ਹੁੰਦਾ ਹੈ, ਇੱਕ ਹੈਗਾ ਠੀਕ। ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਪ੍ਰਾਪਤੀ ਲਈ ਡੈਸ਼ ਸੋਧ ਰਾਹੀਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਨੂੰ ਸ਼ਾਮਿਲ ਕੀਤਾ ਗਿਆ ਹੈ, 42ਵੀਂ ਸੋਧ। ਹੁਣ ਆ ਜਾਂਦਾ ਪਾਠ ਨੰਬਰ 24ਵਾਂ ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ। ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਰਜ ਹਨ ਜੀ? 6। ਸਿੱਖਿਆ ਦਾ ਅਧਿਕਾਰ ਸੰਵਿਧਾਨ ਦੇ ਕਿਸ ਧਾਰਾ ਅਧੀਨ ਹੈਗਾ ਆ? ਧਾਰਾ 21 ਹੈ। ਉਹ ਅਧਿਕਾਰ ਜਿਹੜੇ ਮਨੁੱਖੇ ਨੂੰ ਮਾਨਵੀ ਜੀਵਨ ਜਿਉਣ ਯੋਗ ਬਣਾਉਂਦੇ ਹਨ, ਉਹਨਾਂ ਨੂੰ ਡੈਸ਼ ਕਹਿੰਦੇ ਹਨ, ਮਨੁੱਖੀ ਅਧਿਕਾਰ। ਅੱਗੇ ਆ ਜਾਂਦਾ ਆ ਕਿਸ ਅਧਿਕਾਰ ਤਹਿਤ ਮਨੁੱਖ ਦਾ ਵਪਾਰ ਕਰਨ, ਤਨਖਾਹ ਦਿੱਤੇ ਬਿਨਾਂ ਕੰਮ ਕਰਾਉਣ, ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਾਉਣ ਦੀ ਮਨਾਹੀ ਹੈਗੀ, ਕਿਹੜਾ ਅਧਿਕਾਰ ਹੈਗਾ? ਸ਼ੋਸ਼ਣ ਵਿਰੋਧ ਅਧਿਕਾਰ। ਸਾਡਾ ਜਿਹੜਾ ਪਹਿਲਾ ਮੌਲਿਕ ਅਧਿਕਾਰ ਕਿਹੜਾ ਹੈਗਾ? ਸਮਾਨਤਾ ਦਾ ਅਧਿਕਾਰ। ਕੁਐਸਚਨ ਰਿਪੀਟ ਹੋ ਗਿਆ ਇਹ। ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਕਿਸੇ ਵਿਅਕਤੀ ਨੂੰ ਧਰਮ ਦੇ ਆਧਾਰ 'ਤੇ ਵਿਤਕਰਾ ਕਰਨ ਦੀ ਮਨਾਹੀ ਹੈਗੀ ਆ? ਧਾਰਾ 25। ਹੁਣ ਆ ਜਾਂਦਾ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਧਰਮ, ਜਾਤ, ਲਿੰਗ ਅਤੇ ਨਸਲ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ? ਧਾਰਾ 15। ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਤ-ਛਾਤ ਦੀ ਜਿਹੜੀ ਕਿ ਸਮਾਜਿਕ ਬੁਰਾਈ ਖਤਮ ਕਰਤੀ ਗਈ ਹੈ? ਧਾਰਾ 17। ਭਾਰਤੀ ਸੰਵਿਧਾਨ ਨੇ ਮੌਲਿਕ ਅਧਿਕਾਰ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਸ਼ਾਮਿਲ ਕੀਤੇ? ਅਮਰੀਕਾ ਦੇ। ਭਾਰਤ ਵਿੱਚ ਸਿੱਖਿਆ ਐਕਟ ਕਦੋਂ ਲਾਗੂ ਕੀਤਾ ਗਿਆ ਸੀ? 1 ਅਪ੍ਰੈਲ 2010 ਨੂੰ। ਪ੍ਰੈਸ ਦੀ ਆਜ਼ਾਦੀ ਕਿਹੜੇ ਅਧਿਕਾਰ ਅਧੀਨ ਹੈਗੀ? ਸੁਤੰਤਰਤਾ ਦੇ ਅਧਿਕਾਰ ਅਧੀਨ। ਸਿੱਖਿਆ ਦੇ ਅਧਿਕਾਰ ਨੂੰ ਕਿਹੜੇ ਅਧਿਕਾਰ ਅਧੀਨ ਦਰਜ ਕੀਤਾ ਹੈਗਾ? ਸੁਤੰਤਰਤਾ ਦੇ ਅਧਿਕਾਰ ਦੇ ਅਧੀਨ। ਹੁਣ ਆ ਜਾਂਦਾ ਪਾਠ ਨੰਬਰ 25ਵਾਂ ਸੰਸਦ ਬਣਤਰ ਅਤੇ ਭੂਮਿਕਾ ਅਤੇ ਵਿਸ਼ੇਸ਼ਤਾਵਾਂ। ਵਰਤਮਾਨ ਸਮੇਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈਗੀ? 545। ਨੈਕਸਟ, ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈਗੀ? 250, 250। ਪੰਜਾਬ ਵਿੱਚ ਲੋਕ ਸਭਾ ਲਈ ਡੈਸ਼ ਮੈਂਬਰ ਚੁਣੇ ਜਾਂਦੇ ਹਨ? 13 ਮੈਂਬਰ। ਭਾਰਤ ਦਾ ਰਾਸ਼ਟਰਪਤੀ ਬਣਨ ਲਈ ਡੈਸ਼ ਸਾਲ ਦੀ ਉਮਰ ਹੋਣੀ ਚਾਹੀਦੀ ਹੈ? ਹਾਂਜੀ, ਕਿੰਨੀ ਹੋਣੀ ਚਾਹੀਦੀ ਹੈ ਜੀ? 35 ਸਾਲ। ਪੰਜਾਬ ਵਿੱਚੋਂ ਰਾਜ ਸਭਾ ਲਈ ਡੈਸ਼ ਮੈਂਬਰ ਅਪਰਤੱਖ ਚੋਣ ਅਨੁਸਾਰ ਚੁਣੇ ਜਾਂਦੇ ਹਨ, ਇੱਕ ਹੈਗਾ 7। ਭਾਰਤ ਨੇ ਸੰਸਦੀ ਸਰਕਾਰ ਦਾ ਢਾਂਚਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਗ੍ਰਹਿਣ ਕੀਤਾ ਸੀਗਾ? ਕਿਹੜਾ ਸੀਗਾ? ਇੰਗਲੈਂਡ। ਰਾਸ਼ਟਰਪਤੀ ਰਾਜ ਸਭਾ ਵਿੱਚੋਂ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈਗਾ? 12। ਸੰਸਦ ਅੰਗਰੇਜ਼ੀ ਭਾਸ਼ਾ ਦਾ ਪਾਰਲੀਮੈਂਟ ਦਾ ਪੰਜਾਬੀ ਅਨੁਵਾਦ ਹੈਗਾ। ਪਾਰਲੀਮੈਂਟ ਸ਼ਬਦ ਫਰਾਂਸੀਸੀ ਸ਼ਬਦ ਪਾਰਲਰ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੁੰਦਾ ਹੈ ਗੱਲਬਾਤ ਕਰਨਾ, ਇੱਕ ਹੈਗਾ ਠੀਕ। ਭਾਰਤ ਵਿੱਚ EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਪਹਿਲੀ ਵਾਰ ਡੈਸ਼ ਦੀਆਂ ਲੋਕ ਸਭਾ ਚੋਣਾਂ ਵਿੱਚ ਕੀਤੀ ਗਈ ਸੀ, ਠੀਕ ਹੈ। ਕਿਹਦੀ? 2004 ਦੀਆਂ ਲੋਕ ਸਭਾ ਦੀਆਂ ਚੋਣਾਂ। ਲੋਕ ਸਭਾ ਵਿੱਚ ਰਾਸ਼ਟਰਪਤੀ ਐਂਗਲੋ ਇੰਡੀਅਨ ਜਾਤੀ ਦੇ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈਗਾ? 2। ਸੰਸਦ ਦੇ ਦੋਨਾਂ ਸਦਨਾਂ ਵਿੱਚ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਹੈਗਾ? ਰਾਸ਼ਟਰਪਤੀ। ਲੋਕ ਸਭਾ ਇੱਕ ਸਥਾਈ ਸਦਨ ਹੈਗਾ।
ਇਹ ਕੀ ਹੈਗਾ ਗਲਤ। ਸੰਸਦ ਸਰਕਾਰ ਵਿੱਚ ਪ੍ਰਧਾਨ ਮੰਤਰੀ ਨਾਮ ਮਾਤਰ ਦਾ ਕਾਰਜਮੁਖੀ ਹੁੰਦਾ ਹੈ, ਇਹ ਹੈਗਾ ਗਲਤ। ਹੁਣ ਆਉਂਦਾ ਪਾਠ ਨੰਬਰ 26ਵਾਂ, ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ। ਹੇਠ ਲਿਖਿਆਂ ਵਿੱਚੋਂ ਕਿਹੜਾ ਸਰਕਾਰ ਦਾ ਅੰਗ ਨਹੀਂ ਹੈਗਾ? ਨਗਰਪਾਲਿਕਾ। ਕਾਰਜਪਾਲਿਕਾ ਕੀ ਕੰਮ ਕਰਦੀ ਹੈ? ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਹਾਂਜੀ, ਹੁਣ ਆਉਂਦਾ ਵਿਧਾਨਪਾਲਿਕਾ ਕੀ ਕਰਦੀ ਹੈ? ਵਿਧਾਨਪਾਲਿਕਾ ਕੀ ਕਰਦੀ ਹੈ? ਵਿਧਾਨਪਾਲਿਕਾ ਕਰਦੀ ਹੈ ਕਾਨੂੰਨ ਬਣਾਉਂਦੀ ਹੈ, ਅਤੇ ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਠੀਕ ਹੈ, ਇਹ ਯਾਦ ਰੱਖਣਾ। ਨਿਆਂਪਾਲਿਕਾ ਕੀ ਕੰਮ ਕਰਦੀ ਹੈ? ਨਿਆਂਪਾਲਿਕਾ ਕੀ ਕੰਮ ਹੁੰਦਾ ਹੈ? ਕਾਨੂੰਨਾਂ ਦੀ ਰੱਖਿਆ। ਹਾਂਜੀ, ਹੁਣ ਦੇਖਦੇ ਅੱਗੇ। ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਜਾਂ ਸਰਵਉੱਚ ਅਦਾਲਤ ਭਾਰਤ ਵਿੱਚ ਕਿੱਥੇ ਸਥਿਤ ਹੈਗੀ? ਦਿੱਲੀ ਦੇ ਵਿੱਚ। ਜ਼ਿਲ੍ਹਾ ਅਦਾਲਤਾਂ ਦੇ ਫੈਸਲਿਆਂ ਵਿਰੋਧ ਉੱਚ ਅਦਾਲਤਾਂ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ, ਕਿ ਅਦਾਲਤ। ਰਾਜ ਦੀ ਸਭ ਤੋਂ ਉੱਚੀ ਅਦਾਲਤ ਨੂੰ ਕੀ ਕਿਹਾ ਜਾਂਦਾ ਹੈ? ਹਾਈ ਕੋਰਟ। ਸੁਪਰੀਮ ਕੋਰਟ ਦਾ ਜੱਜ ਡੈਸ਼ ਸਾਲ ਦੀ ਉਮਰ ਤੱਕ, ਹਾਈ ਕੋਰਟ ਦੇ ਜੱਜਾਂ ਡੈਸ਼ ਸਾਲ ਤੱਕ ਪਦਵੀ 'ਤੇ ਰਹਿੰਦੇ ਹਨ, 65 ਅਤੇ 62। ਠੀਕ ਹੈ, ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈ ਉਹ 65 ਸਾਲ ਤੱਕ ਰਹਿੰਦਾ ਹੈ, ਅਤੇ ਹਾਈ ਕੋਰਟ ਦਾ ਜੱਜ 62 ਸਾਲ ਤੱਕ। ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈਗਾ? ਰਾਸ਼ਟਰਪਤੀ। ਭਾਰਤ ਵਿੱਚ ਨਿਆਇਕ ਪ੍ਰਣਾਲੀ ਲਾਗੂ ਹੈ, ਕਿਹੜੀ ਨਾਲ ਨਿਆਇਕ ਪ੍ਰਣਾਲੀ ਲਾਗੂ ਹੈਗੀ? ਇਕਹਿਰੀ ਨਿਆਇਕ ਪ੍ਰਣਾਲੀ। ਠੀਕ ਹੈ, ਵਿਸ਼ੇਸ਼ ਅਦਾਲਤਾਂ ਦੁਆਰਾ ਫੈਸਲਾ ਦਿੱਤੇ ਜਾਣ ਨੂੰ ਕਿੰਨੇ ਦਿਨਾਂ ਦੇ ਅੰਦਰ ਅੰਦਰ ਇਹਨਾਂ ਫੈਸਲਿਆਂ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ? 30 ਦਿਨਾਂ ਵਿੱਚ। ਠੀਕ ਹੈ, ਸੁਪਰੀਮ ਕੋਰਟ ਨੂੰ ਸੰਵਿਧਾਨ ਦੀ ਕਿਹੜੀ ਧਾਰਾ ਅਧੀਨ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਕੋਈ ਵੀ ਮੁਕੱਦਮਾ ਸੁਣਨ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ? ਇਹ ਕਹਾਂਗੇ ਧਾਰਾ 136। ਸਿਵਲ ਮਾਮਲਿਆਂ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਨੂੰ ਜ਼ਿਲ੍ਹਾ ਅਦਾਲਤ ਕਿਹਾ ਜਾਂਦਾ ਹੈਗਾ, ਇਹ ਹੈਗਾ ਠੀਕ। ਫੌਜਦਾਰੀ ਮੁਕੱਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਨੂੰ ਸੈਸ਼ਨ ਕੋਰਟ ਕਿਹਾ ਜਾਂਦਾ ਹੈ, ਇਹ ਹੈਗਾ ਠੀਕ। ਡੈਸ਼ ਮਾਰਧਾੜ, ਲੜਾਈ ਝਗੜੇ ਜਾਂ ਗਾਲੀ ਗਲੋਚ ਆਦਿ ਨਾਲ ਸੰਬੰਧਿਤ ਹੁੰਦੇ ਹਨ ਫੌਜਦਾਰੀ ਮਾਮਲੇ। ਧਾਰਾ ਡੈਸ਼ ਅਧੀਨ ਕਿਸੇ ਵੀ ਫੌਜਦਾਰੀ ਮੁਕੱਦਮਾ ਦਰਜ ਹੁੰਦਾ ਹੈ, ਕਿਹੜੀ ਧਾਰਾ ਅਧੀਨ? ਹਾਂਜੀ, ਦੇਖ ਲਈਏ, ਧਾਰਾ 134 ਅਧੀਨ। ਠੀਕ ਹੈ, ਜਨਹਿਤ ਮੁਕੱਦਮਾ ਕਦੋਂ ਦਰਜ ਹੁੰਦਾ ਹੈ? ਜਨਤਕ ਹਿੱਤਾਂ ਦੀ ਰਾਖੀ ਦੇ ਲਈ। ਲੋਕ ਅਦਾਲਤਾਂ ਦੇ ਫੈਸਲੇ ਵਿਰੁੱਧ ਕਿਸ ਅਦਾਲਤਾਂ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ? ਹਾਂਜੀ, ਕਿਸ ਵਿੱਚ ਨਹੀਂ ਅਪੀਲ ਕੀਤੀ ਜਾ ਸਕਦੀ? ਨਹੀਂ ਕਰ ਸਕਦੀ। ਠੀਕ ਹੈ, ਠੀਕ ਹੈਗਾ, ਕੁਐਸਚਨ ਨਹੀਂ ਪੁੱਛਿਆ, ਸਹੀ ਗੱਲ ਸੀਗਾ। PIL ਤੋਂ ਭਾਵ ਹੈ ਜਨਹਿਤ ਮੁਕੱਦਮਾ। ਡੈਸ਼ ਨੂੰ ਪਹਿਲੀ ਸੂਚਨਾ ਰਿਪੋਰਟ ਕਹਿੰਦੇ ਹਨ, FIR ਨੂੰ। ਡੈਸ਼ ਤਲਾਕ, ਬਲਾਤਕਾਰ, ਮੌਲਿਕ ਅਧਿਕਾਰ ਜਾਂ ਜ਼ਮੀਨੀ ਜਾਇਦਾਦ ਆਦਿ ਨਾਲ ਸੰਬੰਧਿਤ ਹੁੰਦੇ ਹਨ ਸਿਵਲ ਮਾਮਲੇ। ਹੁਣ ਆ ਜਾਂਦਾ ਪਾਠ ਨੰਬਰ 27, ਸਮਾਜਿਕ ਅਸਮਾਨਤਾ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ। ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ, ਇਹ ਸ਼ਬਦ ਕਿਹਨੇ ਕਹੇ ਸੀਗੇ? ਜੈ ਪ੍ਰਕਾਸ਼ ਨਾਰਾਇਣ ਨੇ। ਸੀਮਾਂਤ ਗਰੁੱਪ ਸਾਡੇ ਸਮਾਜ ਦੇ ਅਜਿਹੇ ਸਮੂਹ ਹਨ ਜਿਹੜੇ ਕਿ ਸਮਾਜ ਅਤੇ ਆਰਥਿਕ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਅਣਗੌਲੇ ਰਹਿ ਜਾਂਦੇ ਹਨ, ਇਹ ਹੈਗੇ ਸਹੀ। 2011 ਵਿੱਚ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਅਨੁਸੂਚਿਤ ਜਾਤੀਆਂ ਦੀ ਗਿਣਤੀ ਭਾਰਤ ਦੀ ਕੁੱਲ ਵਸੋਂ ਦਾ ਡੈਸ਼ ਪ੍ਰਤੀਸ਼ਤ ਹਿੱਸਾ ਹੈਗਾ, 15%। ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦਾ ਉਦੇਸ਼। ਸੰਵਿਧਾਨ ਵਿੱਚ ਕਿਹੜਾ ਮੌਲਿਕ ਅਧਿਕਾਰ ਦਰਜ ਹੈਗਾ? ਸਮਾਨਤਾ ਦਾ ਅਧਿਕਾਰ। ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਕਿਹਨਾਂ ਲਈ ਲਾਗੂ ਹੁੰਦਾ ਹੈਗਾ? ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ। ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ? 22 ਭਾਸ਼ਾਵਾਂ ਨੂੰ। ਮੰਡਲ ਕਮਿਸ਼ਨ ਨੇ ਭਾਰਤ ਵਿੱਚ ਕਿੰਨੀਆਂ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੀ ਪਛਾਣ ਕੀਤੀ ਹੈ? 3747। ਮੰਡਲ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ? 1979 'ਚ। ਸਮਾਜਿਕ ਅਸਮਾਨਤਾ ਦੀ ਪਹਿਲੀ ਕਿਸਮ ਡੈਸ਼ ਹੈ, ਸੰਪਰਦਾਇਕਤਾ। ਭਾਸ਼ਾਵਾਦ ਮਤਦਾਨ ਨੂੰ ਪ੍ਰਭਾਵਿਤ ਕਰਦੀ ਹੈ, ਕੀ ਹੈ ਠੀਕ। ਹੁਣ ਕਾਨੂੰਨ ਦੇ ਅਨੁਸਾਰ ਸਿਰ ਉੱਪਰ ਮੈਲਾ ਢੋਣ ਦੀ ਪ੍ਰਥਾ ਬੰਦ ਕਰਤੀ ਗਈ ਹੈ, ਠੀਕ। ਸੰਨ 1984 ਵਿੱਚ ਦਿੱਲੀ ਅੰਦਰ ਡੈਸ਼ ਦਾ ਕਤਲੇਆਮ ਹੋਇਆ, ਕਿਹਦਾ? ਸਿੱਖਾਂ ਦਾ। 1947 ਈਸਵੀ ਦੇ ਵਿੱਚ ਭਾਰਤ ਦੇ 2 ਟੁਕੜੇ ਕਿਸ ਕਾਰਨ ਹੋਏ ਸੀਗੇ? ਸੰਪਰਦਾਇਕਤਾ ਕਾਰਨ। ਹਾਂਜੀ ਬੱਚੇ, ਹੁਣ ਆ ਜਾਂਦਾ ਤੁਹਾਡਾ ਪਾਠ ਨੰਬਰ 28ਵਾਂ, ਬੈਂਕਾਂ ਦੀਆਂ ਗਤੀਵਿਧੀਆਂ ਨਾਲ ਹੋਰ ਜਾਣ ਪਛਾਣ, ਠੀਕ ਹੈ। ATM ਦਾ ਪੂਰਾ ਨਾਮ ਕੀ ਹੈਗਾ? ਆਟੋਮੇਟਡ ਟੈਲਰ ਮਸ਼ੀਨਰ। ਬੈਂਕ ਡੈਸ਼ ਵਿਆਜ ਅਦਾ ਕਰਦਾ ਹੈ ਬੈਂਕਾਂ 'ਤੇ ਜਮ੍ਹਾਂ ਰਾਸ਼ੀ 'ਤੇ, ਠੀਕ ਹੈ, ਸੇਵਿੰਗ ਅਕਾਊਂਟ ਜਿਹਨੂੰ ਆਪਾਂ ਕਹਿੰਦੇ। ਬੈਂਕ ਇੱਕ ਅਜਿਹੀ ਸੰਸਥਾ ਹੈਗਾ ਜਿੱਥੇ ਪੈਸੇ ਜਮ੍ਹਾਂ ਕੀਤੇ ਜਾਂਦੇ ਹਨ ਅਤੇ ਵਿਆਜ ਅਦਾ ਕਰਨ ਦੀ ਸ਼ਰਤ 'ਤੇ ਕਰਜ਼ਾ ਵੀ ਦਿੰਦੀ ਹੈਗੀ, ਇਹ ਸਹੀ। ਜਦੋਂ
ਕੋਈ ਵੀ ਬੈਂਕ ਆਪਣੇ ਪੈਸੇ ਜਮ੍ਹਾਂ ਕਰਵਾ ਰਿਹਾ ਹੁੰਦਾ ਹੈ, ਵਿਅਕਤੀ ਠੀਕ ਹੈ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾ ਰਿਹਾ ਹੁੰਦਾ ਹੈ, ਤਾਂ ਬੈਂਕ ਉਸ ਨੂੰ ਲਾਭ ਦੇ ਰੂਪ ਵਿੱਚ ਕੁਝ ਕੀ ਦਿੰਦਾ ਹੈ, ਵਿਆਜ ਦਿੰਦਾ ਹੈ। ਜਦੋਂ ਕੋਈ ਵੀ ਬੈਂਕ ਵੱਖ ਵੱਖ ਉਦੇਸ਼ਾਂ ਜਿਵੇਂ ਕਿ ਮਕਾਨ ਉਸਾਰੀ ਜਾਂ ਕਾਰ ਖਰੀਦਣ ਆਦਿ ਲੋਕ ਨੂੰ ਪੈਸੇ ਦਿੰਦਾ ਹੈ ਤਾਂ ਇਸ ਨੂੰ ਕੀ ਕਹਿੰਦੇ ਆਪਾਂ, ਕਰਜ਼ਾ ਕਹਿੰਦੇ ਹਾਂ, ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ, ਲੋਨ। ਠੀਕ ਹੈ। ਕ੍ਰੈਡਿਟ ਕਾਰਡ ਡੈਸ਼ ਦਾ ਹੀ ਇੱਕ ਰੂਪ ਹੁੰਦਾ ਹੈ, ਉਧਾਰ ਦਾ। ਠੀਕ ਹੈ। ਹਾਂਜੀ ਅੱਗੇ ਦੇਖਦੇ ਹਾਂ। ਹੁਣ ਆ ਜਾਂਦਾ ਹੈ ਕਿ ਇੱਕ ਸੈਕਿੰਡ ਬੱਚੇ, ਹਾਂਜੀ ਡੈਸ਼ ਜੇਕਰ ਕ੍ਰੈਡਿਟ ਕਾਰਡ ਧਾਰਕ ਨਿਰਧਾਰਿਤ ਸਮੇਂ ਦੇ ਅੰਦਰ ਭੁਗਤਾਨ ਕਰਨ ਵਿੱਚ ਅਸਫਲ ਰਹਿ ਜਾਂਦਾ ਹੈ ਤਾਂ ਕਾਰਡ ਧਾਰਕ ਨੂੰ ਡੈਸ਼ ਦਾ ਭੁਗਤਾਨ ਕਰਨਾ ਪੈਂਦਾ ਹੈ, ਠੀਕ ਹੈ, ਵਿਆਜ ਦਾ। ਜਦੋਂ ਕੋਈ ਵੀ ਬੈਂਕ ਕਿਸੇ ਵੀ ਵਿਅਕਤੀ ਨੂੰ ਇਲੈਕਟ੍ਰੋਨਿਕ ਕਾਰਡ ਜਾਰੀ ਕਰਦੀ ਹੈ ਤਾਂ ਬੈਂਕ ਆਪਣੇ ਖਾਤੇ ਵਿੱਚੋਂ ਨਕਦ ਕਢਵਾਉਣ ਜਾਂ ਵਸਤੂਆਂ ਦੀ ਸੇਵਾ ਲਈ ਭੁਗਤਾਨ ਕਰਨ ਲਈ ਉਸ ਨੂੰ ਵਰਤ ਸਕੇ ਅਜਿਹੇ ਕਾਰਡ ਨੂੰ ਅਸੀਂ ਕੀ ਕਹਿੰਦੇ ਹਾਂ, ਡੈਬਿਟ ਕਾਰਡ, ਜਾਂ ਫਿਰ ਆਪਾਂ ਇਹਨੂੰ ਕਹਿੰਦੇ ਨੇ ATM। ਠੀਕ ਹੈ। ਹਾਂਜੀ ਅੱਗੇ, ਇੱਕ ਡੈਸ਼ ਗਾਹਕ ਨੂੰ ਕਿਸੇ ਵੀ ਵੇਲੇ ਨਕਦ ਕਢਾਉਣ ਦੀ ਆਗਿਆ ਦਿੰਦਾ ਹੈ, ATM। ਠੀਕ ਹੈ। ਡੈਸ਼ ਪ੍ਰਣਾਲੀ ਹੈਗੀ ਜਿਸ ਦੇ ਜ਼ਰੀਏ ਬੈਂਕ ਆਪਣੇ ਨਿਸ਼ਚਿਤ ਇਲਾਕੇ ਦੇ ਅੰਦਰ ਚੈੱਕਾਂ ਦਾ ਲੈਣ ਦੇਣ ਕਰਦੇ ਹਨ ਅਤੇ ਭੁਗਤਾਨ ਦਾ ਨਿਪਟਾਰਾ ਕਰਦੇ ਹਨ। ਕੀ ਹੈਗਾ ਇਹ, ਕਲੀਅਰਿੰਗ ਹਾਊਸ। ਚੈੱਕ ਪ੍ਰੋਸੈਸਿੰਗ ਆਮ ਤੌਰ 'ਤੇ ਡੈਸ਼ ਦਿਨਾਂ ਵਿੱਚ ਹੁੰਦੀ ਹੈ, ਹਾਲਾਂਕਿ ਇਹ ਕਾਰਵਾਈ ਸਥਾਨਕ ਕਲੀਅਰਿੰਗ ਵਿਭਾਗ ਦੀਆਂ ਪ੍ਰਕਿਰਿਆਵਾਂ 'ਤੇ ਨਿਰਭਰ ਕਰਦੀ ਹੈ। ਕਿਨੇ 1 ਤੋਂ 3 ਦਿਨਾਂ ਵਿੱਚ। ਸ਼੍ਰੀਮਤੀ ਸ਼ਰਮਾ ਨੇ ਜਿਹੜਾ ਕਿ ਕੇਸ ਦੀ ਮਦਦ ਨਾਲ ਪੈਸੇ ਕਢਵਾਏ ਸੀਗੇ ਉਹ ATM ਕਾਰਡ ਦੀ ਮਦਦ ਨਾਲ। ਠੀਕ ਹੈ ਬੱਚੇ, ਸੋ ਇਹ ਆਪਣੇ ਕੋਲੋਂ ਇਹ ਜਿਹੜੇ ਕੁਐਸਚਨਸ ਪ੍ਰਿਪੇਅਰ ਕੀਤੇ ਸੀਗੇ ਸਾਡੇ ਮਾਣਯੋਗ ਸਰ ਵਿਜੇ ਗੁਪਤਾ ਜੀ ਨੇ। ਠੀਕ ਹੈ, ਅਤੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਿ ਉਹਨਾਂ ਨੇ ਕੁਐਸਚਨਸ ਤੁਹਾਡੇ ਲਈ ਜਿਹੜੇ ਕਿ ਭੇਜੇ। ਅਤੇ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਠੀਕ ਹੈ, ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਅਤੇ ਮੇਰੇ ਵੱਲੋਂ ਬੈਸਟ ਵਿਸ਼ੇਸ ਨੇ। ਠੀਕ ਹੈ, ਅਤੇ ਪੇਪਰ ਵਧੀਆ ਪਾਇਓ। 7 ਤਰੀਕ ਦਾ ਜਿਹੜਾ ਤੁਹਾਡਾ ਬੋਰਡ ਦਾ ਫਾਈਨਲ ਐਗਜ਼ਾਮ ਹੈਗਾ। ਠੀਕ ਹੈ, ਤਾਂ ਚਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਸੋ ਹੈਵ ਅ ਨਾਈਸ ਡੇ ਐਂਡ ਥੈਂਕਸ ਫॉर ਵਾਚਿੰਗ।